कोई सिखा का चंगा काम होने लगूगा, श्रोमणी गुरुद्वारा प्रबंधक कमेटी सब तो वड्डे अड़िके लिया करूगी उहदे अंदर। यार पंथ नूं खतरा नहीं हैगा ते कुर्सियां नूं खतरा है। 14 फरवरी नूं इलैक्शन खत्म होनी, 15 नूं पंथ नूं खतरा खत्म हो जाए। बीजेपी ਜਾਂ आरएसएस ਉਹ ਚਾਹੁੰਦੀ ਹੈ ਜੀ ਵੀ ਗੁਰਧਾਮਾਂ ਤੇ ਅਸੀਂ ਕਬਜ਼ਾ ਕਰ ਲਈਏ। ਪੰਥ ਨੂੰ ਖਤਰਾ ਬਸ ਇਸੇ ਤਰ੍ਹਾਂ ਕਬਜ਼ਾ, ਮਤਲਬ ਵਰਡ ਹੀ ਕਿਹੋ ਜਿਹੇ ਕੱਢ ਕੇ ਰੱਖ ਦਿੱਤੇ ਆ ਯਾਰ, ਵਰਡ ਹੀ ਕਿਹੋ ਜਿਹੇ ਕੱਢ ਕੇ ਰੱਖ ਦਿੱਤੇ। ਇਹਨਾਂ ਨੂੰ ਪੰਥ ਦੀ ਚਿੰਤਾ ਹੁੰਦੀ ਨਾ, ਅੱਧਾ ਪੰਜਾਬ ਜਿਹੜਾ ਏ ਕੋਈ ਈਸਾਈ ਨਾ ਬਣੇ। ਕਬਜ਼ਾ ਤੇ ਉਹ ਕਰਦੇ ਪਏ ਨੇ ਬਈ, ਲੈ ਗਏ ਤੁਹਾਡੇ ਅੱਧੇ ਸਿੱਖ ਤੇ ਨਾ ਬਣਾ ਦਿੱਤੇ ਨੇ। ਜਿੰਨਾ ਕਬਜ਼ਾ ਕਰ ਲਿਓ ਦਿਖ ਹੀ ਰਿਹਾ ਤੁਹਾਨੂੰ, ਪਤਾ ਨਹੀਂ ਕਿਹੜੇ ਚਸ਼ਮਾ ਲਾਇਆ ਤੁਸੀਂ ਜਿੱਤੋਂ ਤੁਹਾਨੂੰ ਦਿਖਦਾ ਹੀ ਨਹੀਂ ਕੁਝ। ਵੀਰ ਬਾਲ ਦਿਵਸ ਹੈ, ਇਹਦੀ ਅਨਾਉਂਸਮੈਂਟ ਦਾ ਕੀਤੇ ਜਾਣਾ ਕਿ ਇਹਨੂੰ ਇਲੈਕਸ਼ਨਾਂ ਨਾਲ ਜੋੜ ਕੇ ਵੇਖਿਆ ਜਾਵੇ। ਜੇ ਕੋਈ ਕਰੇ ਤਾਂ ਪ੍ਰੋਬਲਮ ਆ, ਨਾ ਕਰੇ ਤਾਂ ਪ੍ਰੋਬਲਮ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੇ ਸੀਗੇ ਕਿ ਨਹੀਂ ਜੀ ਇਹ ਵੀਰ ਬਾਲ ਦਿਵਸ ਦੀ ਸਾਹਿਬਜ਼ਾਦੇ ਤੇ ਸਾਡੇ, ਅਸੀਂ ਉਹਨਾਂ ਨੂੰ ਕਹਿੰਦੇ ਆ ਬਾਬਾ ਜੋਰਾਵਰ ਸਿੰਘ ਕਹਿੰਦੇ ਆ। ਬਿਲਕੁਲ ਠੀਕ ਗੱਲ ਆ, ਪਰ ਉਹਨੂੰ ਬਾਲ ਨਹੀਂ ਕਹਿ ਰਹੇ, ਇਹ ਦਿਨ ਦਾ ਨਾਮ ਆ। ਜਿਹੜੇ ਚੰਗੇ ਕੰਮਾਂ ਨੂੰ ਹੋਣ ਦੇ ਉੱਤੇ ਐਡਾ ਰੌਲਾ ਪਾਈ ਜਾਂਦੇ ਆ। ਜੇ ਬੀਜੇਪੀ ਕਹਿ ਦੇ ਬੇਅਦਬੀਆਂ ਖੋਲਾਂਗੇ ਨਾ, ਕਹਿਣਾ ਪੰਥ ਨੂੰ ਖਤਰਾ ਹੋ ਗਿਆ। ਪ੍ਰਧਾਨ ਮੰਤਰੀ ਨੂੰ ਆ ਕੇ ਆਪਣੀ ਗੱਲ ਤੇ ਰੱਖਣ। ਪਿੰਡ ਦੇ ਮੈਂਬਰ ਨੂੰ ਵੀ ਅਗਰ ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ ਨਾ, ਉਹ ਵੀ ਰੜਕਾਂ ਕੱਢਦਾ ਰਹਿੰਦਾ। ਪਰ ਤੁਸੀਂ ਦੂਜੇ ਪਾਸੇ ਦੇਖੋ ਕੀ ਸੋਚਿਆ, ਜਾ ਕੇ ਵੀ ਵਾਪਸ ਅੱਜ ਫੇਰ ਇਹ ਗੱਲ ਕੀਤਾ, ਆਪਣੇ ਸਿੱਖਾਂ ਨੂੰ ਨਹੀਂ ਭੁੱਲੇ। ਮੈਂ ਦੇਖ ਰਿਹਾ ਸੀ ਇੱਕ ਕੱਲ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਵੀਡੀਓ ਤੁਸੀਂ ਵੀ ਦੇਖਿਓ ਬਈ, ਜੇ ਪੰਜਾਬ ਦੇ ਲੋਕਾਂ ਦਾ ਹੱਕ ਦੀ ਕੋਈ ਗੱਲ ਮਿਲਣ ਲੱਗੀ ਉਹ ਨਹੀਂ ਲੈਣ ਦੇਣੀ ਅਸੀਂ, ਪਰ ਸਾਨੂੰ ਪੈਸਾ ਵਿਦੇਸ਼ਾਂ ਤੋਂ ਜ਼ਰੂਰ ਭੇਜੋ। ਅਰੇ ਇਹ ਕਿਸ ਤਰ੍ਹਾਂ ਦੀ ਲੜਾਈ ਤੇ ਛੱਡ ਕੇ ਭੱਜ ਗਏ ਸੀ। 26 ਜਨਵਰੀ ਵਾਲੇ ਦਿਨ ਇਹਨਾਂ ਨੇ ਕਿਸਾਨ ਉਹਨਾਂ ਬੱਚਿਆਂ ਨੂੰ ਪਿੱਛੇ ਹਟ ਗਏ ਸੀ, ਕਹਿੰਦੇ ਸੀ ਅਸੀਂ ਤੁਹਾਡੇ ਨਾਲ ਨਹੀਂ ਖੜੇ ਹੋਣਾ। ਮੈਂ ਕੀ ਲੈ ਰਿਹਾ ਬਈ, ਦੀਪ ਸਿੱਧੂ ਤੋਂ ਮੈਂ ਕੁਝ ਲੈਣ ਗਿਆ, ਉਸ ਤੋਂ ਬਾਅਦ ਕਦੀ ਮਿਲਿਆ ਵੀ ਨਹੀਂ। ਮੈਂ ਕੀ ਲੈਣਾ ਉਹਦੇ ਤੋਂ, ਮੈਂ ਲੱਖੇ ਸਰਾਣਾ ਤੋਂ ਕੀ ਲੈਣ ਗਿਆ, ਮੈਂ ਕਦੀ ਮਿਲਣ ਗਿਆ ਉਹਨੂੰ, ਉਸ ਤੋਂ ਬਾਅਦ ਮੈਂ ਤਾਂ ਕਦੀ ਮਿਲਿਆ ਵੀ ਨਹੀਂ। ਪਰ ਲੱਖਾ ਸਰਾਣਾ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿ ਦੇਵੇ ਕਿ ਅਗਰ ਮਨਜਿੰਦਰ ਸਿੰਘ ਸਿਰਸੇ ਦੇ ਸਟੈਂਡ ਨਾਲ ਲਿਆ ਤਾਂ ਤੇਰੀ ਜ਼ਮਾਨਤ ਹੋ ਸਕਦੀ। ਵੱਡੀਆਂ ਗੱਲਾਂ ਕਰਨੀਆਂ ਵੱਖਰੀ ਗੱਲ ਆ, ਪਰ ਮੈਂ ਨਹੀਂ ਕਦੀ ਵੀ ਦੁਬਾਰਾ ਮਿਲਿਆ। ਕੰਗਨਾ ਰਣਾਵਤ ਨਾਲ ਪੂਰਾ ਪੇਚਾ ਹੈ, ਨਾਮ ਲੈ ਕੇ ਕਹਿੰਦਾ ਮੁਕੱਦਮਾ ਦਰਜ ਕਰਾ ਰੱਖਿਆ, ਕੋਰਟ ਚ ਲੜਾਈ ਲੜਦਾ ਪਿਆ, ਦੁਬਾਰਾ ਬੋਲੂ ਦੁਬਾਰਾ ਗੱਲ ਨੂੰ ਆਉਂ। ਆ ਮੋਦੀ ਸਾਹਿਬ ਜਿਸ ਦਿਨ ਮੁੜੇ ਨੇ ਉਸ ਦਿਨ ਉਹਨੇ ਫਿਰ ਕਿਹਾ ਵੀ ਪੰਜਾਬ ਦੇ ਵਿੱਚ ਅੱਤਵਾਦੀ ਹੈ। ਇਹ ਅੱਤਦੀ ਨਹੀਂ, ਆਪਣੇ ਦਾ ਕੰਮ ਆ। ਮੈਂ ਕਹਿੰਦਾ ਮੂੰਹ ਬੰਦ ਕਰਾਓ, ਕਹਿੰਦੇ ਅਸੀਂ ਕਿਵੇਂ ਕਰਾਈਏ। 2022 ਲਈ ਹੁਣ ਜਾਪਦਾ ਤੁਹਾਨੂੰ ਵੀ ਬੀਜੇਪੀ ਸਰਕਾਰ ਬਣਾ ਲੂ ਪੰਜਾਬ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੁਸੀਂ ਆਪਣੇ ਨਾਲ ਜੋੜ ਲਿਆ ਤੇ 4.5 ਸਾਲ ਉਹ ਨਿਕਲੇ ਨਹੀਂ ਉੱਥੋਂ ਆਪਣੇ ਫਾਰਮ ਹਾਊਸ। ਕੈਪਟਨ ਅਮਰਿੰਦਰ ਸਿੰਘ ਜਿਹੜੀ ਗੱਲ ਬੇਬਾਕੀ ਨਾਲ ਕਰ ਸਕਦੇ ਆ, ਢੀਂਡਸਾ ਸਾਹਿਬ ਬੇਬਾਕੀ ਨਾਲ ਦੱਸ ਸਕਦੇ ਭਾਈ ਇਸ ਤੋਂ ਬਿਨਾਂ ਨਹੀਂ ਬਣਨਾ ਕੰਮ। ਪਾਕਿਸਤਾਨ ਚਲੇ ਜਾਓ, ਅੱਤਵਾਦੀ ਸਿੱਖ ਫਲਾਨੇ ਢਿੰਗੜੇ ਖਾਲਿਸਤਾਨੀ, ਉਹਨਾਂ ਨੂੰ ਕੋਈ ਦਵਾਈ ਦਵਾਉਣ ਦਾ ਕੋਈ ਢੰਗ ਤਰੀਕਾ ਕੱਢ ਰਹੇ ਹੋਣ ਕਿ ਨਹੀਂ? ਬਿਲਕੁਲ, ਮੈਂ ਕਿਹਾ ਫਿਰ ਆਹੀ ਤੇ ਰੋਣਾ ਹੈ ਜੀ। ਗੁੱਸਾ ਤੁਸੀਂ ਪੁੱਛਦੇ ਗੁੱਸਾ ਕਿਉਂ ਆਉਂਦਾ, ਗੁੱਸਾ ਇਸੇ ਲਈ ਤੇ ਆਉਂਦਾ ਹੈ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੇਰਾ ਨਾਮ ਗੁਰਪ੍ਰੀਤ ਸੰਧਾਵਾਲੀਆ ਤੇ ਗੱਲ ਇੱਦਾਂ ਕਿ ਵੀ ਇਸ ਵਕਤ ਜਦੋਂ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਪੰਜਾਬੋਂ ਬਾਹਰ ਹੋਵੇ, ਤੇ ਬੰਦਾ ਚਾਹੇ ਪੰਜਾਬ 'ਚ ਹੋਵੇ ਚਾਹੇ ਪੰਜਾਬੋਂ ਬਾਹਰ ਬੈਠਾ ਹੋਵੇ, ਹਰੇਕ ਦਾ ਧਿਆਨ ਉਸ ਪਾਸੇ ਲੱਗਿਆ। ਕਿਉਂਕਿ ਜਿਵੇਂ ਜਿਵੇਂ ਇਲੈਕਸ਼ਨਾਂ ਨੇੜੇ ਆ ਗਈਆਂ ਨੇ ਜਾਂ ਹੁਣ ਤਾਂ ਇਲੈਕਸ਼ਨਾਂ ਦੀ ਅਨਾਉਂਸਮੈਂਟ ਹੋ ਗਈ ਪੰਜਾਬ ਦੇ ਵਿੱਚ, ਹਰੇਕ ਪੋਲੀਟੀਕਲ ਪਾਰਟੀ ਵੱਲੋਂ ਆਪਣੇ ਤੌਰ ਦੇ ਉੱਪਰ ਵੱਖਰੀਆਂ ਗੱਲਾਂ, ਵੱਖਰੇ ਐਲਾਨ ਕੀਤੇ ਜਾ ਰਹੇ ਆ। ਕੁਝ ਲੋਕ ਉਹਨੂੰ ਸੇਵਾ ਦੇ ਹਿਸਾਬ ਨਾਲ ਦੇਖਦੇ ਆ, ਕੁਝ ਲੋਕ ਉਹਨੂੰ ਰਾਜਨੀਤੀ ਦੇ ਹਿਸਾਬ ਨਾਲ ਦੇਖਦੇ ਆ, ਕੁਝ ਲੋਕਾਂ ਦਾ ਕਹਿਣਾ ਕਿ ਵੀ ਨਹੀਂ ਇਹ ਤਾਂ ਕੰਮ ਹੀ ਹੈ ਜੀ, ਲੀਡਰਾਂ ਆਪਣੇ ਤੌਰ 'ਤੇ ਕਰੀ ਜਾਂਦੇ, ਇਹਦੇ 'ਚ ਕਿਹੜੀ ਕੋਈ ਗੱਲ ਆ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜੀ ਗੱਲਬਾਤ ਆਪਾਂ ਕਰਾਂਗੇ ਉਹ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਸਿੱਖ ਚਿਹਰਾ ਨੇ, ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋ ਰਹੇ। ਸਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਜਿਹੜਾ ਇੱਕ ਐਲਾਨ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਦਿਨ ਜਿਹੜਾ ਹੈ 26 ਦਸੰਬਰ ਦਾ ਇਸ ਸਾਲ ਤੋਂ ਮਨਾਇਆ ਜਾਇਆ ਕਰਨਾ। 26 ਦਸੰਬਰ 2022 ਤੋਂ ਉਹ ਪਹਿਲਾ ਦਿਨ ਹੋਊਗਾ। ਇਹ ਜਿਹੜਾ ਵੀਰ ਬਾਲ ਦਿਵਸ ਹੈ ਇਹਦੀ ਅਨਾਉਂਸਮੈਂਟ ਦਾ ਕੀਤੇ ਜਾਣਾ, ਕਿ ਇਹਨੂੰ ਇਲੈਕਸ਼ਨਾਂ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਫਿਰ ਜਿੱਦਾਂ ਤੁਸੀਂ ਪਿਛਲੇ ਸਮੇਂ 'ਚ ਕਿਹਾ ਸੀ ਕਿ ਮੋਦੀ ਸਾਹਿਬ ਵਾਕਈ ਬਹੁਤ ਸਾਰੇ ਕੰਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਲਿਸਟ 'ਤੇ ਨੇ, ਉਸੇ ਦਾ ਹੀ ਹਿੱਸਾ ਇਹ। ਬਿਲਕੁਲ ਠੀਕ ਕਿਹਾ ਤੁਸੀਂ ਜੀ, ਉਸੇ ਲਿਸਟ ਦਾ ਹੀ ਹਿੱਸਾ ਹੈ। ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਦੇਖੋ ਹਰ ਚੀਜ਼ ਨੂੰ ਜਦੋਂ ਆਪਾਂ ਇਲੈਕਸ਼ਨ ਨਾਲ ਜੋੜ ਕੇ ਦੇਖਦੇ ਹਾਂ ਨਾ, ਉਹਦਾ ਲਾਭ ਔਰ ਹਾਨੀ ਆਪਾਂ ਨੂੰ ਖੁਦ ਨੂੰ ਹੁੰਦਾ, ਕਿਸੇ ਨੂੰ ਨਹੀਂ ਹੁੰਦਾ ਜੀ। ਪੰਜਾਬ ਦੇ ਅੰਦਰ ਜੋ ਹੁਣ ਚੁਣਾਵ ਆ, ਇਹ ਚੁਣਾਵ 15 ਦਿਨ ਬਾਅਦ, ਮਹੀਨੇ ਬਾਅਦ ਖਤਮ ਹੋ ਜਾਣਾ ਹੈ। ਜਿਹੜਾ ਆਹ ਕੰਮ ਆ, ਇਹ ਸਾਹਿਬਜ਼ਾਦਿਆਂ ਨੂੰ ਆਜ਼ਾਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਬਹੁਤ ਸਾਰੇ ਸਿੱਖ ਸਥਾਨ ਜਿਹੜੇ ਸੀ ਉਹ ਕਾਇਮ ਕੀਤੇ ਗਏ।
ਉਸ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਆਏ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਉਹਨਾਂ ਨੇ ਆ ਕੇ ਇਸ ਨੂੰ ਸੰਭਾਲਣ ਦਾ ਕੰਮ ਕੀਤਾ। ਪਰ ਆਜ਼ਾਦ 70-75 ਸਾਲ ਸਾਨੂੰ ਆਜ਼ਾਦ ਹੋਏ ਹੋ ਗਏ। ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਸੀ, ਆਪਾਂ ਕੁਝ ਕਹੀਏ, ਮੰਨੀਏ ਜਾਂ ਨਾ ਮੰਨੀਏ, ਕਿਉਂਕਿ ਕਈਆਂ ਨੂੰ ਇਹਨੂੰ ਮੰਨਣ 'ਚ ਪ੍ਰੋਬਲਮ ਹੋ ਵੀ ਰਹੀ ਆ, ਲੇਕਿਨ ਕੋਈ ਸਾਨੂੰ ਕੋਈ ਤਵੱਜੋ ਦੇਣਾ ਨਹੀਂ ਚਾਹੁੰਦਾ ਸੀਗਾ। ਫॉर ਵਟ ਰੀਜ਼ਨ ਉਹ ਛੱਡ ਦਿੱਤਾ ਜਾਵੇ, ਪਰ ਦੇਣਾ ਨਹੀਂ ਚਾਹੁੰਦਾ ਸੀ। ਮੈਂ ਇੱਕ ਇਹਦੇ 'ਚ ਬੜੀ ਅਹਿਮ ਗੱਲ ਕਹਿਣ ਲੱਗਾ ਹੈ ਕਿ ਜੇ ਆਪਾਂ ਰਿਐਲਿਟੀ 'ਚ ਗੱਲ ਕਰੀਏ ਤੇ ਜੇਕਰ ਮਾਸਟਰ ਤਾਰਾ ਸਿੰਘ ਜੀ ਉਸ ਵੇਲੇ ਭਾਰਤ ਦੇ ਇਸ ਲੜਾਈ ਦੇ ਅੰਦਰ ਪਾਕਿਸਤਾਨ ਦੀ ਵਿਧਾਨ ਸਭਾ ਦੇ ਲਾਹੌਰ 'ਚ ਖੜੇ ਹੋ ਕੇ ਬਾਹਰ ਕਿਰਪਾਨ ਸ੍ਰੀ ਸਾਹਿਬ ਕੱਢ ਕੇ ਨਾ ਜਕਾਰੇ ਲਾਉਂਦੇ, ਔਰ ਇਹ ਕਦੀ ਵੀ ਪੰਜਾਬ ਦਾ ਹਿੱਸਾ ਭਾਰਤ ਨਾਲ ਨਹੀਂ ਹੋਣਾ ਸੀ। ਔਰ ਗੱਲ ਇਹ ਹੈ ਕਿ ਅਗਰ ਇਹ ਨਾ ਹੁੰਦਾ, ਬੰਗਾਲ ਵੀ ਨਹੀਂ ਹੋਣਾ ਸੀ, ਔਰ ਉਹ ਨਾ ਹੁੰਦਾ ਤੇ ਸਭ ਤੋਂ ਇੰਪੋਰਟੈਂਟ ਆ ਕਿ ਜੋ ਪਠਾਨਕੋਟ ਦਾ ਰਸਤਾ, ਉਹ ਰਸਤਾ ਹੀ ਨਹੀਂ ਹੋਣਾ ਸੀਗਾ। ਦਿੱਲੀ ਦੀ ਸਰਹੱਦ ਦੇ ਉੱਤੇ ਪਾਕਿਸਤਾਨ ਨੇ ਬੈਠੇ ਹੋਣਾ ਸੀਗਾ, ਔਰ ਜੰਮੂ ਕਸ਼ਮੀਰ ਦਾ ਤਾਂ ਸੁਪਨਾ ਹੀ ਸੁਪਨਾ ਰਹਿ ਜਾਣਾ ਸੀਗਾ। ਸੋ ਜਿੰਨਾ ਕੁਝ ਕੌਮ ਨੇ ਕੀਤਾ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ, ਸੰਭਾਲਣ ਤੋਂ ਲੈ ਕੇ, ਰਿਐਲਿਟੀ ਆ ਕਿ ਉਸ ਮੁਤਾਬਕ ਸਾਡੀ ਕੋਈ ਇੱਥੇ ਕਿਸੇ ਨੇ ਗੱਲ ਸੁਣੀ ਨਹੀਂ ਹੈਗੀ। ਮੈਂ ਨਿੱਜੀ ਤੌਰ ਤੇ ਵੀ ਇਹ ਜ਼ਰੂਰ ਅੱਜ ਕਹਿਣਾ ਚਾਹੁੰਦਾ ਹਾਂ ਕਿ ਜੋ ਉਹਨਾਂ ਦੀ ਭਾਵਨਾ, ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਨਾ, ਇਹ ਪਠਾਨਕੋਟ ਵਾਲੀ ਗੱਲ, ਜਿਹੜੀ ਸੜਕ ਦੀ ਗੱਲ ਕਰ ਰਿਹਾ, ਮੈਂ ਨਹੀਂ ਕਹੀ, ਇਹ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ शाह ने एक दिन गल कही कि सिरसा जी हमें क्या बताओगे, अगर मास्टर तारा सिंह ना होते तो ये होता, अगर गुरु गोबिंद सिंह ना होते तो ये होता। ये उन्होंने मूँह की गल आ, पर ਜਿਹੜਾ ਆਪਣੀ ਇੱਕ ਸੋਚ ਅਟਕ ਜਾਂਦੀ ਆ ਕੇ ਹਰ ਚੀਜ਼ ਨੂੰ ਇਲੈਕਸ਼ਨ ਤੋਂ ਨਾਲ ਜੋੜ ਕੇ ਇਲੈਕਸ਼ਨ ਤੱਕ ਸੀਮਿਤ, ਜੇ ਕੋਈ ਕਰੇ ਤਾਂ ਪ੍ਰੋਬਲਮ ਆ, ਨਾ ਕਰੇ ਤਾਂ ਪ੍ਰੋਬਲਮ ਆ। ਸੋ ਸਾਨੂੰ ਵੀ ਕਿਤੇ ਨਾ ਕਿਤੇ ਫਰਾਗਦਰੀ ਦਿਖਾਉਣ ਦੀ ਲੋੜ ਆ, ਔਰ ਸਮਝਣ ਦੀ ਲੋੜ ਆ ਕਿ ਜੇਕਰ ਸਾਡੀ ਇਹਨਾਂ ਚੀਜ਼ਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਸਾਨੂੰ ਉਹਨੂੰ ਵੈਲਕਮ ਕਰਨਾ ਚਾਹੀਦਾ, ਸਾਨੂੰ ਦਿਲ ਵੱਡਾ ਕਰਨਾ ਚਾਹੀਦਾ। ਬਿਲਕੁਲ ਜੀ। ਸਿਰਸਾ ਸਾਹਿਬ, ਇਹ ਗੱਲ ਜਿਹੜੀ ਤੁਸੀਂ ਕਹੀ ਆ, ਇਹ ਕਾਫੀ ਹੱਦ ਤੱਕ ਜਾਇਜ਼ ਹੋ ਸਕਦੀ ਆ, ਪਰ ਇਹਦੇ 'ਚ ਨਾ ਜੀ ਹੋ ਸਕਦਾ, ਕਿਉਂਕਿ ਦੇਖੋ ਪਬਲਿਕ ਨੁਮਾਇੰਦੇ ਹੋਣ ਦੇ ਨਾਤੇ ਤੁਸੀਂ ਆਪਣੇ ਵੱਲੋਂ ਜਵਾਬ ਦੇਣਾ ਤੇ ਸਾਡੀ ਡਿਊਟੀ ਆ ਵੀ ਸਵਾਲ ਪੁੱਛ ਲੈਣੇ, ਕਿਉਂਕਿ ਲੋਕ ਮਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਇਹ ਗੱਲ ਠੀਕ ਹੈ ਤੁਹਾਡੀ ਕਿ ਵੀ ਸਿੱਖਾਂ ਦਾ ਜਿਹੜਾ ਕਹਿ ਲਓ ਕਿ ਵੀ ਯੋਗਦਾਨ ਹੈ ਉਹ ਕਿਸੇ ਪਾਸਿਓਂ ਘੱਟ ਨਹੀਂ, ਪਰ ਹਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਣਦੀ ਜਗ੍ਹਾ ਸੀ ਉਹ ਨਹੀਂ ਮਿਲੀ। ਪਰ ਜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀ, ਚਲੋ ਖਾਸ ਕਰਕੇ ਬਹੁਤਾ ਸਮਾਂ ਜਿਹੜਾ ਕਾਂਗਰਸ ਨੇ ਰਾਜ ਕੀਤਾ, ਜੇ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਬਣਦਾ ਮਾਣ ਸਨਮਾਨ, ਤਾਂ ਬੀਜੇਪੀ ਪਾਰਟੀ ਨੂੰ ਆਇਆ ਵੀ ਮੇਰੇ ਖਿਆਲ ਨਾਲ ਕਾਫੀ ਸਿਰ ਹੋ ਗਿਆ। 2014 ਤੋਂ ਲੈ ਕੇ ਹੁਣ ਤਾਂ 22 ਚੜ੍ਹ ਆਇਆ ਜੀ। ਇਹਦੇ ਦੌਰਾਨ ਆਪਾਂ ਬਹੁਤ ਸਾਰੀਆਂ ਕੌੜੀਆਂ, ਕਸੈਲੀਆਂ, ਇਹੋ ਜਿਹੀਆਂ ਸ਼ਬਦਾਵਲੀਆਂ, ਈਵਨ ਆ ਜਿੱਦਣ ਮੋਦੀ ਸਾਹਿਬ ਹੁਣ ਪੰਜਾਬ 'ਚੋਂ ਮੁੜ ਕੇ ਗਏ ਨੇ, ਉਦੋਂ ਫਿਰ ਉਹੀ ਸ਼ਬਦ, ਈਵਨ ਸਾਲ ਸਵਾ ਸਾਲ ਜਦ ਤੱਕ ਕਿਸਾਨ ਅੰਦੋਲਨ ਚੱਲਦਾ ਰਿਹਾ ਉਨੀ ਦੇਰ ਤੱਕ ਉਹ ਪਤਾ ਨਹੀਂ ਕਿੱਥੇ ਤੁਹਾਡੀ ਪਾਰਟੀ ਦੇ ਲੀਡਰ ਸਾਹਿਬਾਨ ਰੱਖੇ ਤੁਸੀਂ। ਉਹ ਉਦੋਂ ਜੋ ਨਿਕਲ ਆਉਂਦੇ ਆ ਤੇ ਨਾਲ ਹੀ ਉਹਨਾਂ ਦੇ 5-7 ਸ਼ਬਦ ਹੁੰਦੇ ਆ, ਪਾਕਿਸਤਾਨ ਚਲੇ ਜਾਓ, ਅੱਤਵਾਦੀ, ਸਿੱਖ, ਫਲਾਨੇ, ਢਿੰਗੜੇ, ਖਾਲਿਸਤਾਨੀ। ਉਹਨਾਂ ਨੂੰ ਕੋਈ ਦਵਾਈ ਦਵਾਉਣ ਦਾ ਕੋਈ ਢੰਗ ਤਰੀਕਾ ਕੱਢ ਰਹੇ ਹੋਣ ਕਿ ਨਹੀਂ? ਬਿਲਕੁਲ ਨਹੀਂ, ਬਿਲਕੁਲ ਜ਼ਰੂਰੀ ਹੈ। ਬਹੁਤ ਤੁਸੀਂ ਬੜੀ ਜਾਇਜ਼ ਗੱਲ ਕੀਤੀ ਆ ਭਾਜੀ। ਬਿਲਕੁਲ ਇਸੇ ਤਰ੍ਹਾਂ ਹੋ ਰਿਹਾ ਸੀ ਜੋ ਤੁਸੀਂ ਕਹਿ ਰਹੇ ਜੇ, 100% ਠੀਕ ਆ। ਪਰ ਮੇਰੀ ਗੱਲ ਸੁਣੋ, ਰੋਕਣ ਵਾਸਤੇ ਵੀ ਜੇ ਆਪਾਂ ਜਿਸ ਜਗ੍ਹਾ ਤੇ ਆਪਾਂ ਬੈਠੇ ਆ, ਜੇਕਰ ਅਸੀਂ ਨਹੀਂ ਗੱਲ ਨੂੰ ਰੇਸ ਕਰਾਂਗੇ, ਜੇਕਰ ਅਸੀਂ ਨਹੀਂ ਇਸ਼ੂ ਰੇਸ ਕਰਾਂਗੇ ਔਰ ਖਾਲੀ ਕਨਫਰੰਟੇਸ਼ਨ 'ਚ ਆ ਕੇ ਰਹਿ ਜਾਾਂਗੇ ਕਿ ਨਹੀਂ ਯਾਰ ਉਹਨੇ ਕਿਹਾ ਹੁਣ ਅਸੀਂ ਅੱਗੋਂ ਕਵਾਂਗੇ, ਆਖਰਕਾਰ ਇਹ ਵੀ ਗੱਲ ਸਾਨੂੰ ਹੀ ਫਰਜ਼ ਬਣਦਾ ਹੈ ਨਾ। ਪਹਿਲਾਂ ਤਾਂ ਮੈਂ ਦੱਸਣ ਲੱਗਾ ਕਿ ਜਿਵੇਂ ਤੁਸੀਂ 2014 ਦੀ ਗੱਲ ਕੀਤੀ, ਇਹ ਰਿਐਲਿਟੀ ਹੈ, ਤੁਸੀਂ ਵੀ ਜਾਣਦੇ ਜੇ, ਆਪਾਂ ਸਾਰੇ ਜਾਣਦੇ ਹਾਂ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਾਈਵਾਲ ਸਾਂਝ ਸੀਗੀ ਜਿਹੜੀ ਕਿ ਬਹੁਤ ਅਟੂਟ ਸੀਗੀ, ਔਰ ਜੋ ਵੀ ਸਿੱਖ ਮਸਲੇ ਹੁੰਦੇ ਸੀ ਉਹ ਅਕਾਲੀ ਦਲ ਦੇ ਮਾਧਿਅਮ ਤੋਂ ਹੀ ਹੁੰਦੇ ਸੀ। ਔਰ ਐਂ ਨਹੀਂ ਕਿ ਅਕਾਲੀ ਦਲ ਨੇ ਹੱਲ ਨਹੀਂ ਕੀਤੇ, ਅਕਾਲੀ ਦਲ ਨੇ ਵੀ ਆਪਣੇ ਵੱਲੋਂ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਠੀਕ ਆ ਕਿ ਜਿਹੜੇ ਜਵਲਿਤ ਮੁੱਦੇ ਹੁੰਦੇ ਸੀ, ਜਿਹੜਾ ਸਾਹਮਣੇ ਆ ਜਾਂਦਾ ਸੀ ਇਸ਼ੂ, ਉਹਦੇ ਤੇ ਜ਼ਰੂਰ ਕੋਈ ਨਾ ਕੋਈ ਉਹਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਰ ਐਸੇ ਬਹੁਤ ਸਾਰੇ ਮੁੱਦੇ ਨੇ, ਭਾਵੇਂ ਉਹ ਜਵਲਿਤ ਨਹੀਂ ਹੈਗੇ, ਭਾਵੇਂ ਉਹ ਸਾਡੇ ਸਾਹਮਣੇ ਅੱਜ ਨਹੀਂ ਖੜੇ, ਪਰ ਉਹਨਾਂ ਦੀ ਵੀ ਐਡਰੈਸ ਕਰਨਾ ਬੜਾ ਜ਼ਰੂਰੀ ਸੀਗਾ। ਤਾਂ ਮੈਂ ਸਮਝਦਾ ਕਿ ਅੱਜ ਜੇਕਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਾ ਕਰ ਮੈਨੂੰ ਵੀ ਅਗਰ ਇਹ ਮੌਕਾ ਮਿਲਿਆ, ਮੈਂ ਇਹ ਚੀਜ਼ਾਂ ਰੇਸ ਕਰਦਾ ਪਿਆ। ਮੈਂ ਤੁਹਾਨੂੰ ਮੈਂ ਗੱਲ ਦੱਸਦਾ, ਮੈਂ ਬਿਲਕੁਲ ਜੋ ਗੱਲ ਕਹੀ ਮੈਂ ਤੁਹਾਨੂੰ ਇੱਕ ਅਲਫਾਜ਼ ਤੋਂ ਦੱਸਣ ਲੱਗਾ। ਆਹ ਗੱਲ ਹੋਈ ਜਦੋਂ, ਤਾਂ ਮੈਂ ਉਹਨੂੰ ਇਹ ਵੀ ਗੱਲ ਕਹੀ, ਮੈਂ ਕਿਹਾ ਫਿਰ ਆਹੀ ਤੇ ਰੋਣਾ ਹੈ ਜੀ। ਗੁੱਸਾ ਤੁਸੀਂ ਪੁੱਛਦੇ ਗੁੱਸਾ ਕਿਉਂ ਆਉਂਦਾ? ਗੁੱਸਾ ਇਸ ਲਈ ਤੇ ਆਉਂਦਾ ਹੈ ਜਿਸ ਬੰਦੇ ਨੇ ਇਸ ਭਾਰਤ ਨੂੰ ਵੱਢਣ ਦਾ ਕੰਮ ਕੀਤਾ, ਜਵਾਹਰ ਲਾਲ ਨਹਿਰੂ ਦਾ ਬੁੱਤ ਤੇ ਤੁਸੀਂ ਪਾਰਲੀਮੈਂਟ ਦੇ ਅੰਦਰ ਲਵਾ ਦਿੱਤਾ, ਤੇ ਜਿਸ ਮਾਸਟਰ ਤਾਰਾ ਸਿੰਘ ਨੇ ਸਭ ਕੁਝ ਗਵਾਤਾ, ਆਪਣਾ ਰੋੜ ਦਿੱਤਾ ਸਾਰਾ ਕੁਝ, ਉਹਦਾ ਬੁੱਤ ਵੀ ਨਹੀਂ ਲੱਗਣ ਦਿੱਤਾ, ਉਹ ਸੜਕ ਤੇ ਲੱਗਾ ਪਿਆ। ਫਿਰ ਮੈਂ ਕਿਹਾ ਗੁੱਸਾ ਤੇ ਆਉਣਾ ਸਿੱਖਾਂ ਨੂੰ ਜਾਇਜ਼ ਹੀ ਹੈ ਨਾ, ਕਿਉਂ ਗੁੱਸਾ ਆਉਂਦਾ ਵੀ ਤੇ ਪੁੱਛੋ ਨਾ। ਸੋ ਇਹ ਚੀਜ਼ਾਂ ਐਡਰੈਸ ਕਿਵੇਂ ਹੋਣਗੀਆਂ? ਐਡਰੈਸ ਵੀ ਤਾਂ ਹੀ ਹੋਣਗੀਆਂ ਜੇ ਆਪਾਂ ਇਸ਼ੂਜ਼ ਰੇਜ਼ ਕਰਾਂਗੇ, ਜੇ ਆਪਾਂ ਆਪਣੀ ਗੱਲ ਭਾਵਨਾ ਵਿਅਕਤ ਕਰਾਂਗੇ ਔਰ ਦੱਸਾਂਗੇ ਕਿ ਆਹ ਚੀਜ਼ਾਂ ਦੀ ਜ਼ਰੂਰਤ ਹੈ ਕਮਿਊਨਿਟੀ ਦੇ ਅੰਦਰ, ਕਿਉਂ ਕਿਹੜੀਆਂ ਲੋੜ ਨੇ, ਕਿਹੜੀਆਂ ਚੀਜ਼ਾਂ ਤੇ ਉਹਨਾਂ ਦੇ ਮਨ 'ਚ ਖਫਾ ਨੇ, ਕਿਉਂ 1947 ਤੋਂ ਲੈ ਕੇ ਹੁਣ ਤੱਕ ਜਿਹੜੇ ਇਸ਼ੂਜ਼ ਐਡਰੈਸ ਨਹੀਂ ਹੋ ਸਕੇ। ਉਹ ਕੋਈ ਤੇ ਜਾ ਕੇ ਗੱਲ ਕਰੇਗਾ ਤੇ ਕੋਈ ਤੁਹਾਨੂੰ ਐਡਰੈਸ ਕਰਾਉਣ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਸੀ। ਨਹੀਂ, ਇਹ ਗੱਲਾਂ ਇਹ ਤੁਹਾਡੀਆਂ ਹੋਈਆਂ ਸਿਰਸਾ ਸਾਹਿਬ, ਇਹ ਗੱਲਾਂ ਤੁਸੀਂ ਉਸ ਪਲੇਟਫਾਰਮ ਤੇ ਪਾਰਟੀ 'ਚ ਜਾਣ ਤੋਂ ਬਾਅਦ ਕੀਤੀਆਂ ਜਾਂ ਪਾਰਟੀ 'ਚ ਜਾਣ ਤੋਂ ਪਹਿਲਾਂ ਵੀ ਕਰਦੇ ਰਹੇ ਹੋ?
ਨਹੀਂ ਦੇਖੋ, ਉਸ ਪਾਰਟੀ ਤੇ ਜਾਣ ਤੋਂ ਪਹਿਲਾਂ ਤੇ ਮੇਰੇ ਨਾਲ ਉੱਥੇ ਕਿਸੇ ਨਾਲ ਗੱਲਬਾਤ ਹੋਣ ਦੀ ਕੋਈ ਮੇਰਾ ਤਾਂ ਐਸਾ ਲੈਵਲ ਹੀ ਨਹੀਂ ਹੈਗਾ ਸੀ ਕਿ ਮੈਂ ਇਹ ਗੱਲ 1 to 1 ਕਰ ਸਕਾਂ। ਮੀਟਿੰਗਾਂ ਦੇ ਦੌਰਾਨ ਕਦੀ ਨਾ ਕਦੀ ਐਡਰੈਸ ਹੁੰਦੀਆਂ ਰਹੀਆਂ, ਲੇਕਿਨ ਇਸ ਦੌਰਾਨ ਜਦੋਂ 24, 25, 26 ਤਰੀਕ ਦੇ ਆਸ-ਪਾਸ ਜਦੋਂ ਮੈਂ 3 ਵਾਰ ਮੁਲਾਕਾਤ ਹੋਈ ਆ, ਔਰ ਮੈਂ ਤਾਂ ਹੀ ਟੀਵੀ ਚੈਨਲ ਤੇ ਕਹਿ ਪਾ ਰਿਹਾ ਨਾ, ਅਗਰ ਮੈਂ ਕੀਤੀਆਂ ਹੋਣਗੀਆਂ ਤਾਂ ਮੈਂ ਟੀਵੀ ਚੈਨਲ ਤੇ ਬੇਬਾਕੀ ਨਾਲ ਕਹਿ ਰਿਹਾ, ਬਿਲਕੁਲ ਮੈਂ ਵੀ ਕੀਤੀਆਂ ਨੇ। ਔਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਇੱਕ ਵਾਕਿਆ ਦੇ ਦੌਰਾਨ ਜਦੋਂ ਮੈਂ ਇਹ ਗੱਲ ਰੇਜ਼ ਕੀਤੀ ਤੇ ਯਾਰ ਹਮੇ ਨਾ ਬਤਾਓ ਸਿਰਸਾ ਜੀ, ਹਮੇ ਪਤਾ ਯਾਰ ਮਾਸਟਰ ਤਾਰਾ ਸਿੰਘ ਜੀ ਦੀ ਗੱਲ ਜਿਹੜੀ ਆਈ ਆ, ਮੈਂ ਦੱਸਿਆ ਮੇਰੇ ਧਿਆਨ 'ਚ ਕਦੀ ਗੱਲ ਨਹੀਂ ਆਈ ਸੀ, ਜਿਹੜੀ ਮੈਂ ਦੱਸਿਆ ਪਠਾਨਕੋਟ ਦੇ ਰਸਤੇ ਵੱਲ, ਤੇ ਮੇਰੇ ਦਿਮਾਗ 'ਚ ਕਦੀ ਗੱਲ ਹੀ ਨਹੀਂ ਸੀਗੀ। ਇੰਨੀ ਗੱਲ ਜ਼ਰੂਰ ਯਾਦ ਰਹਿੰਦੀ ਸੀ ਵੀ ਪੰਜਾਬ ਨਹੀਂ ਬਚਦਾ ਸੀ, ਪਰ ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ। ਗੱਲ ਠੀਕ ਸੀਗਾ ਤੇ ਪਠਾਨਕੋਟ ਹੋਣਾ ਹੀ ਨਹੀਂ ਸੀਗਾ, ਰਸਤਾ ਹੀ ਨਹੀਂ ਹੋਣਾ ਸੀ, ਤੇ ਜੰਮੂ ਕਸ਼ਮੀਰ ਕਿੱਥੋਂ ਪਹੁੰਚਣਾ ਸੀ, ਉੱਡ ਕੇ ਜਾਣਾ ਸੀ। ਇਹ ਗੱਲ ਤੇ ਉਹਨਾਂ ਨੇ ਮੈਨੂੰ ਕਹੀ ਅੱਗੋਂ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ ਸਿਰਸਾ ਸਾਹਿਬ, ਕਿਹੜੇ ਮਸਲੇ ਆ ਤੁਹਾਡੇ ਹਿਸਾਬ ਨਾਲ ਜਿਹੜੇ ਸਿੱਖਾਂ ਦੇ ਬੜੇ ਪੁਰਾਣੇ ਇਸ ਵਕਤ ਮੋਦੀ ਸਾਹਿਬ ਦੇ ਜਾਂ ਤੁਹਾਡੀ ਪਾਰਟੀ ਬੀਜੇਪੀ ਦੇ ਮਨ 'ਚ ਹੈਗੇ ਨੇ ਕਿ ਵੀ ਆ ਅਸੀਂ ਹੱਲ ਕਰ ਦਿੱਤੇ ਆ ਅਸੀਂ ਇਸ ਟਾਈਮ ਫਰੇਮ ਤੱਕ ਹੱਲ ਕਰ ਦੇਣੇ? ਭਾਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਮੇਰੀਆਂ ਵੀ ਸੀਮਾਵਾਂ ਨੇ, ਮੈਂ ਵੀ ਇੱਕ ਪਾਰਟੀ ਦੇ ਅੰਦਰ ਹਾਂ, ਔਰ ਬੜੀਆਂ ਮਰਿਆਦਾ ਨੇ, ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਕਿਹਾ ਜਾ ਸਕਦਾ, ਬਹੁਤੀਆਂ ਨੂੰ ਤੁਸੀਂ ਜਾਣਦੇ ਹੋ ਵੀ ਸ਼ੇਅਰ ਨਹੀਂ ਕਰ ਸਕਦੇ। ਬਿਲਕੁਲ ਮੈਂ ਤਾਂ ਬਹੁਤ ਫੇਅਰ ਹਮੇਸ਼ਾ ਗੱਲ ਕਰਨ 'ਚ ਯਕੀਨ ਰੱਖਦਾ। ਜਿਹੜਾ ਪ੍ਰੋਗਰਾਮ ਸੀ, ਉਸ ਪ੍ਰੋਗਰਾਮ ਦੇ ਅੰਦਰ ਬਹੁਤ ਵੱਡੀ ਫੇਅਰ ਲਿਸਟ ਸੀਗੀ, ਜਿਹਦੇ ਅੰਦਰ ਆ ਵੀ ਜੋ ਅੱਜ ਕੀਤਾ ਗਿਆ ਹੈ। ਪਹਿਲਾਂ ਮੈਂ ਦੱਸਾਂ ਕਿ ਇਹਦੇ ਤੇ ਵੀ ਦੇਖੋ, ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਪਹਿਲਾਂ ਖੁਦ ਇਸ ਗੱਲ ਦੀ ਮੰਗ ਕਰਦੇ ਰਹੇ। ਮੈਂ 2017 ਤੋਂ ਇਹ ਮੁਹਿੰਮ ਚਲਾਉਣੀ ਸ਼ੁਰੂ ਕੀਤੀ ਸੀ ਕਿ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ। ਸਾਹਿਬਜ਼ਾਦਿਆਂ ਨੂੰ ਨਹੀਂ ਪਤਾ, ਲੋਕਾਂ ਨੂੰ ਸਾਹਿਬਜ਼ਾਦਿਆਂ ਦੇ ਬਾਰੇ 'ਚ, ਠੀਕ ਆ ਸਾਡੇ ਬੱਚਿਆਂ ਨੂੰ ਪਤਾ ਹੋ ਸਕਦਾ ਸਿੱਖ ਹੋਣ ਦੇ ਨਾਤੇ ਸੁਭਾਵਿਕ ਤੌਰ ਤੇ, ਪਰ ਇਹ ਰਿਐਲਿਟੀ ਇਹਨੂੰ ਐਡਮਿਟ ਕਰੀਏ। ਜਦੋਂ ਤਾਂ ਐਡਮਿਟ ਨਹੀਂ ਕਰਾਂਗੇ, ਮਾਸਟਰ ਤਾਰਾ ਸਿੰਘ ਜੀ ਕਿਆ ਕਰਦੇ ਸੀ, ਗਲਤੀ ਮੰਨ ਲਓ ਅੱਧੀ ਠੀਕ ਹੋ ਜੂਗੀ ਤੇ ਤਾਂ ਹੀ ਤੱਕ ਨਹੀਂ ਠੀਕ ਕਰਨ ਚੱਲੋਗੇ। ਐਡਮਿਟ ਕਰੀਏ, ਲੋਕਾਂ ਨੂੰ ਨਹੀਂ ਪਤਾ ਸੀਗਾ, ਔਰ ਇੱਕ ਐਸਾ ਵਾਜਬ ਤਰੀਕਾ ਸੀਗਾ ਜਿਹਦੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਸਕੇ, ਉਹ ਦਿਨ ਮਨਾਇਆ ਜਾ ਸਕੇ। ਅੱਜ ਇਹਦਾ ਨਾਮ ਰੱਖਿਆ ਗਿਆ ਹੈ ਜੋ ਵੀਰ ਬਾਲ ਦਿਵਸ। ਇਹਦਾ ਪਹਿਲੀ ਗੱਲ ਆ, ਇਹ ਨਾਮ ਆ, ਇੱਕ ਦਿਨ ਨੂੰ ਆਇਡੈਂਟੀਫਾਈ ਕੀਤਾ ਗਿਆ, ਇਸ ਨਾਮ ਨਾਲ ਮਨਾਉਣਾ ਇਹ ਦਿਨ, ਉਸ ਦਿਨ ਨੂੰ ਡੈਡੀਕੇਟ ਕੀਤਾ ਗਿਆ ਸਾਹਿਬਜ਼ਾਦਿਆਂ ਦੇ ਨਾਲ। ਹੁਣ ਮੈਂ ਦੇਖ ਰਿਹਾ ਸੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੇ ਸੀਗੇ ਕਿ ਨਹੀਂ ਜੀ ਇਹ ਵੀਰ ਬਾਲ ਦਿਵਸ ਨਹੀਂ, ਸਾਹਿਬਜ਼ਾਦੇ ਤੇ ਸਾਡੇ, ਅਸੀਂ ਉਹਨਾਂ ਨੂੰ ਕਹਿੰਦੇ ਆ ਬਾਬਾ ਜੋਰਾਵਰ ਸਿੰਘ ਕਹਿੰਦੇ ਆ। ਬਿਲਕੁਲ ਠੀਕ ਗੱਲ ਆ, ਪਰ ਉਹਨੂੰ ਬਾਲ ਨਹੀਂ ਕਹਿ ਰਹੇ, ਇਹ ਦਿਨ ਦਾ ਨਾਮ ਆ, ਉਹਨਾਂ ਦਾ ਨਾਮ ਨਹੀਂ ਹੈਗਾ। ਜਿਸ ਤਰ੍ਹਾਂ ਚਿਲਡਰਨ ਡੇ ਆ, ਜਵਾਹਰ ਲਾਲ ਨਹਿਰੂ ਦਾ ਨਾਮ ਤੇ ਜਵਾਹਰ ਲਾਲ ਨਹਿਰੂ ਦਾ ਹੈ, 70 ਸਾਲ 80 ਸਾਲ ਦੀ ਉਮਰ ਸੀ ਉਹਨਾਂ ਦੀ, ਕਿ ਉਹ ਚਿਲਡਰਨ ਬਣ ਗਏ? ਨਹੀਂ, ਚਿਲਡਰਨ ਡੇ ਉਸ ਦਿਨ ਦਾ ਨਾਮ ਆ। ਇਸੇ ਤਰ੍ਹਾਂ ਯੂਥ ਆ, ਰਵਿੰਦਰਨਾਥ ਟੈਗੋਰ ਕੋਈ ਯੂਥ ਨਹੀਂ ਹੈਗਾ, ਪਰ ਯੂਥ ਡੇ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ। ਇਸੇ ਤਰ੍ਹਾਂ ਹੈਲਥ ਡੇ ਕਿਸੇ ਨੂੰ ਡੈਡੀਕੇਟ ਕੀਤਾ ਜਾਂਦਾ ਹੈ। ਸੋ ਇਹ ਨਾਮ ਡੈਡੀਕੇਟ ਕੀਤਾ ਗਿਆ, ਨਾ ਕਿ ਉਹਨਾਂ ਦਾ ਨਾਮ ਰੱਖਿਆ ਗਿਆ। ਸੋ ਇਹ ਜਿਹੜੀ ਜਦੋਂ ਵੀ ਕੋਈ ਚੰਗਾ ਕੰਮ ਕਰਦਾ ਉਹਦੇ ਅੰਦਰ ਜਾਣ ਬੁੱਝ ਕੇ ਇਹਨੂੰ ਖਰਾਬੀ ਕਰਨ ਦੀ ਜਿਹੜੀ ਆਪਣੀ ਸੋਚ ਹੈ, ਇੱਕ ਤੇ ਉਹਨੂੰ ਰੋਕਣ ਦੀ ਲੋੜ ਆ। ਦੂਜੀ ਗੱਲ ਤੁਸੀਂ ਮੈਨੂੰ ਪੁੱਛਿਆ ਮੁੱਦੇ, ਦੇਖੋ ਆ ਵੀ ਮੇਰੀ ਗੱਲ, ਇਹਦੇ ਇਲਾਵਾ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਮਾਸਟਰ ਤਾਰਾ ਸਿੰਘ ਜੀ ਦੀ ਗੱਲ ਤੁਹਾਨੂੰ ਦੱਸ ਕੇ ਹਟਿਆ। ਇਸੇ ਤਰ੍ਹਾਂ ਜਗ੍ਹਾ ਡੋਂਗਮਾਰ ਗੁਰਦੁਆਰੇ ਦੀ ਜਗ੍ਹਾ ਦੀ ਗੱਲ ਬਹੁਤ ਇੰਪੋਰਟੈਂਟ ਆ। ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦੀ ਗੱਲ ਬਹੁਤ ਇੰਪੋਰਟੈਂਟ ਆ। ਸਿੱਕਿਮ ਦੇ ਸਿੱਖਾਂ ਨੂੰ, ਸਿੱਕਿਮ ਦੇ ਅੰਦਰ ਤੇ ਗਿਆਨ ਗੋਦੜੀ ਆਪਣਾ ਡੋਂਗਮਾਰ ਗੁਰਦੁਆਰਾ, ਮੇਘਾਲਿਆ ਸ਼ਿਲੌਂਗ ਦੇ ਜਿਹੜੇ ਸਿੱਖਾਂ ਦੀ ਜਗ੍ਹਾ ਦਾ ਬਹੁਤ ਵੱਡਾ ਇਸ਼ੂ ਆ। ਇਸੇ ਤਰ੍ਹਾਂ ਉੜੀਸਾ ਦੇ ਅੰਦਰ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਰਸਥਾਨ ਦੇ ਮਸਲਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਹੱਲ ਹੋ ਸਕਦੇ ਸੀ, ਜਿਵੇਂ ਬਾਰਡਰ ਦੀ ਜ਼ਮੀਨਾਂ ਦਾ ਸੀਗਾ, ਜਿਹੜੇ ਪੰਜਾਬ ਦੇ ਬਾਰਡਰ ਦੀ ਫੈਂਸਿੰਗ ਤੋਂ ਪਾਰ ਜ਼ਿਮੀਂਦਾਰ ਸੀ, ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ 'ਤੇ ਹੱਕ ਦਿਵਾਉਣ ਦੀ ਗੱਲ ਸੀ। ਸਭ ਤੋਂ ਇੰਪੋਰਟੈਂਟ ਧਰਮੀ ਫੌਜੀ 35 ਸਾਲ ਹੋ ਗਏ ਜਦੋਂ ਉਹਨਾਂ ਨੇ ਰੋਹ 'ਚ ਆ ਕੇ ਆਪਣੇ ਧਰਮ 'ਤੇ ਹਮਲਾ ਹੁੰਦਿਆਂ ਦੇਖ ਕੇ ਉਹਨਾਂ ਨੇ ਆਪਣੀਆਂ ਬੈਰਕਾਂ ਛੱਡ ਕੇ ਨਿਕਲੇ। ਉਹਨਾਂ ਨੂੰ ਕਦੀ ਨਹੀਂ ਕਿਸੇ ਨੇ ਉਹਨਾਂ ਦੀ ਗੱਲ ਸੁਣੀ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਵਾਪਸ ਦਿਵਾਉਣ ਦਾ ਮਸਲਾ ਸੀਗਾ। ਇਸੇ ਤਰ੍ਹਾਂ ਬੰਦੀ ਸਿੰਘ ਜਿਹੜੇ ਨੇ, ਜਿਨ੍ਹਾਂ ਦੀਆਂ ਉਮਰ ਕੈਦਾਂ ਹੋ ਚੁੱਕੀਆਂ ਨੇ, ਔਰ ਉਹ ਸੁਪਰੀਮ ਕੋਰਟ ਦਾ ਇੱਕ ਆਰਡਰ ਆ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਨਾਉਂਸਮੈਂਟ ਕੀਤੀ, ਉਸ ਨੂੰ ਵੀ ਲੈ ਕੇ ਕਿ ਹੁਣ ਮਸਲਾ ਹੱਲ ਸੁਪਰੀਮ ਕੋਰਟ ਤੋਂ ਕੇਸ ਹੋ ਚੁੱਕਿਆ, ਉਹਨਾਂ ਨੂੰ ਛੱਡਣ ਦੀ ਗੱਲ। ਸੋ ਅਨੇਕਾਂ ਨੇ ਇਸੇ ਤਰ੍ਹਾਂ ਪੰਜਾਬ ਨੂੰ ਲੈ ਕੇ, ਔਰ ਪੰਜਾਬ ਤੋਂ ਬਾਹਰ ਜਿਹੜੇ ਸਿਗਲੀ ਘਰ ਸਿੱਖ ਆ ਉਹਨਾਂ ਦੇ ਵਿਸ਼ੇ ਨੂੰ ਲੈ ਕੇ, ਤੇ ਬਹੁਤ ਸਾਰੀਆਂ ਗੱਲਾਂ ਮੈਂ ਉਹਨਾਂ ਨਾਲ ਡਿਸਕਸ ਕੀਤੀਆਂ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਯਾਰ ਅੱਗੇ ਵਧਣਾ ਪਊਗਾ ਨਾ। ਮੈਂ ਉਹਨਾਂ ਨੂੰ ਵੀ, ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ, ਜੇਕਰ ਤੁਸੀਂ ਵੀ ਫਰਾਗਦਿਲੀ ਦਿਖਾਓਗੇ, ਅੱਗੇ ਵਧੋਗੇ, ਤਾਂ ਹੀ ਤੁਸੀਂ ਕਮਿਊਨਿਟੀ ਦੇ ਇਸ ਦਿਲ ਨੂੰ ਜਿੱਤ ਪਾਓਗੇ। ਬਹੁਤ ਵੱਡੀ ਠੇਸ ਪਹੁੰਚੀ ਆ, ਕੋਈ ਠੇਸ ਇੱਕ ਦਿਨ ਦੀ ਨਹੀਂ ਹੈਗੀ, ਲੰਬੇ ਸਮੇਂ ਦੀ ਠੇਸ ਆ। ਔਰ ਇਸ ਠੇਸ ਜਿਹੜੀ ਪਹੁੰਚੀ ਆ, ਇਸ ਨੂੰ ਇੱਕ ਦੂਜੇ ਨਾਲ ਜੋੜ ਕੇ, ਸਿਰ ਜੋੜ ਕੇ ਅੱਗੇ ਵਧਿਆ ਜਾ ਸਕਦਾ। ਜੇ ਆਪਾਂ ਆਈਸੋਲੇਸ਼ਨ ਚਲੇ ਜਾਵਾਂਗੇ, ਇਕੱਲੇ ਹਰੇਕ ਨਾਲ ਲੜਨ ਦੀ ਗੱਲ ਕਰਾਂਗੇ, ਫਿਰ ਆਪਾਂ ਆਈਸੋਲੇਟਿਡ ਹੋ ਜਾਵਾਂਗੇ ਇਸ ਮੁਲਕ ਦੇ ਅੰਦਰ, ਜਿਹੜਾ ਕਿ ਸਾਡੇ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ। ਸਿਰਸਾ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਆ, ਇਹ ਲੋਕ ਮਨਾਂ ਦੇ ਵਿੱਚ, ਜਾਂ ਕਹਿ ਲਓ ਕਿ ਵੀ ਖਾਸ ਕਰਕੇ ਸਿੱਖ ਮਨਾਂ ਦੇ ਵਿੱਚ ਤਾਂ ਇਹ ਗੱਲਾਂ ਹੈਗੀਆਂ ਨੇ ਕਿ ਵੀ ਉਹ ਸਾਰੇ ਕੁਛ ਨੂੰ ਰੈਕਗਨਾਈਜ਼ ਕੀਤਾ ਜਾਣਾ ਚਾਹੀਦਾ। ਹੁਣ ਮੁਸ਼ਕਿਲ ਇੱਥੇ ਆ ਜਾਂਦੀ ਆ ਵੀ
ਜੇ ਸਿੱਖ ਕਮਿਊਨਿਟੀ ਹੈ ਤੇ ਸਿੱਖ ਕਮਿਊਨਿਟੀ ਦੀ ਲੀਡਰਸ਼ਿਪ ਕਿਹੜੀ ਹੋਵੇ, ਉਹਨਾਂ ਨੂੰ ਰਿਪਰੈਜ਼ੈਂਟ ਕੌਣ ਕਰੂਗਾ? ਤੁਹਾਡੇ ਵੀ ਧਿਆਨ 'ਚ ਹੋਣਾ, ਅੱਜ ਚੰਦ ਦਿਨ ਪਹਿਲਾਂ ਜਿਹੜਾ ਦਰਬਾਰ ਸਾਹਿਬ ਦੇ ਕੋਲ ਮੰਜੀ ਸਾਹਿਬ ਵਿਖੇ ਇੱਕ ਵੱਡਾ ਰੋਸ ਸਮਾਗਮ ਆਪਣੇ ਵੱਲੋਂ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉੱਥੇ ਜਥੇਦਾਰ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਕਿ ਵੀ ਇਸ ਵਕਤ ਜਿਹੜੇ ਗੁਰਧਾਮ ਨੇ ਉਹਨਾਂ ਗੁਰਧਾਮਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਇਨਡਾਇਰੈਕਟ ਵੇ ਨਾਲ ਤੁਸੀਂ ਵੀ ਸਮਝ ਗਏ ਹੋਣੇ ਕਿ ਬੀਜੇਪੀ ਵਾਲੇ ਪਾਸੇ ਉਹਨਾਂ ਦਾ ਇਸ਼ਾਰਾ ਸੀਗਾ। ਪਟਨਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ। ਕਿਤੇ ਇੱਦਾਂ ਤਾਂ ਨਹੀਂ ਕਿ ਹੁਣ ਜੇ ਤੁਸੀਂ ਬੀਜੇਪੀ ਦੇ ਵਿੱਚ ਰਹਿ ਕੇ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜਿਹੜੇ ਇੰਨੀ ਦੇਰ ਤੋਂ ਐਡਰੈਸ ਨਹੀਂ ਕੀਤੇ ਗਏ ਮਸਲੇ, ਆਪਾਂ ਉਹ ਸਾਰੇ ਮਸਲੇ ਹੱਲ ਕਰਵਾਉਣੇ ਆ, ਉਹ ਗੱਲ ਤੁਰਨ ਲੱਗੀ ਆ ਤੇ ਜਿਹੜੇ ਲੋਕਾਂ ਕੋਲੇ ਪਹਿਲਾਂ ਚਾਬੀਆਂ ਸੀਗੀਆਂ ਉਹ ਚਾਬੀਆਂ ਛੱਡਣਾ ਨਹੀਂ ਚਾਹੁੰਦੇ ਤੇ ਇਹ ਫਿਰ ਕੰਫਲਿਕਟ ਬਣ ਕੇ ਰਹਿ ਜਾਊਗਾ। ਬਹੁਤ ਸਹੀ ਗੱਲ ਕਹੀ ਤੁਸੀਂ। ਬਸ ਅਸਲੀ ਮੁੱਦਾ ਆ ਏ, ਪੰਥ ਨੂੰ ਕਦੀ ਖਤਰਾ ਨਹੀਂ ਹੋ ਸਕਦਾ। ਕਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਿਰਜੇ ਹੋਏ ਪੰਥ ਨੂੰ ਵੀ ਖਤਰਾ ਹੋ ਸਕਦਾ ਹੈ? ਉਹ ਯਾਰ ਪੰਥ ਨੂੰ ਖਤਰਾ ਨਹੀਂ ਹੈਗਾ ਤੇ ਕੁਰਸੀਆਂ ਨੂੰ ਖਤਰਾ ਹੈ। ਹੁਣ ਕੁਰਸੀਆਂ ਦਾ ਖਤਰਾ ਮਿੰਟੋ ਮਿੰਟੀ ਪੰਥ ਦਾ ਖਤਰਾ ਬਣ ਜਾਂਦਾ ਹੈ। ਯਾਰ ਮੈਨੂੰ ਇਸ ਗੱਲ ਤੇ ਬੜੀ ਹੈਰਾਨਗੀ ਆ। ਮੇਰਾ ਸਵਾਲ ਦਾ ਕੋਈ ਜਵਾਬ ਦੇ ਸਕੀ, ਜੇ ਤੁਸੀਂ ਵੀ ਦੇ ਸਕੋ ਤਾਂ ਜ਼ਰੂਰ ਦਿਓ ਜੀ। ਬਈ 2007 ਅੰਦਰ ਮੈਂ ਰਾਜਨੀਤੀ ਦੇ ਅੰਦਰ ਐਕਟਿਵ ਪੋਲਿਟਿਕਸ ਦਾ ਹਿੱਸਾ ਬਣਿਆ। ਪਹਿਲੀ ਇਲੈਕਸ਼ਨ ਲੜੀ ਬੀਜੇਪੀ ਦੇ ਸਿੰਬਲ ਤੋਂ ਅਕਾਲੀ ਦਲ ਵੱਲੋਂ, ਬੀਜੇਪੀ ਦੇ ਸਿੰਬਲ ਤੋਂ ਅਕਾਲੀ ਦਲ ਵੱਲੋਂ ਕਮਲ ਦੇ ਚੁਣਾਵ ਨਿਸ਼ਾਨ ਤੇ। ਫਿਰ ਦੂਜੀ ਇਲੈਕਸ਼ਨ ਲੜੀ 2008 ਅੰਦਰ ਐਮਐਲਏ ਦੀ ਕਮਲ ਦੇ ਨਿਸ਼ਾਨ ਤੇ ਅਕਾਲੀ ਦਲ ਵੱਲੋਂ। ਫਿਰ ਤੀਜੀ ਇਲੈਕਸ਼ਨ ਲੜੀ 2012 ਦੇ ਅੰਦਰ ਕਮਲ ਦੇ ਨਿਸ਼ਾਨ ਤੋਂ ਅਕਾਲੀ ਦਲ ਵੱਲੋਂ। ਫਿਰ ਐਮਐਲਏ ਬਣਿਆ ਅਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਬੀਜੇਪੀ ਦੇ ਅਲਾਇੰਸ ਨਾਲ। ਫਿਰ ਐਮਐਲਏ ਬਣਿਆ ਕਮਲ ਦੇ ਨਿਸ਼ਾਨ ਤੇ ਤੱਕੜੀ ਦੇ ਆਪਣੇ ਦੇ ਕਮਲ ਦੇ ਨਿਸ਼ਾਨ ਤੇ ਅਕਾਲੀ ਦਲ ਵੱਲੋਂ ਬੀਜੇਪੀ ਦੇ ਅਲਾਇੰਸ ਦੇ ਅੰਦਰ। ਅਕਾਲੀ ਦਲ ਦੇ ਅੰਦਰ ਰਹਿ ਕੇ ਜਨਰਲ ਸਕੱਤਰ ਵੀ ਰਿਹਾ, ਫਿਰ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਰਿਹਾ। ਕੋਈ ਖਤਰਾ ਨਹੀਂ ਹੋਇਆ ਕਿਸੇ ਤਰੀਕੇ ਦਾ ਵੀ, ਕੋਈ ਕੌਨਫਲਿਕਟ ਨਹੀਂ ਹੋਇਆ, ਕੋਈ ਪ੍ਰੋਬਲਮ ਨਹੀਂ ਆਈ। ਜੇਕਰ ਮੈਂ ਛੱਡ ਕੇ ਗੁਰਦੁਆਰਾ ਕਮੇਟੀ ਕਿ ਨਹੀਂ ਤੁਸੀਂ ਇਹਨੂੰ ਸੰਭਾਲੋ, ਮੈਂ ਚਾਹੁੰਦਾ ਕਿ ਜਿਹੜੇ ਮਸਲੇ ਅੱਜ ਲੜਾਈਆਂ ਖੜੇ ਹੋਏ, ਮੈਂ ਤੁਹਾਨੂੰ ਦੋ ਤੁਹਾਨੂੰ ਇੰਸਟੈਂਸ ਦੱਸਦਾ। ਮੇਰੇ ਫੋਨ 'ਚ ਆ, ਮੈਂ ਉਸ ਵੇਲੇ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਇੱਕ ਤੁਹਾਡੇ ਫੋਨ ਇਹ ਲੋਕ ਸੁਣ ਰਹੇ ਹੋਣਗੇ ਤੁਹਾਡੇ ਵੀ ਸਾਰੇ ਇਸ ਵੇਲੇ, ਔਰ ਉਹ ਵੀ ਜ਼ਰੂਰ ਐਪਰੀਸ਼ੀਏਟ ਕਰਨਗੇ। ਪਿਛਲੇ ਦਿਨਾਂ ਦੇ ਅੰਦਰ USA ਤੋਂ ਤਿੰਨ ਲੋਕ ਆਏ ਜਿਨ੍ਹਾਂ ਦਾ ਨਾਮ ਆ ਸਰਦਾਰਨੀ ਜੋਗਿੰਦਰ ਕੌਰ ਜੀ, ਸਰਦਾਰ ਕੁਲਵੰਤ ਸਿੰਘ ਜੀ ਤੇ ਸਰਦਾਰ ਭਾਗ ਸਿੰਘ ਜੀ। ਇਹ ਚਲੇ ਗਏ ਪਾਕਿਸਤਾਨ। ਇਹਨਾਂ ਨੇ ਪਰਮਿਸ਼ਨ ਲੈ ਕੇ ਦਰਸ਼ਨ ਕਰਨ ਪਾਕਿਸਤਾਨ ਚਲੇ ਗਏ। ਉਦੋਂ ਬਾਅਦ ਇੰਡੀਆ ਵੜਨ ਦੀ ਪਰਮਿਸ਼ਨ ਨਹੀਂ ਸੀਗੀ। 10 ਦਿਨ ਤੋਂ ਉੱਥੇ ਬੈਠੇ ਸੀਗੇ। ਮੈਨੂੰ ਹੁਣ ਸ਼ਹਿਰ ਤੇ ਪਤਾ ਨਹੀਂ ਅਮਰੀਕਾ ਦੇ ਗੁਰਦੁਆਰੇ ਦੇ ਸਕੱਤਰ ਸਾਹਿਬ ਦਾ ਜਾਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਦਾ ਫੋਨ ਆਇਆ, ਪਹਿਲਾਂ ਇਹਨਾਂ ਦਾ ਵੀ ਮੈਨੂੰ ਫੋਨ ਆਇਆ। ਮੈਂ ਕਿਹਾ ਭਾਜੀ 1 ਦਿਨ ਦਾ ਟਾਈਮ ਦਿਓ ਮੈਨੂੰ ਬਸ। ਮੈਂ ਬਿਲਕੁਲ ਦੱਸ ਰਿਹਾ, ਗ੍ਰਹਿ ਸਚਿਵ ਜਿਹੜੇ ਮੇਰੇ ਦੇਸ਼ ਦੇ ਗ੍ਰਹਿ ਸਚਿਵ ਨੂੰ ਜਾ ਕੇ ਉਸਲੇ ਕਾਗਜ਼ ਦਿੱਤਾ, ਯਾਰ ਅੱਜ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਪੁੱਛਿਓ ਜੇ ਸਰਦਾਰ ਕੁਲਵੰਤ ਸਿੰਘ ਅਗਰ ਇਹ ਕਹਿ ਦੇਣ ਮੇਰੀ ਗੱਲ ਗਲਤ ਹੈ, ਸਰਦਾਰਨੀ ਸਾਹਿਬ ਜੋਗਿੰਦਰ ਕੌਰ ਕਹਿ ਦੇਣ ਅਗਰ ਇਹ ਗੱਲ ਗਲਤ ਆ, ਬਾਰਡਰ ਖੋਲ ਕੇ ਬਿਨਾਂ ਪਰਮਿਸ਼ਨ ਦੇ ਉਹਨਾਂ ਨੇ ਲੰਘਾਇਆ ਉਸੇ ਵੇਲੇ ਉਹਨਾਂ ਨੂੰ ਬਾਰਡਰ ਖੋਲ ਕੇ। ਕੱਲ੍ਹ ਤੁਹਾਡੇ ਕੈਨੇਡਾ ਦੇ ਵੀ ਇੱਕ ਬੱਚੇ ਦੀ ਇਸੇ ਤਰ੍ਹਾਂ ਦੁਰਘਟਨਾ ਹੋਈ, ਬਹੁਤ ਮੰਦਭਾਗੀ ਸੀ, ਬਹੁਤ ਅਫਸੋਸ ਹੋਇਆ, ਪਰ ਬੋਡੀ ਨਹੀਂ ਆ ਰਹੀ ਸੀ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਸਰਕਾਰ ਦਾ ਹਿੱਸਾ ਹੋਵਾਂਗੇ, ਅਫਗਾਨਿਸਤਾਨ ਤੋਂ ਸਿੱਖ ਲਿਆਉਣੇ ਸੀ। ਮੇਰਾ ਇਹਨਾਂ ਨਾਲ ਸੰਪਰਕ ਕਿੱਥੋਂ ਬਣਿਆ? ਅਫਗਾਨਿਸਤਾਨ ਤੋਂ ਸਿੱਖ ਆਉਣੇ ਸੀ। ਅੱਜ ਉਹ ਸਿੱਖ ਇੱਥੇ ਨੇ, ਇੰਡੀਆ 'ਚ ਨੇ। ਉਹਨਾਂ ਦੀ ਵੀਡੀਓ ਲੈ ਕੇ ਕਹਿ ਦੇਣਾ ਕਰੋ ਮੈਂ ਗਲਤ ਕਹਿ ਰਿਹਾ ਤੇ ਦੱਸਣ ਆ ਕੇ ਟੀਵੀ ਤੇ ਮੈਂ ਗਲਤ ਕਹਿ ਰਿਹਾ। ਮੈਨੂੰ ਰੋਜ਼ ਫੋਨ ਕਰਦੇ ਸੀਗੇ, ਮਿੰਤਾਂ ਤਰਲੇ ਵਾਲੀ ਗੱਲ ਕਰਦੇ ਸੀ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ ਪਿਆ, ਸਿਰਸਾ ਜੀ ਸਾਨੂੰ ਭਾਰਤ ਲੈ ਆਓ ਯਾਰ, ਇੰਡੀਆ 'ਚ ਲੈ ਆਓ ਕਿਸੇ ਤਰੀਕੇ। ਮੈਂ ਵੀ ਕੋਸ਼ਿਸ਼ ਕਰਦਾ ਸੀ, ਮੇਰੀ ਵੀ ਕੋਈ ਬਾਂਹ ਨਹੀਂ ਫੜਦਾ ਸੀਗਾ। ਅਲਟੀਮੇਟਲੀ ਇੱਕ ਦਿਨ ਮੇਰੀ ਗ੍ਰਹਿ ਮੰਤਰੀ ਨੇ ਫੋਨ ਸਵੇਰੇ ਆ ਗਿਆ, ਉਹਨੇ ਮੇਰੇ ਨਾਲ ਗੱਲ ਸੁਣੀ, ਮੈਨੂੰ ਕਹਿੰਦਾ ਆ ਜਾਓ 10:30 ਵਜੇ। ਮੈਂ ਗਿਆ, ਮੈਂ ਕਿਹਾ ਜੀ ਕੋਈ ਜਾਨੀ ਨੁਕਸਾਨ ਹੋ ਜਾਊਗਾ। ਕਹਿੰਦਾ नहीं होने देंगे यार सिरसा जी, आप क्यों चिंता कर रहे हो? मैं कह रहा हूँ ना आपको, अरे उनको वीज़ा नहीं देंगे, आप चिंता ना करो, जहाज में लेके आएंगे उनको। मैंने कहा यार फिर यही तो असं कहने, फिर यही तो गल है, जो तुम इन्ना ही कर दो तो करेंगे ना भाई, क्यों नहीं करेंगे, हम क्यों नहीं करेंगे। इतों मेरी उन्होंने गलबात शुरू हुई। पर जे असीं डायलॉग ही नहीं करांगे, अज बाकियां नूं प्रॉब्लम होण लग पई, पार्टियां नूं पंथ नूं खतरा हो गया। मैं जदर अकाल तख्त साहब साडे बड़े सन्मानित शख्सियत ने, मैं उन्हां दे प्रति अल्फाज बोलण दी हैसियत नहीं रखता, क्योंकि आखिरकार कौम की नुमाइंदगी उन्होंने दित्ती हुई आपां लोगों ने। पर मैं उन्होंने जरूर एक हत्थ बन के बेनती करदा, जथेदार साहब तुहाडा अहुदा प्रधानमंत्री तो उच्चा है। मैं तुहानूं कह रहा टीवी चैनल ते जिहड़ा बीजेपी च रह रहा है, वो भी बंदा कह रहा प्रधानमंत्री तो उच्चा अहुदा है। पर जो प्रधानमंत्री तो उच्चा अहुदा तो फिर उसकी गरिमा भी तो एडी उच्ची होनी चाहिए है ना। ये तो नहीं है ना कि तुसीं एक पार्टी की तर्जमानी करो, एक पार्टी वास्ते तुसीं गल करो, एक पार्टी की हामी भरो। ये तो फिर मैनूं लगदा जस्टिफाइड नहीं हैगा। ये ਜਿਹੜਾ ਪੰਥ ਨੂੰ ਖਤਰਾ ਹੈ ਨਾ, ਇਹ ਪੰਥ ਨੂੰ ਖਤਰਾ ਉਦੋਂ ਨਾ ਲਿਆਇਆ ਕਰੋ ਜਦੋਂ ਕੁਰਸੀਆਂ ਨੂੰ ਖਤਰਾ ਹੋ ਜਾਂਦਾ ਹੈ। ਆਹ ਦੇਖ ਲਿਓ ਜੇ 15 ਤਰੀਕ 14 ਨੂੰ 14 ਫਰਵਰੀ ਨੂੰ ਇਲੈਕਸ਼ਨ ਖਤਮ ਹੋਣੀ, 15 ਨੂੰ ਪੰਥ ਨੂੰ ਖਤਰਾ ਖਤਮ ਹੋ ਜਾਣਾ, ਦੇਖ ਲਿਓ ਜੀ। ਸਿਰਸਾ ਸਾਹਿਬ ਚਲੋ ਤੁਹਾਡੇ ਵਾਲੀ ਸਿਆਸਤ ਤੇ ਆਉਂਦੇ ਆ। ਇੰਨਾ ਚਿਰ ਤੁਸੀਂ ਅਕਾਲੀ ਦਲ 'ਚ ਰਹੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸਿਰੇ ਵਾਲੀ ਆ, ਉਹਦੇ ਮੇਰਾ ਖਿਆਲ ਜੇ ਕੋਈ ਸਭ ਤੋਂ ਨੇੜੇ ਲੀਡਰ ਰਿਹਾ ਹੋਵੇ ਤੇ ਤੁਹਾਡਾ ਨਾਂ ਆਉਂਦਾ ਉਹਦੇ 'ਚ। ਤੁਸੀਂ ਤੇ ਪਰਸਨਲੀ ਜਾਣਦੇ ਹੋਵੋਗੇ ਉਹਨਾਂ ਨੂੰ,
ਤੁਸੀਂ ਆਪਣੇ ਤੌਰ ਤੇ ਵੀ ਤੇ ਹੁਣ ਸੰਪਰਕ ਕਰਕੇ ਉਹਨਾਂ ਨੂੰ ਕਹਿ ਹੀ ਸਕਦੇ ਹੋ ਕਿ ਯਾਰ ਕਿਉਂ ਆਪਾਂ ਮਸਲਾ ਦੁਬਾਰਾ ਵਿਗਾੜਦੇ ਹਾਂ, ਜਦੋਂ ਹੁਣ ਆਪਣਾ ਹੱਥ ਪੈਂਦਾ ਤੇ ਆਪਾਂ ਉਹ ਇੰਨੀ ਦੇਰ ਤੋਂ ਲਟਕਦੇ ਮਸਲੇ ਹੱਲ ਕਰਾ ਲਈਏ। ਹੋਈ ਨਹੀਂ ਕਦੀ ਗੱਲ ਹੁਣ ਦੁਬਾਰਾ? ਨਹੀਂ ਭਾਜੀ, ਮੇਰੀ ਨਹੀਂ ਹੋਈ। ਮੈਂ ਦੇਖੋ, ਪਹਿਲੀ ਗੱਲ ਮੈਂ ਦੱਸਾਂ, ਕੋਈ ਅਕਾਲੀ ਦਲ ਨੇ ਮੈਂ ਤੁਹਾਨੂੰ ਕਹਾਂ ਮੇਰੇ ਨਾਲ ਮਾੜਾ ਕੰਮ ਕੀਤਾ ਸੀ ਨਾ। ਦੇਖੋ ਉੱਥੇ ਰਹਿ ਕੇ ਮੈਂ ਬਹੁਤ ਆਪਣੀ ਆਵਾਜ਼ ਬੁਲੰਦ ਕਰਦਾ ਸੀ। ਸ਼ਾਇਦ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਨੈਸ਼ਨਲ ਤੁਹਾਡੇ ਟੀਵੀ ਚੈਨਲ ਤੇ ਇੰਟਰਨੈਸ਼ਨਲ ਟੀਵੀ ਚੈਨਲ ਆਏ, ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਪਾਰਟੀ ਦੇ ਅੰਦਰ ਮੇਰੀ ਬਹੁਤ ਲੋਕ ਵਿਰੋਧਤਾ ਕਰਦੇ ਸੀ, ਬਹੁਤ ਸੀਨੀਅਰ ਲੋਕ ਵਿਰੋਧਤਾ ਕਰਦੇ ਸੀਗੇ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੇਰੀ ਕਦੀ ਵੀ ਵਿਰੋਧਤਾ ਨਹੀਂ ਹੋਣ ਦਿੱਤੀ ਸੀ। ਉਹ ਕਹਿੰਦੇ ਸੀ ਮੈਂ ਕਿਹਾ ਸਿਰਸੇ ਨੂੰ ਕਰਨ ਵਾਸਤੇ ਕਰੂਗਾ ਇਹ। ਸੋ ਉਹਨਾਂ ਨੇ ਮੈਨੂੰ ਬਹੁਤ ਕੰਮ ਕਰਨ ਦਾ ਮੌਕਾ ਦਿੱਤਾ, ਤਾਂ ਹੀ ਮੈਂ ਕੰਮ ਕਰਕੇ ਇੱਥੋਂ ਤੱਕ ਪਹੁੰਚ ਸਕਿਆ। ਲੇਕਿਨ ਅੱਜ ਇੱਕ ਜਿਹੜੀ ਵੱਡਾ ਚੈਲੰਜ ਆ ਉਹ ਇਹ ਆ, ਉਹ ਇੱਕ ਖੇਤਰੀ ਪਾਰਟੀ ਤੋਂ ਅੱਗੇ ਨਹੀਂ ਜਾਣਾ ਚਾਹ ਰਹੇ। ਉਹਨਾਂ ਦੇ ਵਾਸਤੇ ਉਹਨਾਂ ਨੂੰ ਪੰਜਾਬ ਦੇ ਮੁੱਦੇ ਇਸ ਕਰਕੇ ਉਹਨਾਂ ਲਈ ਇੰਪੋਰਟੈਂਸ ਰੱਖਦੇ ਨੇ ਕਿਉਂਕਿ ਪੰਜਾਬ 'ਚ ਸੱਤਾ ਹਾਸਲ ਕੀਤੀ ਜਾ ਸਕਦੀ ਹੈ, ਮੁੱਖ ਮੰਤਰੀ ਬਣਿਆ ਜਾ ਸਕਦਾ ਹੈ। ਪੰਜਾਬ ਤੋਂ ਬਾਹਰ ਮੁੱਖ ਮੰਤਰੀ ਜਾਂ ਮੰਤਰੀ ਨਹੀਂ ਬਣਿਆ ਜਾ ਸਕਦਾ। ਇਸ ਕਰਕੇ ਮੈਂ ਇਹ ਮੰਨਦਾ ਹਾਂ ਕਿ ਅਗਰ ਦੇਸ਼ ਦੇ ਸਿੱਖਾਂ ਦੀ ਲੋੜ ਜਦੋਂ ਪੈਂਦੀ ਆ ਨਾ, ਹੁਣ ਮੈਨੂੰ ਲੋੜ ਪਈ, ਮੈਂ ਇੱਥੇ ਬਹਿ ਕੇ ਕਹਿ ਦਿੱਤਾ, ਮੈਂ ਫੋਨ ਕੀਤਾ ਮੇਘਾਲਿਆ ਦੇ ਸਿੱਖਾਂ ਨੂੰ, ਮੈਂ ਤੁਹਾਡੇ ਟੀਵੀ ਚੈਨਲ ਤੇ ਕਹਿ ਰਿਹਾ, ਸ਼ਿਲੌਂਗ ਦੇ ਸਿੱਖਾਂ ਨੂੰ ਤੁਹਾਡੇ ਸਾਹਮਣੇ ਕਹਿ ਰਿਹਾ, ਗੁਰਜੀਤ ਸਿੰਘ ਜੀ ਬਿਲਕੁਲ ਨਿਸ਼ਚਿੰਤ ਹੋ ਜਾਓ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ, ਤੁਹਾਨੂੰ ਕੋਈ ਅਜਾੜ ਨਹੀਂ ਸਕਦਾ। ਮੈਂ ਜ਼ਿੰਮੇਵਾਰੀ ਲੈ ਕੇ ਕਹਿ ਰਿਹਾ ਔਰ ਤੁਹਾਡੇ ਚੈਨਲ ਤੇ ਕਹਿ ਰਿਹਾ, ਬਿਲਕੁਲ ਨਹੀਂ ਹੱਥ ਲਾਉਣ ਦਿਆਂਗੇ ਕਿਉਂਕਿ ਮੇਰੀ ਗੱਲ ਸੁਣਦੇ ਆ ਬਈ। ਅੱਜ ਮੈਂ ਉਹਨਾਂ ਕੋਲ ਜਾ ਕੇ ਗੱਲ ਕਰ ਸਕਦਾ। ਮੈਂ ਦੱਸਿਆ, ਕਹਿੰਦੇ ਨਹੀਂ ਉੱਜੜਨੇ ਦੇਂਗੇ ਜੀ। ਸਿਰਸਾ ਜੀ ਕੀ ਬਾਤ ਕਰ ਰਹੇ ਹੋ? ਮੁੱਖ ਮੰਤਰੀ ਨਾਲ ਵੀ ਗੱਲ ਕੀਤੀ, ਗਵਰਨਰ ਨਾਲ ਵੀ ਗੱਲ ਕੀਤੀ, तुरंत किया कि जब भी सिरसा आना चाहिए इसको टाइम देना है और बिल्कुल यहाँ से किसी को हिलने नहीं देना। मैं गुरजीत ਨੂੰ ਕਿਹਾ ਯਾਰ ਤੁਸੀਂ ਆਪਣਾ ਫੈਸਲਾ ਕਰ ਲਓ, ਕਿੰਨੇ ਮਕਾਨ ਕੀ ਕਰਨਾ ਤੁਸੀਂ ਦੇਖੋ, ਤੁਹਾਨੂੰ ਕੋਈ ਛੇੜ ਨਹੀਂ ਸਕਦਾ। ਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਆ ਕਾਰਨ ਸੀਗਾ ਕਿ ਜਦੋਂ ਤੱਕ ਅਗਰ ਖਾਲੀ ਕੌਨਫਲਿਕਟ 'ਚ ਰਵਾਂਗੇ, ਝਗੜੇ 'ਚ ਰਵਾਂਗੇ, ਫਿਰ ਮਸਲੇ ਹੱਲ ਨਹੀਂ ਹੁੰਦੇ। ਇਕੱਲੇ ਲੜੀ ਜੋ ਤੇ ਢੋਲ ਵਜਾਈ ਜੋ, ਤੁਹਾਡੀ ਨਹੀਂ ਕੋਈ ਸੁਣਦਾ। ਤੇ ਸੁਣਾਉਣ ਵਾਸਤੇ ਕੋਈ ਸਾਹਮਣੇ ਹੋਣਾ ਚਾਹੀਦਾ। ਕਿਸੇ ਦੇ ਕੋਲ ਜਾਓਗੇ ਤੇ ਸੁਣਾਓਗੇ ਜੀ। ਸਿਰਸਾ ਸਾਹਿਬ, ਜਿਹੜਾ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਵਾਲਾ ਮਸਲਾ, ਉਹ ਕੀ ਰੇੜਕਾ ਜੀ, ਉਹ ਕਿੱਥੇ ਪਹੁੰਚੀ ਗੱਲ? ਕਿਉਂਕਿ ਜਿਸ ਹਿਸਾਬ ਨਾਲ ਉਹਦੀਆਂ ਖਬਰਾਂ ਆਉਂਦੀਆਂ ਨੇ, ਉਹ ਇੰਨੇ ਮੇਰੀ ਬੇਨਤੀ ਸੁਣਿਓ, ਲੋਕਾਂ ਨੂੰ ਥੋੜਾ ਜਿਹਾ ਕਲੀਅਰ ਕਰ ਦਿਓ ਵੀ ਸਟੇਟਸ ਮੈਂ ਕਲੀਅਰ ਕਰ ਦਿੰਦਾ। ਮੈਂ 1 ਦਸੰਬਰ ਨੂੰ ਰਿਜ਼ਾਈਨ ਕਰ ਦਿੱਤਾ। ਰਿਜ਼ਾਈਨ ਕਰਨ ਤੋਂ ਬਾਅਦ ਮੇਰਾ ਰਿਜ਼ਾਈਨ ਐਕਸੈਪਟ ਨਹੀਂ ਹੋ ਸਕਦਾ ਸੀ ਕਿਉਂਕਿ ਜਰਨਲ ਹਾਊਸ ਹੈ ਨਹੀਂਗਾ। ਮਤਲਬ ਜਰਨਲ ਹਾਊਸ ਮਤਲਬ ਕਮੇਟੀ ਦੇ ਜਿਹੜੇ ਨਵੇਂ ਚੁਣੇ ਮੈਂਬਰ ਨੇ ਉਹਨਾਂ ਦੀ ਓਥ ਨਹੀਂ ਹੋਈ। ਨਵੇਂ ਦੀ ਜਿਹੜੇ ਪੁਰਾਣੇ ਨੇ ਉਹ 25/8/2021 ਨੂੰ ਉਹਨਾਂ ਦੀ ਟਰਮ ਖਤਮ ਹੋ ਗਈ। ਹੁਣ ਸਿਰਫ ਐਗਜ਼ੈਕਟਿਵ ਦੇ 15 ਲੋਕ ਜਿਹੜੇ ਉਹ ਗਵਰਨਰ ਨੇ ਸਾਡੀ ਐਕਸਟੈਂਸ਼ਨ ਕੀਤੀ ਆ। ਪਰ ਮੈਂ ਕਿਉਂਕਿ ਰਿਜ਼ਾਈਨ ਕਰਤਾ, ਮੈਂ ਕਿਹਾ ਮੈਂ ਡੇ ਟੂ ਡੇ ਕੋਈ ਕੰਮ ਨਹੀਂ ਕਰਨਾ। ਮੇਰੇ ਜਿੱਥੇ ਸਾਈਨ ਦੀ ਲੋੜ ਹੋ ਮੇਰੇ ਤੋਂ ਪੇਪਰ ਸਾਈਨ ਕਰਾ ਲਿਆ ਕਰੋ। ਇੱਕ ਬੈਂਕਾਂ 'ਚ ਪ੍ਰੋਬਲਮ ਆਈ ਤੇ ਮੈਂ ਬੈਂਕਾਂ ਨੂੰ ਚਿੱਠੀ ਲਿਖ ਕੇ ਭੇਜੀ ਕਿ ਮੈਂ ਆਪਣਾ ਉਹਨਾਂ ਕਿਹਾ ਜੀ ਕਿ ਇਹ ਨਹੀਂ ਪਾਸ ਹੋ ਸਕਦਾ ਔਰ ਖਾਸ ਤੌਰ ਤੇ ਉਹਦੇ ਅੰਦਰ ਪ੍ਰੋਬਲਮ ਆ ਰਹੀ ਸੀ GST ਅੰਦਰ। ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਮੈਂ ਆਪਣੀ ਚਿੱਠੀ ਤੁਹਾਨੂੰ ਲਿਖ ਕੇ ਭੇਜ ਦਿੰਦਾ। ਮੈਂ ਅੱਜ ਵੀ ਡੇ ਟੂ ਡੇ ਮੇਰਾ ਕੋਈ ਵਾਸਤਾ ਨਹੀਂ, ਮੈਂ ਨਾ ਹੀ ਕੋਈ ਡੇ ਟੂ ਡੇ, ਮੈਨੂੰ ਜੋ ਸਾਈਨ ਅੱਜ ਵੀ ਮੈਂ ਹੀ ਪ੍ਰਧਾਨ ਆ। ਪਹਿਲਾਂ ਇਹ ਸਮਝ ਲਓ, ਪਹਿਲਾਂ ਵੀ ਮੈਂ ਹੀ ਸੀ। ਜਿੱਦਣ ਪਿੱਛੇ ਰੌਲਾ ਪਾਉਂਦੇ ਪਏ ਸੀ ਮੈਂ ਉਦੋਂ ਮੈਨੂੰ ਕਿਹਾ ਯਾਰ ਕਿਉਂ ਤੁਸੀਂ ਆਪਣੀ ਕਮਿਊਨਿਟੀ ਦੀ ਕਿਉਂ ਤੁਸੀਂ ਮਜ਼ਾਕ ਉਡਵਾਉਂਦੇ ਜੇ? ਅਰੇ ਬਈ ਨਾ ਮੈਂ ਲੈਣਾ ਹੈ, ਨਾ ਮੈਂ ਬਹਿਣਾ ਹੈ, ਨਾ ਮੈਂ ਜਦੋਂ ਮੈਂਬਰੀ ਛੱਡਤੀ, ਮੈਂ ਮੈਂਬਰੀ ਤੋਂ ਹੀ ਰਿਜ਼ਾਈਨ ਦੇ ਕੇ ਕੋਰਟ ਤੋਂ ਛੱਡ ਦਿੱਤੀ, ਨਾ ਮੈਂ ਦੁਬਾਰਾ ਆਉਣਾ ਹੈ। ਤੇ ਤੁਸੀਂ ਇਹ ਜਿਹੜਾ ਕੰਮ ਬੜੇ ਛੋਟੇ ਕੰਮਾਂ ਤੇ ਉਤਰੇ ਹੋਏ ਜੇ। ਆਖਰਕਾਰ ਮੈਂ ਉਸ ਕਮੇਟੀ ਦੇ ਅੰਦਰ ਇੰਨੇ ਸਾਲ ਕੰਮ ਕੀਤਾ, ਇਹ ਕਦੇ ਨਹੀਂ ਹੋ ਸਕਦਾ ਕਿ ਮੈਂ ਛੋਟਾ ਜਿਹਾ ਵੀ ਨੁਕਸਾਨ ਹੋਣ ਦੇਵਾਂਗਾ। ਹੁਣ ਅੱਜ ਵੀ ਉਹ ਸਟੇਟਸ ਆ, ਹੁਣ ਵੀ ਮੈਂ ਹੀ ਸਾਰੇ ਕਾਗਜ਼ ਸਾਈਨ ਕਰਦਾ। ਪਤਾ ਨਹੀਂ ਕਿਉਂ ਇਹਨਾਂ ਨੇ ਉਸ ਇਸ਼ੂ ਨੂੰ ਜ਼ਬਰਦਸਤੀ ਰਾਜਨੀਤਿਕ ਤੌਰ ਦੇ ਉੱਤੇ ਕਿ BJP ਨੂੰ ਬਲੇਮ ਕੀਤਾ ਜਾ ਸਕਦਾ, ਸਿਰਸੇ ਨੂੰ ਇਸ ਲਈ ਬਲੇਮ ਕੀਤਾ ਜਾ ਸਕਦਾ। ਇਹ ਤੇ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਹੈਗੀ। ਅੱਛਾ, ਇੱਕ ਗੱਲ ਦੱਸੋ ਸਿਰਸਾ ਸਾਹਿਬ, BJP ਜਾਂ RSS ਸ਼ਬਦ ਵੀ ਆਪਾਂ ਚਲੋ ਵਰਤ ਲੈਂਦੇ ਕਿਉਂਕਿ ਤੁਹਾਡੇ ਵਿਰੋਧੀ ਵਰਤਦੇ ਨੇ। ਉਹ ਚਾਹੁੰਦੀ ਹੈ ਜੀ ਵੀ ਗੁਰਧਾਮਾਂ ਤੇ ਅਸੀਂ ਕਬਜ਼ਾ ਕਰ ਲਈਏ। ਇਹ ਕਬਜ਼ਾ ਸ਼ਬਦ ਵੀ ਸਹੀ ਹੈ? ਨਾਲ ਹੀ ਦੱਸਿਓ। ਕਰ ਸਕਦੇ ਆ। ਨਹੀਂ, ਮੈਂ ਤਾਂ ਹੀ ਤਾਂ ਤੁਹਾਨੂੰ ਪੁੱਛ ਰਿਹਾ ਜੀ, ਤੁਹਾਨੂੰ ਲੱਗਦਾ ਵੀ ਉਹ ਕਰ ਸਕਦੇ? ਬਸ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਹਿਤਾ ਪੰਥ ਨੂੰ ਖਤਰਾ, ਬਸ ਇਸੇ ਤਰ੍ਹਾਂ ਕਬਜ਼ਾ। ਮਤਲਬ ਵਰਡ ਹੀ ਕਿਹੋ ਜਿਹੇ ਕੱਢ ਕੇ ਰੱਖ ਦਿੱਤੇ ਆ ਯਾਰ, ਵਰਡ ਹੀ ਕਿਹੋ ਜਿਹੇ ਕੱਢ ਕੇ ਰੱਖਤੇ। ਮਤਲਬ ਹੱਦ ਹੋ ਗਈ। ਜੇ ਤੁਸੀਂ ਨਾਲ ਜੇ ਸਭ ਕੁਝ ਠੀਕ ਆ, ਤੁਸੀਂ ਕੈਨੇਡਾ 'ਚ ਬੈਠੇ ਜੇ, ਅਮਰੀਕਾ 'ਚ ਬੈਠੇ ਜੇ, ਸਰਕਾਰਾਂ ਕੋਲ ਜਾਂਦੇ ਜੇ, MPਆਂ ਕੋਲ ਜਾਂਦੇ ਜੇ, ਮਿਨਿਸਟਰਾਂ ਕੋਲ ਜਾਂਦੇ ਜੇ, ਪਰਪਸ ਕੀ ਆ? ਫਿਰ ਅਗਲਾ ਇਹ ਦੱਸਦੇ ਕਬਜ਼ੇ ਦਾ ਪਰਪਸ ਦੱਸਦੇ ਜੇ ਕਬਜ਼ਾ ਕਰ। ਮਤਲਬ ਮੈਂ ਕਹਿੰਦਾ ਹੈ ਕਮਿਊਨਿਟੀ ਨੇ ਇੰਨਾ ਛੋਟਾ ਆਪਣੇ ਆਪ ਨੂੰ ਕਰਦੀ ਜਾ ਰਹੀ ਆ, ਇੰਨਾ ਛੋਟਾ ਆਪਣੇ ਆਪ ਨੂੰ ਕਰਦੀ ਜਾ ਰਹੀ ਆ ਕਿ ਔਰ ਸਾਡੇ ਬੱਚੇ ਵੀ ਪੁੱਛਿਆ ਕਰਨਗੇ ਯਾਰ ਇਹ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਸਾਨੂੰ, ਕਬਜ਼ਾ ਕਰਨਾ ਚਾਹੁੰਦੇ ਨੇ ਜੀ। ਮਤਲਬ ਕਿਸ ਤਰ੍ਹਾਂ ਦਾ ਦੇਸ਼ ਦੀ ਸਰਕਾਰ ਆ, ਉਹਨਾਂ ਦਾ ਕੰਮ ਇਹ ਰਹਿ ਗਿਆ। ਫਿਰ ਜਾਂ ਤੇ ਸਪੈਸੀਫਿਕ ਹੋ ਜੀ, ਦੇਖੋ ਫਲਾਣੀ ਘਟਨਾਕ੍ਰਮ, ਫਲਾਣਾ ਬੰਦਾ ਜਿਹੜਾ ਹੈ ਉਹਦੇ ਮਾਧਿਅਮ ਤੋਂ ਸਿਰਫ ਇੱਕ ਸਟੇਟਮੈਂਟਾਂ ਨੇ ਪੰਥ ਨੂੰ ਖਤਰਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਬਸ ਇਹ ਸਟੇਟਮੈਂਟਾਂ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਮੇਰੀ ਗੱਲ ਦਾ ਜ਼ਰੂਰ ਜਵਾਬ ਦਿਓ ਜੇ ਕਿਸੇ ਤੋਂ ਪੁੱਛ ਸਕਦੇ ਹੋ ਜੇ ਕੋਈ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲੀ ਦਲ ਦਾ ਨੁਮਾਇੰਦਾ ਜਵਾਬ ਦੇ ਸਕਦਾ ਹੋਵੇ ਤਾਂ ਜ਼ਰੂਰ ਮੈਨੂੰ ਲੈ ਕੇ ਦਿਓ ਜੇ ਇਹਨਾਂ ਨੂੰ ਪੰਥ ਦਾ ਖਤਰਾ, ਇਹਨਾਂ ਨੂੰ ਪੰਥ ਦੀ ਚਿੰਤਾ ਹੁੰਦੀ ਨਾ, ਅੱਧਾ ਪੰਜਾਬ ਜਿਹੜਾ ਹੈ ਉਹ ਈਸਾਈ ਨਾ ਬਣ ਜਾਂਦਾ। ਇਹ ਬੜੀ ਵੱਡੀ ਗੱਲ ਹੈ ਜੀ, ਇਹ ਬਹੁਤ ਵੱਡਾ ਸਵਾਲ ਹੈ।
ਇਹ ਜਿਹੜਾ ਸਵਾਲ ਵਾਕਿਆ ਹੀ ਅਸੀਂ ਵੀ ਕਈ ਵਾਰ ਇੱਥੇ ਚਰਚਾ ਕਰਦੇ ਹੁੰਦੇ ਆ ਕਿ ਵੀ ਜਦੋਂ ਆਪਾਂ ਪ੍ਰਚਾਰ ਦੀ ਗੱਲ ਕਰਦੇ ਆ ਉਦੋਂ ਰੁਕ ਜਾਂਦਾ। ਫਿਰ ਬੋਲਦੇ ਕਿਉਂ ਨਹੀਂ ਹੋ? ਕਿਉਂ ਨਹੀਂ ਬੋਲਦੇ? ਕਦੀ ਬੋਲਿਆ? ਕਦੀ ਤੁਸੀਂ ਸੁਣਿਆ ਕਿਸੇ ਈਸਾਈ ਦਾ ਹੋਇਆ ਹੋਵੇ ਤੇ ਨਾ ਕਿਹਾ ਹੋਵੇ ਓਏ ਹੋਏ ਇਹ ਸਾਡੇ ਪੰਥ ਦੇ ਖਤਰਾ, ਸਾਡੇ ਗੁਰਦੁਆਰੇ ਤੇ ਕਬਜ਼ਾ ਤੇ ਉਹ ਕਰਦੇ ਪਏ ਨੇ ਬਈ, ਲੈ ਗਏ ਤੁਹਾਡੇ ਅੱਧੇ ਸਿੱਖ ਤੋਂ ਨਾ ਬਣਾ ਦਿੱਤੇ ਨੇ, ਜਿੰਨਾ ਕਬਜ਼ਾ ਕਰ ਲਿਆ ਉਹ ਦਿਖ ਨਹੀਂ ਰਿਹਾ ਤੁਹਾਨੂੰ, ਪਤਾ ਨਹੀਂ ਕਿਹੜੇ ਚਸ਼ਮਾ ਲਾਇਆ ਤੁਸੀਂ ਜਿੱਤੋਂ ਤੁਹਾਨੂੰ ਦਿਖਦਾ ਹੀ ਨਹੀਂ ਕੁਝ। ਮੈਂ ਤੁਹਾਨੂੰ ਕਹਿੰਦਾ ਟੀਵੀ ਚੈਨਲ ਤੇ ਬਹਿ ਕੇ ਮੈਨੂੰ ਤੁਸੀਂ ਇੱਕ ਦਾ ਨਾਮ ਦੱਸ ਦਿਓ, ਇੱਕ ਬੀਜੇਪੀ ਵਾਲੇ ਇੱਕ ਨੂੰ ਕਿਹਾ ਹੋਵੇ ਹਿੰਦੂ ਬਣ ਜਾ ਤੂੰ, ਸਿੱਖ ਧਰਮ ਛੱਡ ਕੇ ਛੱਡਦਾ, ਜੇ ਮੈਂ ਉਹਦੇ ਗੱਲ ਨੂੰ ਨਾ ਪਵਾਂ ਜਾ ਕੇ ਤੇ ਮੈਂ ਪਿਓ ਦਾ ਨਹੀਂ, ਲਿਓ ਮੈਨੂੰ ਇੱਕ ਨਾਮ ਦੇ ਦਿਓ ਮੈਂ ਜਾ ਕੇ ਨਾ ਗੱਲ ਨੂੰ ਨਾ ਪਵਾਂ ਰਾਤ ਨੂੰ ਵੀ ਤੇ ਹੁਣੇ ਜਾ ਕੇ ਉੱਠ ਕੇ ਤੇ ਕਮਾਲ ਹੋ ਗਈ। ਸਿਰਫ ਝੂਠ ਪੁਲੰਦਾ, ਸਿਰਫ ਜ਼ਹਿਰ ਉਗਲਣ ਦਾ ਕੰਮ। ਹੁਣ ਤੁਸੀਂ ਦੇਖਿਓ ਜੇ ਕੋਈ ਸਿੱਖਾਂ ਦਾ ਚੰਗਾ ਕੰਮ ਹੋਣ ਲੱਗੂਗਾ, ਮਾਫ ਕਰਨਾ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੈਨੂੰ ਕਹਿਣਾ ਵੀ ਪੈ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਵੱਡੇ ਢਿੱਕੇ ਲਿਆ ਕਰੂਗੀ ਉਹਦੇ ਅੰਦਰ, ਕਿਉਂਕਿ ਉਹਨੂੰ ਲੱਗਦਾ ਕਿ ਅੱਛਾ ਇਹ ਤੇ ਅਸੀਂ ਕਰਾਂਗੇ, ਸਾਡੇ ਨੂੰ ਹੁੰਦਿਆਂ ਨਹੀਂ, ਇਹਦਾ ਮਤਲਬ ਹੈ ਸਾਡਾ ਫੇਲੀਅਰ ਸਾਹਮਣੇ ਆ ਗਿਆ। ਇੱਕ ਬੇਨਤੀ ਸਿਰਸਾ ਸਾਹਿਬ, ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤੇ ਸਾਰੀਆਂ ਤਾਕਤਾਂ ਤੁਹਾਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਕੋਲ ਹੁੰਦੀਆਂ ਨੇ, ਇਹਦਾ ਮਤਲਬ ਆਰਡਰ ਹੁਕਮ ਤਾਂ ਉੱਧਰੋਂ ਹੀ ਆਇਆ। ਤੁਸੀਂ ਥੋੜ੍ਹੀ ਦੇਰ ਪਹਿਲਾਂ ਕਿਹਾ ਵੀ ਸੁਖਬੀਰ ਬਾਦਲ ਸਾਹਿਬ ਨਾਲ ਬੜੇ ਵਧੀਆ ਚੰਗੇ ਸੰਬੰਧ ਨੇ, ਫਿਰ ਇਹ ਦੋ ਤਰ੍ਹਾਂ ਦੀਆਂ ਤਾਰਾਂ ਕਿੱਦਾਂ ਜੁੜ ਸਕਦੀਆਂ ਨੇ? ਜਾਂ ਤੇ ਟਸਲ ਵਾਲੀ ਗੱਲ ਹੋ ਸਕਦੀ ਹੈ ਜਾਂ ਚੰਗੇ ਸੰਬੰਧ ਹੋ ਸਕਦੇ ਨਹੀਂ। ਸੰਬੰਧ ਦੀ ਮੈਂ ਨਹੀਂ ਗੱਲ ਕਿਹਾ, ਸੰਬੰਧ ਮੇਰੇ ਕਦੀ ਮਾੜੇ ਨਹੀਂ ਸੀਗੇ, ਮੈਂ ਤੇ ਅੱਜ ਵੀ ਨਹੀਂ ਮੈਂ ਕਹਿ ਰਿਹਾ, ਮੈਂ ਕਦੀ ਉਹਨਾਂ ਨਾਲ ਹੁਣ ਗੱਲਬਾਤ ਨਹੀਂ। ਜੇ ਸੰਬੰਧ ਚੰਗੇ ਆ ਮੈਂ ਉਹੀ ਬੇਨਤੀ ਕਰ ਰਿਹਾ, ਜੇ ਸੰਬੰਧ ਚੰਗੇ ਤਾਂ ਉਹਨੂੰ ਸਮਝਾ ਲਓ, ਉਹਨੂੰ ਕਹਾਂ ਵੀ ਛੱਡੋ ਸਰਦਾਰ ਜੀ ਕਿਹੜੇ ਕੰਮ ਤੇ ਪਏ ਯਾਰ, ਆਪਾਂ ਕੁਝ ਭਲਾ ਹੋ ਲੈਣ ਦੀਏ। ਨਹੀਂ ਉਹ ਨਹੀਂ, ਮੈਂ ਤੁਹਾਨੂੰ ਦੱਸਦਾ ਕਿਉਂਕਿ ਉਹਨਾਂ ਦਾ ਪਰਪਸ ਹੋ ਰਿਹਾ ਨਾ, ਉਹਨਾਂ ਦਾ ਪਰਪਸ ਰਾਜ ਸੱਤਾ ਪੰਜਾਬ ਦੀ ਮੁੱਖ ਮੰਤਰੀ ਰੂਪ ਚ ਸੰਭਾਲਣਾ ਹੈ ਨਾ, ਉਹਨਾਂ ਦਾ ਪੋਲੀਟੀਕਲ ਆਪਣੇ ਐਸਪੀਰੇਸ਼ਨਸ ਨੂੰ ਮੇਰੇ ਕਰਕੇ ਨਾ ਉਹਨੂੰ ਛੱਡਣਗੇ ਨਾ ਮੇਰੇ ਕਰਕੇ ਉਹ ਗੱਲ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂ ਇਹ ਤੁਹਾਨੂੰ ਕਹਿ ਸਕਦਾ ਹਾਂ, ਦੇਖੋ ਜਿਹੜੀ ਰਿਐਲਿਟੀ ਹੈ ਉਹ ਰਿਐਲਿਟੀ ਹੈ। ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਹਾਂ ਕਿ ਜਿਹੜੀ ਡੇ ਟੂ ਡੇ ਵਰਕਿੰਗ ਕਦੀ ਦਿੱਲੀ ਕਮੇਟੀ ਦੀ ਸਾਨੂੰ ਕਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਨਹੀਂ ਕਦੀ ਕੁਝ ਵੀ ਕਿਹਾ ਸੀ, ਜੋ ਅਸੀਂ ਕਰਦੇ ਆਪਣੀ ਮਰਜ਼ੀ ਨਾਲ ਕਰਦੇ ਸੀ, ਸਾਨੂੰ ਨਹੀਂ ਕਦੀ ਉਹਨਾਂ ਨੇ ਕੁਝ ਕਿਹਾ। ਜਿੱਦਾਂ ਹੁਣ ਜਹੇਦਾਰ ਸਾਹਿਬ ਦੇ ਨਹੀਂ ਸਿਰਸਾ ਸਾਹਿਬ, ਜਹੇਦਾਰ ਸਾਹਿਬ ਦਾ ਜਿਹੜਾ ਪਿਛਲਾ ਬਿਆਨ ਆ ਉਹ ਜਿੱਥੋਂ ਤੱਕ ਵੀ ਅਪੜਿਆ ਹਰੇਕ ਬੰਦੇ ਨੇ ਇਸ ਚੀਜ਼ ਦੀ ਨੁਕਤਾਚੀਨੀ ਕੀਤੀ ਵੀ ਜਿਹੜਾ ਉਹ ਪੰਥ ਆ ਉਹ ਇਕੱਲਾ ਇੱਕ ਪਾਰਟੀ ਨਹੀਂ ਹੋ ਸਕਦਾ। ਤੁਸੀਂ ਵੀ ਅੱਜ ਜ਼ਿਕਰ ਇਸੇ ਚੀਜ਼ ਦਾ ਕੀਤਾ। ਹੁਣ ਗਾਂਹ ਵੀ ਜਦੋਂ ਤੁਸੀਂ ਕਿਹਾ ਵੀ ਜਦੋਂ ਸਮੁੱਚੀ ਸਿੱਖ ਕੌਮ ਦੇ ਮਸਲਿਆਂ ਦੀ ਗੱਲ ਆ ਤੇ ਉਦੋਂ ਵੀ ਉੜਕੇ ਡਾਉਂਗੇ। ਪਤਾ ਕਿਵੇਂ ਹੋ ਸਕਦਾ ਸੀਗਾ? ਪਤਾ ਕਿਵੇਂ ਹੋ ਸਕਦਾ ਸੀ? ਪਰ ਪਤਾ ਕਿਵੇਂ ਹੋ ਸਕਦਾ ਸੀ? ਉਹ ਤਾਂ ਹੋ ਸਕਦਾ ਸੀਗਾ ਜੇਕਰ ਉਹ ਗੁਰੂ ਧਾਮਾਂ ਦੀ ਸੇਵਾ ਤੱਕ ਹੀ ਸੀਮਿਤ ਹੁੰਦਾ ਤੇ ਤੁਸੀਂ ਇੱਕ ਪੋਲੀਟੀਕਲ ਪਾਰਟੀ ਬਣਾਉਂਦੇ, ਪੋਲੀਟੀਕਲ ਪਾਰਟੀ ਪੋਲੀਟੀਕਲ ਗੱਲਾਂ ਕਰਦੀ। ਜਥੇਦਾਰ ਸਾਹਿਬ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆ, ਅਸੀਂ ਕਹਿੰਦੇ ਬਿਲਕੁਲ ਇੱਕ ਆ, ਪਰ ਜੇ ਤੁਸੀਂ ਐਮਐਲਏ ਔਰ ਐਮਪੀ ਵੀ ਬਣਾਉਣਾ ਹੈ ਔਰ ਫਿਰ ਇਹਨਾਂ ਨਾਲ ਜਾ ਕੇ ਖਲੋਣਾ ਹੈ ਤੇ ਫਿਰ ਤੇ ਦੇਖੋ ਨਹੀਂ ਮੰਨਣਗੇ ਲੋਕ, ਫਿਰ ਤੇ ਕਹਿਣਗੇ ਅੱਛਾ ਜੀ ਮਤਲਬ ਫਿਰ ਤੁਸੀਂ ਐਮਐਲਏ। ਅੱਛਾ ਫਿਰ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਦਾ, ਇੱਕ ਬੜਾ ਇੰਪੋਰਟੈਂਟ ਸਵਾਲ ਆ। ਪੰਥ ਨੂੰ ਖਤਰਾ ਹੈ ਨਾ ਬੀਜੇਪੀ ਆਰਐਸਐਸ ਤੋਂ, ਕੱਲ ਸਰਕਾਰ ਬਣਾ ਲੈਣੀ ਹੈ ਬੀਜੇਪੀ ਅਕਾਲੀ, ਅਗਰ ਬੀਜੇਪੀ ਅਕਾਲੀ ਦਲ ਦੀ ਸਰਕਾਰ ਰਹੀ ਤਾਂ ਕੋਈ ਖਤਰਾ ਨਹੀਂ ਸੀਗਾ। ਹੁਣ ਕਹਿ ਰਿਹਾ ਅਕਾਲੀ ਦਲ ਨੂੰ, ਮੈਂ ਕਹਿੰਦਾ ਹੈ ਜਿਹਦੀ ਪੰਜਾਬ ਸਰਕਾਰ ਬਣਦੀ ਆ ਉਹ ਐਲਾਨੀਆ ਕਰ ਦੇਵੇ, ਐਲਾਨੀਆ ਕਰਕੇ ਕਵੇ ਕਿ ਮੈਂ ਭਾਰਤ ਸਰਕਾਰ ਤੋਂ ਕਦੀ ਕੋਈ ਕੰਮ ਨਹੀਂ ਲਊਂਗਾ, ਮੈਂ ਭਾਰਤ ਸਰਕਾਰ ਦੇ ਕਦੀ ਵੀ ਦਖਲਅੰਦਾਜ਼ੀ ਛੱਡੋ ਮੈਂ ਉਹਨਾਂ ਦੇ ਕੋਈ ਵੜ ਕੇ ਨਹੀਂ ਦਿਖਾਊਂਗਾ ਕਦੀ ਵੀ। ਫਿਰ ਤੁਸੀਂ ਜੋ ਸਾਰਾ ਕੁਝ ਚੋਈ ਕਰਨਾ ਹੈ ਤੇ ਇਲੈਕਸ਼ਨਾਂ ਤੋਂ ਪਹਿਲਾਂ ਸਾਨੂੰ ਲੜਾਈ ਜਾਂਦੇ ਜੇ, ਸਾਨੂੰ ਪੜਾਈ ਜਾਂਦੇ ਜੇ, ਸਾਡੀਆਂ ਪੱਗਾਂ ਲਵਾਈ ਜਾਂਦੇ ਜੇ, ਤੇ ਜਦੋਂ ਸਾਡੀਆਂ ਪੱਗਾਂ ਲੱਥ ਜਾਂਦੀਆਂ ਨੇ ਸਾਡੀਆਂ ਪੱਗਾਂ ਕੱਚ 'ਚ ਪਾ ਕੇ ਤੇ ਮਗਰੋਂ ਉਸੇ ਸਰਕਾਰ ਦੇ ਦਰਵਾਜ਼ੇ ਜਾ ਕੇ ਖਲੋ ਜਾਂਦੇ ਜੀ। ਯਾਰ ਕਮਾਲ ਹੋ ਗਈ, ਸਾਨੂੰ ਸਮਝਾ ਤੇ ਦਿਓ ਕਿਹੜੀ ਗੱਲ ਸਵਾਲ ਹੈ ਇਹ, ਕਿਹੋ ਜਿਹੇ ਪੰਥ ਨੂੰ ਖਤਰੇ ਹੋ ਗਏ ਨੇ ਹੁਣ? ਇਹ ਗੱਲਾਂ ਬੜੀਆਂ ਤੱਤੀਆਂ ਸਿਰਸਾ ਸਾਹਿਬ, ਇਹ ਗੱਲਾਂ ਤੁਹਾਨੂੰ ਲੱਗਦਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਸੱਚੀਆਂ? ਚਲੋ ਮੰਨ ਲਈ ਗੱਲ, ਸੁਣੋ ਮੇਰੀ ਬੇਨਤੀ ਸੁਣੋ। ਇਹ ਤੁਹਾਨੂੰ ਲੱਗਦਾ ਕਿ ਵੀ ਜਿੱਦਾਂ ਹੁਣ ਤੁਸੀਂ ਬੀਜੇਪੀ ਜੁਆਇਨ ਕਰ ਲਈ, ਤੁਹਾਨੂੰ ਲੱਗਦਾ ਕਿ ਆਹ ਮਸਲੇ ਨੇ ਆਪਾਂ ਸਿੱਖਾਂ ਦੇ ਹੱਲ ਕਰਵਾਉਣੇ ਆ, ਤੇ ਜੇ ਇਹ ਟਸਲ ਕਿਉਂਕਿ ਇਹਦੇ ਵਿੱਚ ਆ ਗਿਆ ਕਿ ਰਾਜਨੀਤੀ ਵਾਲਾ ਪੇਜ, ਇਹ ਰਾਜਨੀਤੀ ਵਾਲੇ ਪੇਜ ਦਾ ਕਰਕੇ ਮਸਲੇ ਹੱਲ ਹੋ ਸਕਦੇ ਆ? ਤੁਹਾਨੂੰ ਲੱਗਦਾ ਵੀ ਹੋਣਗੇ ਆਉਣ ਵਾਲੇ ਟਾਈਮ 'ਚ ਵੀ? ਨਹੀਂ ਮਸਲੇ ਹੱਲ ਹੋਣ ਦੇ ਕਰਕੇ ਤੁਹਾਨੂੰ ਚਿੰਤਾ ਖੜੀ ਹੋ ਗਈ ਆ, ਤਾਂ ਹੀ ਤੇ ਪੰਥ ਨੂੰ ਖਤਰਾ ਖੜਾ ਕਰਤਾ ਉਹਨਾਂ ਨੇ। ਤੁਸੀਂ ਦੇਖੋ ਐਡਾ ਵੱਡਾ ਤੁਸੀਂ ਇੱਕ ਪ੍ਰੋਗਰਾਮ ਕੀਤਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਦੇ ਅੰਦਰ ਕੀਤਾ, ਉੱਥੇ ਹਮਲਾ ਕਿਹਦੇ ਤੇ ਸੀਗਾ? ਬੇਅਦਬੀਆਂ ਵਾਸਤੇ ਇਕੱਠੇ ਹੋਏ ਜੇ ਗਾਲਾਂ ਮੈਨੂੰ ਕੱਢੀ ਜਾ ਰਹੇ ਸੀ ਸਾਰੇ ਬਾਰੋ ਵਾਰੀ, ਇੱਕ ਉੱਠਦਾ ਸੀ ਸਿਰਸਾ, ਦੂਜਾ ਉੱਠਦਾ ਸੀ ਸਿਰਸਾ, ਤੀਜਾ ਉੱਠਦਾ। ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦੇ ਪ੍ਰਤੀ, ਪਰ ਮੈਨੂੰ ਅਫਸੋਸ ਇਸ ਗੱਲ ਦਾ ਹੋਇਆ ਬਈ ਜਾਂ ਤੇ ਦੱਸੋ ਨਾ 2007 ਤੋਂ ਲੈ ਕੇ 2021 ਤੱਕ ਜਿਹੜਾ ਸਿਰਸਾ ਤੁਹਾਡੇ ਨਾਲ ਰਿਹਾ, ਦੱਸੋ ਉਹਨੇ ਕਿਹੜਾ ਗਲਤ ਕੰਮ ਕੀਤਾ ਸੀ? ਬੋਲੋ ਤਾਂ ਸਹੀ ਫਿਰ। ਜਾਂ ਤੇ ਅੱਜ ਇੱਕਦਮ ਸਿਰਸਾ ਸਾਰੇ ਹੀ ਸਿਰਸੇ ਦੇ ਦੁਆਲੇ ਹੋ ਗਏ। ਮੈਂ ਹੈਰਾਨ ਹੋਇਆ। ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਬਹੁਤ ਵੱਡੇ ਨੇ, ਪਰ ਮੈਨੂੰ ਇਸ ਗੱਲ ਦਾ ਦੁੱਖ ਹੋਣਾ ਤੇ ਜਾਇਜ਼ ਆ ਨਾ ਵੀ ਜੇ ਕੋਈ ਕੌਮ ਦਾ ਚੰਗਾ ਕੰਮ ਹੋਣ ਲੱਗਾ ਤੁਸੀਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਅੱਛਾ ਸਿਰਸਾ ਸਾਹਿਬ, ਬੇਅਦਬੀਆਂ ਦੀ ਗੱਲ ਚੱਲੀ ਤੇ
ਤੁਹਾਨੂੰ ਲੱਗਦਾ ਹੈ ਕਿ ਵੀ ਕੇਂਦਰ ਸਰਕਾਰ ਕੋਈ ਇਨਸਾਫ ਇਹਦੇ 'ਚ ਦੇ ਸਕਦੀ, ਕਿਉਂਕਿ ਆ ਤਾਂ ਸਟਿਲ ਉਹੀ ਕੰਮ ਚੱਲੀ ਜਾਂਦਾ। ਤੁਸੀਂ ਦੇਖੋ ਵੀ ਹੱਦ ਤੇ ਉਦੋਂ ਹੋ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਉਹ ਕੰਮ ਹੋਇਆ, ਕਿਉਂਕਿ ਇਹਦੇ ਤੋਂ ਉੱਪਰ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ। ਇਹ ਹੌਲੀ ਹੌਲੀ ਜਿਸ ਹਿਸਾਬ ਨਾਲ ਚੀਜ਼ ਵਧੀ, ਕੋਈ ਕੇਂਦਰ ਸਰਕਾਰ ਵਾਲੇ ਪਾਸਿਓਂ, ਕਿਉਂਕਿ ਤੁਹਾਡੀ ਪਾਰਟੀ ਦੀ ਸਰਕਾਰ ਐਡੀ ਵੱਡੀ ਤਾਕਤ ਆ, ਕੁਛ ਹੱਲ ਇਹਦਾ ਕੀਤਾ ਜਾ ਸਕਦਾ ਜਾਂ ਫਿਰ ਇਹ ਸਿਰਫ ਇਲੈਕਸ਼ਨਾਂ ਦੇ ਲਈ ਮੁੱਦਾ ਰਹੂਗਾ? ਦੇਖੋ 15 'ਚ ਕੰਮ ਹੋਇਆ, 17 ਵਾਲੀ ਇਲੈਕਸ਼ਨ ਨਿਬੜ ਗਈ ਉਸੇ ਕੰਮ ਤੇ, ਹੁਣ 22 ਵਾਲੀ ਤੇ ਫਿਰ ਉਹੀ ਮੁੱਦਾ। ਤੁਸੀਂ ਬਿਲਕੁਲ ਸਹੀ ਕਿਹਾ ਏ, ਮਾਫ ਕਰਨਾ ਮੇਰੀ ਗੱਲ ਫਿਰ ਉੱਥੇ ਆ ਕੇ ਖਲੋ ਜਾਣੀ ਆ। ਜਿਹੜੇ ਚੰਗੇ ਕੰਮਾਂ ਨੂੰ ਹੋਣ ਦੇ ਉੱਤੇ ਐਡਾ ਰੌਲਾ ਪਾਈ ਜਾਂਦੇ ਆ, ਜੇ ਬੀਜੇਪੀ ਕਹਿ ਦੇ ਬੇਅਦਬੀਆਂ ਖੋਲਾਂਗੇ ਨਾ, ਕਹਿਣਾ ਪੰਥ ਨੂੰ ਖਤਰਾ ਹੋ ਗਿਆ। ਬਸ ਜੀ ਇਹ ਸਾਡੇ ਧਾਰਮਿਕ ਮਸਲੇ ਨੇ, ਇਹ ਕਿਵੇਂ ਵਿੱਚ ਗੱਲ ਕਰਦੇ ਪਏ ਨੇ? ਜਦੋਂ ਤੇ ਸਰਕਾਰ ਤੋਂ ਕੰਮ ਕਰਾਉਣਾ ਹੈ ਉਹ ਤਾਂ ਅਸੀਂ ਇਕੱਠੇ ਆ, ਤੇ ਜਦੋਂ ਸਰਕਾਰ ਕੰਮ ਕਰੇ ਫਿਰ ਸਾਡੇ ਧਾਰਮਿਕ ਮਸਲੇ 'ਚ ਇਹਦੇ 'ਚ ਤੁਸੀਂ ਨਾ ਗੱਲ ਕਰੋ। ਅੱਛਾ ਜੀ, ਜੇ ਤੇ ਸਰਕਾਰ ਤੋਂ ਪੜਾਉਣਾ ਹੈ, ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਬਿਆਨ ਦੱਸਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੁਣ ਜਿਹੜੇ ਬਣੇ ਨੇ, ਇਹਨਾਂ ਨੂੰ ਪੁੱਛੋ ਹੁਣ ਤੱਕ 5 ਵਾਰ ਪ੍ਰਧਾਨ ਮੰਤਰੀ ਨੂੰ ਕਹਿ ਚੁੱਕੇ ਆ, ਚਿੱਠੀਆਂ ਲਿਖ ਚੁੱਕੇ ਆ। ਮੈਂ ਆਹ ਵੀ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ, ਮੈਂ ਆਹ ਵੀ ਲਿਖਤੀ, ਮੈਂ ਆਹ ਵੀ ਲਿਖਤੀ। ਪਿਛਲੇ ਬੀਬੀ ਜਾਗੀਰ ਕੌਰ ਜੀ ਵੀ, ਉਸ ਤੋਂ ਪਹਿਲੇ ਵਾਲੇ ਪ੍ਰਧਾਨ ਸਾਹਿਬ ਵੀ, ਤੇ ਜਿਹੜੇ ਅੱਜ ਪ੍ਰਧਾਨ ਮੰਤਰੀ ਨੇ ਨਾਮ ਕਰਤਾ ਹੈ, ਨਹੀਂ ਜੀ ਇਹ ਸਾਡੇ ਪੰਥਕ ਮਸਲਿਆਂ 'ਚ ਤੁਸੀਂ ਦਖਲਅੰਦਾਜ਼ੀ ਬੰਦ ਕਰੋ, ਸਾਡੇ ਪੰਥਕ ਮਸਲਿਆਂ 'ਚ ਤੁਸੀਂ ਕੋਈ ਫੈਸਲੇ ਨਹੀਂ ਲੈ ਸਕਦੇ। ਅਰੇ ਵੀ ਚਿੱਠੀਆਂ ਲਿਖ ਤੇ ਰੋਜ਼ ਭੇਜਦੇ, ਜੇ ਫੈਸਲੇ ਲੈ ਲਓ ਤੇ ਜੇ ਲੈ ਲਿਆ ਤੇ ਕਿਤੇ ਲੈ ਨਹੀਂ ਸਕਦੇ। ਭਾਈ ਆਪਣਾ ਸਟੈਂਡ ਤੇ ਕਲੀਅਰ ਕਰ ਲਓ ਪਹਿਲਾਂ। ਅੱਛਾ, SGPC ਦੀ ਇਲੈਕਸ਼ਨ ਕਦੋਂ ਕੁ ਤੱਕ ਆਸ ਹੈ ਜੀ, ਕੋਈ ਹੋਊਗੀ ਕਿ ਜਾਂ ਇਸੇ ਤਰ੍ਹਾਂ ਚੱਲੀ ਜਾਣਾ ਕੰਮ? ਪੰਥ ਨੂੰ ਖਤਰਾ, ਜੇ ਬੀਜੇਪੀ ਕਹਦੇ ਇਲੈਕਸ਼ਨ ਕਰਾਉਣੀ ਤੇ ਪੰਥ ਨੂੰ ਖਤਰਾ, ਕਬਜ਼ੇ ਕਰਨਾ ਚਾਹੁੰਦੀ ਹੈ, ਬੜਾ ਸਿੰਪਲ। ਨਹੀਂ, ਹੁਣ ਤਾਂ ਸਿਰਸਾ ਸਾਹਿਬ ਤੁਹਾਡੇ ਨਾਲ ਢੀਂਡਸਾ ਸਾਹਿਬ ਵੀ ਆ ਗਏ, ਤੇ ਢੀਂਡਸਾ ਸਾਹਿਬ ਤੇ ਅਕਾਲੀ ਦਲ ਤੋਂ ਵਾਕੀ ਇਸੇ ਕਰਕੇ ਹੋਈ ਸੀ ਕਿ ਜੋ ਕੁਝ ਵੀ ਚੱਲ ਰਿਹਾ ਠੀਕ ਨਹੀਂ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਕਿਉਂਕਿ ਤੁਹਾਡਾ ਬਹੁਤ ਵੱਡਾ ਚੈਨਲ ਆ ਯਾਰ, ਸਭ ਨੂੰ ਇੱਕ ਗੱਲ ਤੇ ਪੁੱਛ ਲਓ, ਆਪਾਂ ਪੰਥ ਨੂੰ ਖਤਰੇ ਦੀਆਂ ਲਾਈਨਾਂ ਬਣਾ ਲਈਏ, ਇੱਕ ਪੇਪਰ ਬਣਾ ਲਈਏ ਪੰਥ ਨੂੰ ਖਤਰਾ, ਉਹ ਆਪਾਂ ਸਰਕਾਰ ਨੂੰ ਦੇ ਦਈਏ ਵੀ ਸਰਕਾਰ ਜੀ ਇਹ ਪੰਥ ਨੂੰ ਖਤਰੇ ਵਾਲੀਆਂ ਚੀਜ਼ਾਂ ਨੇ, ਆ ਨਹੀਂ ਕਰਿਓ ਜੇ, ਕੋਈ ਕੰਮ ਤੇ ਕਰ ਲਈਏ ਜਾਂ ਇਸ ਤੋਂ ਬਾਹਰ ਤੇ ਨਿਕਲ ਆਈਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ, ਮੈਂ ਫੇਰ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਪੰਥ ਨੂੰ ਕੋਈ ਖਤਰਾ ਪੈਦਾ ਨਹੀਂ ਕਰ ਸਕਦਾ, ਦੇਸ਼ ਔਰ ਦੁਨੀਆ 'ਚ ਕੋਈ ਖਤਰਾ ਨਹੀਂ ਪੈਦਾ ਕਰ ਸਕਦਾ, ਸੈਂਕੜੇ ਸਰਕਾਰਾਂ ਇਕੱਠੀਆਂ ਮਿਲ ਕੇ ਖਤਰਾ ਨਹੀਂ ਪੈਦਾ ਕਰ ਸਕਦੀਆਂ। ਜੇ ਫਿਰ ਇਹੀ ਕਰਨਾ ਸੀ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ 1.25 ਲੱਖ ਵਾਲੀ ਗੱਲ ਕਿਉਂ ਕਹਿ ਕੇ ਜਾਂਦੇ? ਖਤਰਾ ਭਲੇ ਮਾਨਸੋ ਪੰਥ ਨੂੰ ਨਹੀਂ ਹੈਗਾ, ਖਤਰਾ ਕੁਰਸੀਆਂ ਨੂੰ ਆ। ਜਦੋਂ ਕੁਰਸੀਆਂ ਨੇ ਚੂਲਾਂ ਹਿਲਦੀਆਂ ਨੇ ਤੇ ਪੰਥ ਦੀਆਂ ਆਵਾਜ਼ਾਂ ਨਿਕਲ ਆਉਣ ਲੱਗ ਪੈਂਦੀਆਂ ਨੇ ਜੀ। ਅੱਛਾ ਸਿਰਸਾ ਸਾਹਿਬ, ਥੋੜ੍ਹੀ ਜਿਹੀ ਰਾਜਨੀਤੀ ਦੀ ਗੱਲ ਕਰ ਲਈਏ। ਇਹ ਤਾਂ ਹੋ ਗਈ ਧਾਰਮਿਕ ਗੱਲਾਂ, ਸਿੱਖ ਮਸਲਿਆਂ ਦੀ ਗੱਲ। ਮੋਦੀ ਸਾਹਿਬ ਚੰਦ ਦਿਨ ਪਹਿਲਾਂ ਪੰਜਾਬ ਆਏ ਸੀ, ਉਹਨਾਂ ਦੀ ਰੈਲੀ, ਜੋ ਵਿਰੋਧੀ ਨੇ ਉਹ ਕਹਿੰਦੇ ਆ ਵੀ ਖਾਲੀ ਸੀ ਕੁਰਸੀਆਂ ਇਸ ਕਰਕੇ ਮੁੜ ਗਏ। ਬੀਜੇਪੀ ਦਾ ਜਾਂ ਤੁਹਾਡੀ ਪਾਰਟੀ ਦਾ ਸਟੈਂਡ ਇਹ ਹੈ ਜੀ ਵੀ ਉੱਥੇ ਕਿਸੇ ਨਾ ਕਿਸ ਤਰ੍ਹਾਂ ਦੀ ਕੋਈ ਕੌਂਸਪੀਰੇਸੀ ਹੋਈ, ਮੋਦੀ ਸਾਹਿਬ ਦੀ ਜਿਹੜੀ ਸੁਰੱਖਿਆ ਸੀ ਉਹਦੇ ਵਿੱਚ ਸੰਨ ਲੱਗੀ, ਇਸ ਕਰਕੇ ਉਹ ਵਾਪਸ ਗਏ। ਉਹ ਮਿਲਣਾ ਤਾਂ ਪੰਜਾਬ ਨੂੰ ਸੀ ਸਾਰਾ ਕੁਝ, ਜੋ ਕੁਝ ਵੀ ਸੀਗਾ, ਉਹ ਜੋ ਸਾਰਾ ਐਪੀਸੋਡ ਹੋਇਆ ਉਹਦੇ ਤੇ ਕੋਈ ਤੁਹਾਡਾ ਪੱਖ ਜੀ? ਦੇਖੋ, ਮੈਂ ਉਸ ਪੱਖ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਕਹਿਣਾ ਚਾਹੁੰਦਾ। ਇਸ ਰੈਲੀ ਤੋਂ ਤਕਰੀਬਨ 1 ਮਹੀਨਾ ਪਹਿਲਾਂ, ਜਦੋਂ ਇਹ ਦਿੱਲੀ ਦੀ ਇਹ ਰੈਲੀ ਪਲਾਨ ਨਹੀਂ ਹੋਈ ਸੀ, ਉਸ ਤੋਂ ਪਹਿਲਾਂ ਇੱਕ ਲੁਧਿਆਣੇ 'ਚ ਰੈਲੀ ਕੀਤੀ, ਇੱਕ ਪ੍ਰੋਗਰਾਮ ਕੀਤਾ, ਪਾਰਟੀ ਮੀਟਿੰਗ ਕੀਤੀ, ਜਿੱਥੇ ਸ਼ੇਖਾਵਤ ਜਿਹੜੇ ਇੱਥੋਂ ਦੇ ਪ੍ਰਭਾਰੀ ਨੇ, ਗਜਿੰਦਰ ਸਿੰਘ ਸ਼ੇਖਾਵਤ ਕੇਂਦਰ 'ਚ ਮੰਤਰੀ ਨੇ ਔਰ ਪੰਜਾਬ ਦੇ ਇਸ ਵੇਲੇ ਪ੍ਰਭਾਰੀ ਵੀ ਨੇ ਇਲੈਕਸ਼ਨਾਂ ਦੇ ਵਾਸਤੇ, ਉਹਨਾਂ ਨੇ ਕੀਤਾ। ਤੁਸੀਂ ਉਹ ਦੇਖਿਓ ਜੀ, ਉਸ ਮੀਟਿੰਗ ਦੇ ਪ੍ਰੋਗਰਾਮ ਅੰਦਰ ਵੀ 15,000 ਆਦਮੀ ਖਾਲੀ ਇੱਕ ਲੁਧਿਆਣੇ ਦੇ ਅੰਦਰ ਵਰਕਰ ਦੀ ਮੀਟਿੰਗ 'ਚ ਹੀ ਬੈਠਾ ਸੀ। ਮੈਂ ਕਹਿੰਦਾ ਬਿਲਕੁਲ ਠੀਕ ਗੱਲ ਹੋਊਗੀ, ਉਹਨਾਂ ਨੇ ਕੁਰਸੀਆਂ ਜ਼ਿਆਦੀਆਂ ਲੱਗੀਆਂ ਹੋਣਗੀਆਂ, ਉਹਨੇ ਲੋਕ ਨਹੀਂ ਆਉਣੇ, ਮੈਂ ਸਾਰੇ ਗੱਲਾਂ ਮੰਨ ਲਓ, ਪਰ ਕਦੀ ਆਪਾਂ ਇਹ ਤੇ ਮੰਨ ਸਕਦੇ ਹਾਂ ਕਿ ਜਿਹੜੀ ਪਾਰਟੀ 27 ਸੀਟਾਂ ਤੇ ਇਲੈਕਸ਼ਨ ਲੜਦੀ ਸੀ, ਐਂ ਤੇ ਹੈ ਨਹੀਂ ਕਿ ਉਸ ਪਾਰਟੀ ਦੇ ਕੋਲ ਲੋਕ ਨਹੀਂ ਆਉਣੇ। ਪਰ ਮੈਂ ਕਹਿੰਦਾ ਕੋਈ ਵੀ ਨਹੀਂ ਆਇਆ ਵੀ ਆਪਾਂ ਮੰਨ ਲਈਏ, ਪਰ ਤੁਸੀਂ ਪ੍ਰਧਾਨ ਮੰਤਰੀ ਨੂੰ ਆ ਕੇ ਆਪਣੀ ਗੱਲ ਤੇ ਰੱਖਣ ਦਿੰਦੇ। ਸਰਦਾਰ ਸਾਹਿਬ, ਇੱਕ ਗੱਲ ਦਾ ਮੇਰੇ ਅਗਰ ਕਿਸੇ ਕੋਲ ਕੋਈ ਜਵਾਬ ਤੁਹਾਡੇ ਬਾਅਦ ਸੁਣਨ ਵਾਲੇ ਦੇ ਸਕਣ ਤੇ ਉਹਨੂੰ ਜਵਾਬ ਜ਼ਰੂਰ ਭੇਜਿਓ ਜੀ। ਪਿੰਡ ਦੇ ਮੈਂਬਰ ਨੂੰ ਵੀ ਅਗਰ ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ ਨਾ, ਉਹ ਵੀ ਰੜਕਾਂ ਕੱਢਦਾ ਰਹਿੰਦਾ ਹੈ। ਪਰ ਤੁਸੀਂ ਦੂਜੇ ਪਾਸੇ ਦੇਖੋ ਕੀ ਸੋਚਿਆ, ਜਾ ਕੇ ਵੀ ਵਾਪਸ ਤੇ ਅੱਜ ਫਿਰ ਇਹ ਗੱਲ ਕੀਤਾ, ਆਪਣੇ ਸਿੱਖਾਂ ਨੂੰ ਨਹੀਂ ਭੁੱਲੇ ਕਿ ਜੇ ਆਪਾਂ ਇਹ ਸੋਚ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੰਮ ਨਹੀਂ ਕਰਨਾ ਚਾਹੀਦਾ। ਮੈਂ ਉਹਨੂੰ ਇਸ ਗੱਲ ਦੀ ਵਧਾਈ ਦਿੰਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਆ। ਹੋ ਸਕਦਾ ਇੱਕ ਬੰਦਾ ਗਲਤ ਹੋਵੇ, ਦੋ ਗਲਤ ਹੋਵੇ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਅੱਖ ਆ ਉਹ ਕਿਸੇ ਦੇ ਪ੍ਰਤੀ ਵੱਧ ਤੇ ਘੱਟ ਨਹੀਂ ਹੋਣੀ ਚਾਹੀਦੀ। ਲੇਕਿਨ ਪੰਜਾਬ ਦਾ ਨੁਕਸਾਨ ਹੋਇਆ। ਪਹਿਲਾਂ ਅੰਮ੍ਰਿਤਸਰ ਤੋਂ ਜੇਟਲੀ ਜੀ ਨੂੰ ਹਰਾ ਕੇ ਅਸੀਂ ਸਾਰੇ ਕਹਿੰਦੇ ਰਹੇ, ਅਕਾਲੀ ਦਲ 'ਚ ਸੀ ਅਸੀਂ ਉਸ ਵੇਲੇ, ਸਾਨੂੰ ਪਤਾ ਕਿ ਜੇ ਜੇਟਲੀ ਦੇਸ਼ ਦਾ ਉਸ ਵੇਲੇ ਜਿਹਨੇ ਫਾਈਨਾਂਸ ਮਿਨਿਸਟਰ ਬਣਨਾ ਸੀ, ਅੰਮ੍ਰਿਤਸਰ ਤੋਂ MP ਬਣ ਜਾਂਦਾ ਤੇ ਸਾਡੇ ਪੰਜਾਬ ਨੂੰ ਬਹੁਤ ਲਾਹਾ ਮਿਲਣਾ ਸੀ। ਹੁਣ ਤੁਸੀਂ ਦੇਖੋ, ਬਾਰਡਰ ਦੇ ਪਾਰ ਜਿਹੜੀਆਂ ਫੈਂਸਿੰਗ ਦੇ ਲੋਕ ਸੀ, ਉਹਨਾਂ ਨੂੰ ਜ਼ਮੀਨਾਂ ਮਿਲ ਰਹੀਆਂ ਸੀ ਵਾਪਸ, ਬਹੁਤ ਕੁਝ ਸੀਗਾ।
ਪਰ ਮੈਂ ਕਹਿੰਦਾ ਆਪਾਂ ਵੋਟਾਂ ਪਾਉਂਦੇ ਨਾ ਪਾਉਂਦੇ ਉਹ ਬਾਅਦ ਦੀ ਗੱਲ ਸੀ। ਪਰ ਜਿਹੜਾ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਨਾਲ ਗੱਲਬਾਤ ਕਰਕੇ ਜਿਹੜੇ ਸਾਡੇ ਮਸਲੇ ਹੱਲ ਕਰਨਾ ਚਾਹੁੰਦਾ। ਅੱਛਾ ਹੁਣ ਮੈਂ ਇੱਕ ਗੱਲ ਕਹਾਂ, ਮੇਰੀ ਗੱਲ ਲੱਗਣੀ ਕੌੜੀ ਆ ਪਰ ਗੱਲ ਆ ਕਈ ਵਾਰ ਗੱਲਾਂ ਕਹੇ ਬਣਾ ਰਿਹਾ ਵੀ ਨਹੀਂ ਜਾਂਦਾ। ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਕੁਛ ਨਹੀਂ ਲੈਣਾ। ਠੀਕ ਆ, ਫੇਰ ਮੈਂ ਦੇਖ ਰਿਹਾ ਸੀ ਇੱਕ ਕੱਲ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ, ਵੀਡੀਓ ਤੁਸੀਂ ਵੀ ਦੇਖੀ ਹੋ, ਕਹਿ ਰਹੇ ਸੀ ਅਸੀਂ ਪ੍ਰਧਾਨ ਮੰਤਰੀ ਨਾਲ ਲੜਾਈ ਲੜੀ ਆ, ਹੁਣ ਸਾਡੇ ਕੋਲ ਪੈਸੇ ਖਤਮ ਹੋ ਗਏ ਨੇ, ਕੱਲ ਨੂੰ ਕੇਸ ਵੀ ਲੜਨੇ ਪੈ ਸਕਦੇ ਨੇ, ਮੈਂ ਬੇਨਤੀ ਕਰਦਾ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਸਾਨੂੰ ਪੈਸਾ ਭੇਜੋ। ਵਾਹ ਜੀ ਵਾਹ, ਬੜੀ ਕਮਾਲ ਦੀ ਗੱਲ ਹੋ ਗਈ। ਬਈ ਜੇ ਪੰਜਾਬ ਦੇ ਲੋਕਾਂ ਦਾ ਹੱਕ ਦੀ ਕੋਈ ਗੱਲ ਮਿਲਣ ਲੱਗੀ ਉਹ ਨਹੀਂ ਲੈਣ ਦੇਣੀ ਅਸੀਂ, ਪਰ ਸਾਨੂੰ ਪੈਸਾ ਵਿਦੇਸ਼ਾਂ ਤੋਂ ਜ਼ਰੂਰ ਭੇਜੋ। ਯਾਰ ਇਹ ਕਿਸ ਤਰ੍ਹਾਂ ਦੀ ਲੜਾਈ ਆ? ਕੋਈ ਮੈਨੂੰ ਸਮਝਾ ਦੇਵੇ। ਆਖਿਰਕਾਰ ਸੂਬਾ ਤੇ ਪੰਜਾਬ ਆ ਨਾ, ਮਿੱਟੀ ਤੇ ਉਸ ਮਿੱਟੀ ਤੇ ਪੰਜਾਬ ਦੀ ਆ ਨਾ। ਜੇ ਕੁਛ ਵੀ ਹੁੰਦਾ ਹੈ ਉਹ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਨੌਜਵਾਨਾਂ ਦੇ ਬੱਚਿਆਂ ਦੀ। ਦੂਜੀ ਗੱਲ, ਕੌਮ ਨੂੰ ਲੜਾਈ ਜੋ ਅਰੇ ਬਈ ਕੌਮ ਨੂੰ ਗਰੋ ਕਰਨ ਦਾ ਮੌਕਾ ਦਿਓ। ਅੱਜ ਤੁਸੀਂ ਅਮਰੀਕਾ ਕੈਨੇਡਾ 'ਚ ਬੈਠੇ ਜੇ, ਤੁਹਾਡੀ ਗਰੋਥ ਆ, ਤੁਹਾਨੂੰ ਸਪੇਸ ਮਿਲੀ ਆ ਗਰੋ ਕਰਨ ਦੀ। ਜੇ ਤੁਸੀਂ ਉੱਥੇ ਕੌਨਫਲਿਕਟ 'ਚ ਪਏ ਰਹਿੰਦੇ, ਲੜਦੇ ਰਹਿੰਦੇ, ਝਗੜਦੇ ਰਹਿੰਦੇ, ਤੁਸੀਂ ਕਿਵੇਂ ਗਰੋ ਕਰੋਗੇ? ਕਮਿਊਨਿਟੀ ਨੂੰ ਗਰੋਥ ਵੀ ਚਾਹੀਦੀ ਆ। ਪਰ ਸਾਡੇ ਲੋਕ ਸਿਰਫ ਅੱਛਾ ਮੈਂ ਕਹਿੰਦਾ ਜੀ ਅਗਲੀ ਗੱਲ ਸਰਦਾਰ ਸਾਹਿਬ ਅਗਰ ਇਹਦਾ ਜਵਾਬ ਹੋਵੇ ਵੀ ਦੇ ਦਿਓ ਜੇ। ਆਪਾਂ ਪ੍ਰਜ਼ਿਊਮ ਕਰ ਲੈਂਦੇ ਹਾਂ ਕਿਸਾਨ ਜਥੇਬੰਦੀ ਦੀ ਸਰਕਾਰ ਬਣ ਗਈ ਜੀ, ਠੀਕ ਆ, ਉਹਨਾਂ ਨੂੰ ਕੋਈ ਗੱਲ ਇਹ ਜਨਤਕ ਤੌਰ ਤੇ ਗੱਲ ਕਹਿ ਦੇਣ ਕਿ ਅਸੀਂ ਉਸ ਪ੍ਰਧਾਨ ਮੰਤਰੀ ਕੋਲ ਕਦੀ ਨਹੀਂ ਜਾਵਾਂਗੇ, ਜਨਤਕ ਤੌਰ ਤੇ ਕਹਿ ਦੇਣ ਸਰਕਾਰ ਦੀ ਕੋਈ ਚੀਜ਼ ਇਸਤੇਮਾਲ ਨਹੀਂ ਕਰਾਂਗੇ, ਮੋਬਾਈਲ ਤੁਸੀਂ ਸਰਕਾਰ ਦੇ, ਬਿਜਲੀਆਂ ਦੀਆਂ ਤਾਰਾਂ ਸਰਕਾਰ ਦੀਆਂ, ਸਕੂਲ ਉਹਨਾਂ ਦੇ ਇਸਤੇਮਾਲ ਕਰਨੇ ਆ, ਟੀਵੀ ਚੈਨਲ ਤੋਂ ਉਹਨਾਂ ਦੇ, ਹਰ ਚੀਜ਼ ਤੇ ਸਰਕਾਰ ਦੇ ਨਾਲ ਚੱਲਣਾ ਹੈ ਤੇ ਸਾਨੂੰ ਲੜਾਉਣ ਵਾਸਤੇ ਸਰਕਾਰ ਦੇ ਕੇ ਖੜਿਆ ਕਰ ਦੇਣਾ, ਤੁਸੀਂ ਲੜ ਲਓ। ਅਰੇ ਕਿਸਾਨੀ ਦੇ ਪਿੱਛੇ ਅਸੀਂ ਲੜ ਰਹੇ ਸੀਗੇ ਉਦੋਂ। ਮੇਰੀ ਗੱਲ ਬਹੁਤ ਲੋਕਾਂ ਨੂੰ ਬੁਰੀ ਲੱਗ ਜੂਗੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਅੰਦਰ ਉਸ ਵੇਲੇ ਪੈਸੇ ਇਕੱਠੇ ਕਰਕੇ ਤੇ ਇਹ ਗੱਲ ਕਹਿੰਦੇ ਆ ਰਹੇ ਸੀ ਅਸੀਂ ਜ਼ਮਾਨਤਾਂ ਕਰਾਵਾਂਗੇ, ਮਾਫ ਕਰਿਓ ਜੇ 180 ਚੋਂ ਇੱਕ ਵੀ ਬੰਦਾ ਹੁਣ ਵੀ ਖੜਾ ਹੋ ਕੇ ਕਹਦੇ ਮੈਂ ਕਦੀ ਕੋਈ ਕ੍ਰੈਡਿਟ ਲੈਣ ਵਾਲੇ ਪਾਸੇ ਗਿਆ ਨਹੀਂ, ਮੈਂ ਸਰੋਪਾ ਪਾਉਣ ਵੀ ਕਦੀ ਨਹੀਂ ਗਿਆ ਉੱਥੇ। ਪਰ ਮੈਂ ਅੱਜ ਫੇਰ ਜਨਤਕ ਤੌਰ ਤੇ ਟੀਵੀ ਚੈਨਲ ਤੇ ਐਲਾਨੀਆ ਤੌਰ ਕਰਕੇ ਕਹਿਣਾ ਹੈ 184 ਬੰਦਿਆਂ ਦੀਆਂ ਜ਼ਮਾਨਤਾਂ ਹੋਈਆਂ ਸੀ। ਅਗਰ ਉਹ 184 ਬੰਦੇ ਕਹਿ ਦੇਣ, ਇਹ ਨਹੀਂ ਇਹ ਕਿਸਾਨ ਤੇ ਇਹ ਜਥੇਬੰਦੀਆਂ ਕੁਝ ਵੀ ਬੋਲਣਗੀਆਂ, ਅਗਰ 184 ਬੰਦੇ ਕਹਿ ਦੇਣ ਕਿ ਸਿਰਸਾ ਨੇ ਉਹਨਾਂ ਜ਼ਮਾਨਤਾਂ ਨਹੀਂ ਕਰਾਈਆਂ, ਉਹਨਾਂ ਦੇ ਪਰਿਵਾਰ ਨਾਲ ਨਹੀਂ ਖੜਾ ਹੋਇਆ, ਮਰਨ ਤੱਕ ਨਹੀਂ ਗਿਆ ਉਹਨਾਂ ਦੇ ਪਿੱਛੇ, ਤੇ ਤੁਹਾਡੀ ਜੁੱਤੀ ਮੇਰਾ ਸਿਰੂ। ਅਗਰ ਉਹ 184 ਬੰਦੇ ਕਹਿ ਦੇਣ ਤੇ ਇਹ ਤੇ ਛੱਡ ਕੇ ਭੱਜ ਗਏ ਸੀ। 26 ਜਨਵਰੀ ਵਾਲੇ ਦਿਨ ਇਹਨਾਂ ਨੇ ਕਿਸਾਨ ਉਹਨਾਂ ਬੱਚਿਆਂ ਨੂੰ ਪਿੱਛੇ ਹਟ ਗਏ ਸੀ, ਕਹਿੰਦੇ ਸੀ ਅਸੀਂ ਤੁਹਾਡੇ ਨਾਲ ਨਹੀਂ ਖੜੇ ਹੋਣਾ। ਉਦੋਂ ਅੱਗ ਵਰਦੀ ਪਈ ਸੀ, ਉਦੋਂ ਵੀ ਅਸੀਂ ਲੜਾਈ ਲੜੀ, ਸਾਹਮਣੇ ਖੜੋ ਕੇ ਲੜਾਈ ਲੜੀ, ਔਰ ਕੋਈ ਪੰਥ ਤੋਂ ਕੋਈ ਫਤਵਾ ਨਹੀਂ ਮਿਲਿਆ ਸੀ ਕਾਗਜ਼ ਲੜਾਈ ਕਰਨ ਦਾ। ਆਪਣਾ ਜ਼ਿੰਮੇਵਾਰੀ ਸਮਝ ਕੇ ਲੜਾਈ ਲੜੀ ਸੀਗੀ, ਜ਼ਿੰਮੇਵਾਰੀ ਸਮਝ ਕੇ ਸਭ ਤੋਂ ਅੱਗੇ ਆ ਕੇ ਖੜੇ ਹੋਏ ਸੀ। ਮਸਲਾ ਹੱਲ ਹੋਇਆ, ਆਪਣਾ ਚੁੱਪਚਾਪ ਜਾ ਕੇ ਘਰ ਬਹਿ ਗਏ। ਕਿਸੇ ਵੇਲੇ ਨਹੀਂ ਕਿਹਾ ਕਿ ਸਾਨੂੰ ਉਹਦਾ ਇਨਾਮ ਦਿਓ, ਸਾਡੇ ਕੋਈ ਅਸੀਂ ਇੱਕ ਤੋਂ ਸਰੋਪਾ ਪਾਉਣ ਵੀ ਨਹੀਂ ਗਏ ਅੱਜ ਤੱਕ ਇਸ ਮਸਲੇ 'ਚ। ਸਿਰਸਾ ਸਾਹਿਬ, ਉਸ ਦੌਰ ਦੇ ਵਿੱਚ ਤੇ ਤੁਹਾਡੀ ਕਿਸਾਨ ਜਥੇਬੰਦੀਆਂ ਨਾਲ ਜਾਂ ਉਹਨਾਂ ਦੇ ਲੀਡਰਾਂ ਨਾਲ ਮੇਰੇ ਖਿਆਲ ਚੰਗੀ ਗੱਲਬਾਤ ਸੀਗੀ, ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਚਾਹੇ ਕਿਉਂਕਿ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਾਫੀ ਕੁਝ, ਜਿੱਦਾਂ ਚਾਹੇ ਉਹ ਬੱਸਾਂ ਦੀ ਗੱਲ ਹੋਵੇ, ਚਾਹੇ ਲੰਗਰ ਦੀ ਗੱਲ ਹੋਵੇ, ਚਾਹੇ ਡਾਕਟਰੀ ਸੇਵਾਵਾਂ ਦੀ ਗੱਲ ਹੋਵੇ, ਤੁਸੀਂ ਕੀਤੀ। ਹੁਣ ਇਸ ਵਕਤ ਉਹ ਅਚਾਨਕ ਤੋਂ ਸਿਰਫ ਪਾਰਟੀ ਬਦਲਣ ਕਰਕੇ ਟਸਲ ਬਣ ਗਈ ਹੈ ਜਾਂ ਅਜੇ ਵੀ ਸੰਪਰਕ ਉਹਨਾਂ ਨਾਲ ਕਰਕੇ ਕੁਛ ਨਾ ਕੁਛ ਮਸਲੇ ਹੱਲ ਕੀਤੇ ਜਾਦੇ? ਮੈਂ ਕਦੀ ਨਹੀਂ ਸੰਪਰਕ ਕੀਤਾ ਸੀ, ਤੁਹਾਡੀ ਜਾਣਕਾਰੀ ਦੱਸ ਦੇਵਾਂ। ਤੁਸੀਂ ਇਹ ਬਿਲਕੁਲ ਇਹ ਗਲਤ ਲਾਈਨ ਬੋਲਤੀ। ਮੈਂ ਨਹੀਂ ਕਦੀ ਸੰਪਰਕ 'ਚ ਆਇਆ ਕਿਸੇ ਨਾਲ ਵੀ, ਮੇਰਾ ਪਰਪਸ ਹੀ ਨਹੀਂ ਸੀਗਾ ਨਾ। ਮੈਂ ਕਦੀ ਕਿਸੇ ਸਟੇਜ ਤੇ ਜਾਣਾ ਹੁੰਦਾ ਸੀ, ਮੈਂ ਉਹਦੇ ਨਾਲ ਸੰਪਰਕ ਕਿਉਂ ਕਰਦਾ? ਜਾਂ ਤਾਂ ਮੈਨੂੰ ਸਰੋਪਾ ਲੈਣਾ ਹੁੰਦਾ ਜਾਂ ਉਹਨਾਂ ਦੇ ਸਟੇਜ ਤੇ ਜਾ ਕੇ ਬੋਲਣਾ ਹੁੰਦਾ। ਮੈਂ ਤਾਂ ਕਦੀ ਕਰਦਾ ਹੀ ਨਹੀਂ ਸੀ ਸੰਪਰਕ ਉਹਨਾਂ ਨੂੰ। ਮੈਂ ਤਾਂ ਆਪਣਾ ਕੰਮ ਕਰਦਾ ਸੀ, ਮੈਂ ਤਾਂ ਕਦੀ ਮਿਲਿਆ ਵੀ ਨਹੀਂ ਉਹਨਾਂ ਲੋਕਾਂ ਨੂੰ, ਨਾ ਮੈਂ ਕਦੀ ਫੋਨ ਤੇ ਗੱਲ ਕਰਦਾ। ਉਹਨਾਂ ਦਾ ਫੋਨ ਆ ਜਾਂਦਾ ਸੀ ਮੈਨੂੰ, ਆਹ ਕੰਮ ਕਰਾ ਦਿਓ, ਮੈਂ ਕਰ ਦਿੰਦਾ ਸੀ। ਮੈਂ ਨਾ ਕਦੀ ਫੋਨ ਕੀਤਾ ਉਹਨਾਂ ਨੂੰ, ਨਾ ਕਦੀ ਮੀਟਿੰਗ ਵਾਸਤੇ ਗਿਆ, ਨਾ ਕਦੀ ਮਿਲਣ ਵਾਸਤੇ ਗਿਆ, ਨਾ ਕਦੀ ਸਟੇਜ ਤੇ ਗਿਆ। ਮੈਂ ਬਿਲਕੁਲ ਨੇੜੇ ਤੱਕ ਨਹੀਂ ਕਦੀ ਗਿਆ। ਆਪਣਾ ਕੰਮ ਕਰਦਾ ਸੀ, ਜੋ ਮੇਰੀ ਜ਼ਿੰਮੇ ਲੱਗਾ ਸੀ ਮੈਂ ਕਰਦਾ ਸੀ। ਨਾ ਮੈਂ ਉਹਨਾਂ ਨੂੰ ਪੁੱਛ ਕੇ ਕਰਦਾ ਸੀ, ਨਾ ਮੈਂ ਦੱਸ ਕੇ ਕਰਦਾ ਸੀਗਾ, ਮਰਜ਼ੀ ਨਾਲ ਕਰਦਾ ਸੀ ਕਿਉਂਕਿ ਮੇਰਾ ਫਰਜ਼ ਸੀਗਾ। ਮੈਂ ਨਹੀਂ ਕਦੀ ਉਹਨਾਂ ਨਾਲ ਗੱਲਬਾਤ ਕੀਤੀ, ਨਾ ਉਹਨਾਂ ਮੈਨੂੰ ਕਦੀ ਕਿਹਾ। ਇਹ ਮੈਂ ਕਿਉਂ ਗੱਲ ਕਹੀ, ਚਲੋ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਾਂ ਆਪਣਾ ਸਵਾਲ। ਉਦੋਂ ਪ੍ਰਭਾਵ, ਕਿਉਂਕਿ ਕੰਟੀਨਿਊਸਲੀ ਅਸੀਂ ਵੀ ਉਹ ਸਾਰੇ ਕੁਛ ਨੂੰ ਕਵਰ ਕਰਦੇ ਸੀ, ਪ੍ਰਭਾਵ ਉਦੋਂ ਇਹ ਸੀ ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ। ਪੰਜਾਬ ਦੇ ਵਿੱਚ ਇਹ ਸੀ ਕਿ ਵੀ ਜੇ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਕੁਛ ਕਰ ਰਹੀ ਹੈ ਤੇ ਇੱਕ ਤਰ੍ਹਾਂ ਨਾਲ ਅਕਾਲੀ ਦਲ ਹੀ ਕਰ ਰਿਹਾ, ਤੇ ਇਹ ਸਾਰੀਆਂ ਕੋਸ਼ਿਸ਼ਾਂ ਨੂੰ ਜਦੋਂ ਇਲੈਕਸ਼ਨ ਆਉਣਗੀਆਂ ਉਦੋਂ ਭੁਨਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਪਰ ਸਾਰਾ ਕੁਝ ਹੋ ਗਿਆ, ਪਰ ਜਦੋਂ ਹੁਣ ਵੇਲਾ ਆ ਗਿਆ ਇਲੈਕਸ਼ਨਾਂ ਦਾ, ਉਦੋਂ ਮਨਜਿੰਦਰ ਸਿੰਘ ਸਿਰਸਾ ਹੋਰੀ ਬੀਜੇਪੀ 'ਚ ਨੇ। ਮੈਂ ਸਿਰਫ ਇਸ ਕਰਕੇ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਹਾਂਜੀ, ਪਰ ਮੈਂ ਤਾਂ ਕੋਈ ਇਲੈਕਸ਼ਨ ਲੜਨੀ ਪੰਜਾਬ ਤੋਂ। ਮੈਂ ਤੁਹਾਨੂੰ ਇਹੀ ਕਹਿਣਾ, ਪਹਿਲਾਂ ਆਪਾਂ ਨੂੰ ਆਪਣੀ ਭਾਵਨਾ ਵੀ ਤਾਂ ਸਮਝਣੀ ਚਾਹੀਦੀ। ਖਾਲੀ ਇੱਕੋ ਹੀ ਗੱਲ ਆਪਾਂ ਹਰੇਕ ਚੀਜ਼ ਨੂੰ ਨਾ ਲਾਭ ਫਾਇਦੇ ਨਾਲ ਸੋਚਦੇ ਹਾਂ। ਮੇਰੇ ਵੀਰ ਇੱਕ ਗੱਲ ਸਮਝਾਓ, ਇਹ ਸਿਚੁਏਸ਼ਨ ਤਾਂ ਆ ਸਕਦੀ ਸੀ ਜੇ ਕੋਈ ਕਹਿੰਦਾ ਵੀ ਜਥੇਬੰਦੀਆਂ ਨੇ ਇਕੱਠਾ ਹੋ ਕੇ ਇੱਕ ਚਿੱਠੀ ਦੇਣੀ ਸੀ, ਉਹ ਚਿੱਠੀ ਸਿਰਸਾ ਲੈ ਗਿਆ ਕੰਮ ਦੀ, ਇਸ ਕਰਕੇ ਸਿਰਸਾ ਕੰਮ ਕਰਦਾ ਪਿਆ। ਅਰੇ ਬਈ ਕੋਈ ਕਰ ਲੈਂਦਾ, ਜਿਹੜਾ ਕਰ ਲੈਂਦਾ ਲੋਕ ਉਹਦੀ ਸੁਣਨ ਲੱਗ ਪੈਂਦੇ। ਬਈ ਜੇ ਮੰਨ ਲਓ ਸਰਦਾਰ ਸਾਹਿਬ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਥੇ ਯੂਪੀ ਬਾਰਡਰ ਚਲੇ ਜਾਂਦੇ ਤੇ ਬਈ ਲੋਕ ਉਹਨਾਂ ਦੀ ਵੀ ਗੱਲ ਸੁਣਦੇ।
ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਜਸਥਾਨ ਦੇ ਬਾਰਡਰ ਤੇ ਰਾਤ ਜਾ ਕੇ ਬਹਿ ਜਾਂਦੇ ਨਵੇਂ ਸਾਲ ਵਾਲੇ ਦਿਨ 4 ਘੰਟੇ ਪੁਲਿਸ ਨਾਲ ਲੜਦੇ, 8 ਘੰਟੇ ਅੰਦਰ ਰਹਿੰਦੇ ਜੇ ਉੱਥੇ ਥਾਣੇ 'ਚ, ਤੇ ਲੋਕ ਉਹਨਾਂ ਦੀ ਵੀ ਸੁਣ ਲੈਂਦੇ। ਇਹਦੇ 'ਚ ਕੋਈ ਫਤਵਾ ਤੇ ਦਿੱਤਾ ਨਹੀਂ ਸੀਗਾ ਕਿਸੇ ਨੂੰ, ਕੋਈ ਚਿੱਠੀ ਤੇ ਦਿੱਤੀ ਨਹੀਂ ਸੀ ਕਿਸੇ ਨੂੰ, ਕੋਈ ਆਰਡਰ ਤੇ ਪਾਸ ਕੀਤਾ ਨਹੀਂ ਸੀ ਕਿਸੇ ਇੱਕ ਵਾਸਤੇ ਵੀ ਤੂੰ ਹੀ ਕਰਨਾ ਹੈਗਾ। ਬਾਈ ਮੈਂ ਉਦੋਂ ਵੀ ਕੋਈ ਕ੍ਰੈਡਿਟ ਲੈਣ ਵਾਸਤੇ ਨਹੀਂ ਗਿਆ, ਉਦੋਂ ਮੈਂ ਕੋਈ ਇਲੈਕਸ਼ਨ ਲੜਨ ਵਾਸਤੇ ਨਹੀਂ ਗਿਆ। ਇਹੀ ਤਾਂ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਜਿਹੜੀ ਆਹ ਮਾਨਸਿਕਤਾ ਉਦੋਂ ਵੀ ਲੋਕੀ ਗਾਲਾਂ ਕੱਢਦੇ ਸੀਗੇ, ਯਾਰ ਅਕਾਲੀ ਦਲ ਆ ਗਿਆ ਜੀ, ਅਕਾਲੀ ਦਲ ਆ ਗਿਆ। ਮੈਂ ਕਹਿੰਦਾ ਯਾਰ ਆਪਾਂ ਕਦੋਂ ਅੱਗੇ ਵੱਧ ਕੇ ਦੇਖਾਂਗੇ। ਭਾਈ ਸਾਹਿਬ ਮੈਂ ਇੱਕ ਪਿੰਡੋਂ ਚੱਲਿਆ ਬੰਦਾ, ਮੇਰੀ ਵੀ ਕੋਈ ਭਾਵਨਾ ਸੁਣ ਕੇ ਦੇਖੇ, ਮੇਰੀ ਬਾਂਹ ਨਹੀਂ ਪੜਦਾ ਸੀ ਕੋਈ। ਜਦੋਂ ਮੈਂ ਦਿੱਲੀ 'ਚ ਆਇਆ ਮੈਂ ਇੱਕ ਪਿੰਡ ਦਾ ਸਧਾਰਨ ਆਦਮੀ ਸੀ, ਮੈਨੂੰ ਕੋਈ ਨਹੀਂ ਜਾਣਦਾ, ਮੇਰੀ ਐਡਮਿਸ਼ਨ ਨਹੀਂ ਕਰਾਈ ਕਿਸੇ ਨੇ, ਮੇਰੇ 72% ਮਾਰਕਸ ਸੀ, ਮੈਨੂੰ ਪੰਜਾਬੀ ਆਨਰਸ ਕਰਨੀ ਪਈ ਯਾਰ। ਔਰ ਮੈਂ ਉਦਣ ਦਾ ਇਸ ਗੱਲ ਨੂੰ ਸੋਚਦਾ ਕਿ ਕੋਈ ਕਿਸੇ ਦੀ ਬਾਹ ਫੜਨੀ ਪਵੇ ਮੈਂ ਜ਼ਰੂਰ ਫੜੂੰਗਾ। ਅੱਜ ਵੀ ਮੈਨੂੰ ਦੱਸੋ ਮੈਂ ਕੀ ਲੈ ਲਿਆ ਬਾਈ? ਦੀਪ ਸਿੱਧੂ ਤੋਂ ਮੈਂ ਕੁਝ ਲੈਣ ਗਿਆ ਉਸ ਤੋਂ ਬਾਅਦ? ਕਦੀ ਮਿਲਿਆ ਵੀ ਨਹੀਂ। ਮੈਂ ਕੀ ਲੈਣਾ ਉਹਦੇ ਤੋਂ? ਮੈਂ ਲੱਖੇ ਸਡਾਣਾ ਤੋਂ ਕੀ ਲੈਣ ਗਿਆ? ਮੈਂ ਕਦੀ ਮਿਲਣ ਗਿਆ ਉਹਨੂੰ ਉਸ ਤੋਂ ਬਾਅਦ? ਮੈਂ ਤਾਂ ਕਦੀ ਮਿਲਿਆ ਵੀ ਨਹੀਂ। ਪਰ ਲੱਖਾ ਸਡਾਣਾ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿ ਦੇਵੇ ਕਿ ਅਗਰ ਮਨਜਿੰਦਰ ਸਿੰਘ ਸਿਰਸੇ ਨੂੰ ਸਟੈਂਡ ਨਾਲ ਲਿਆਉਂਦਾ ਤਾਂ ਜ਼ਮਾਨਤ ਹੋ ਸਕਦੀ ਸੀ। ਵੱਡੀਆਂ ਗੱਲਾਂ ਕਰਨੀਆਂ ਵੱਖਰੀ ਗੱਲ ਆ, ਪਰ ਮੈਂ ਨਹੀਂ ਕਦੀ ਵੀ ਦੁਬਾਰਾ ਮਿਲਿਆ ਉਹਨੂੰ। ਦੀਪ ਸਿੱਧੂ ਕਹਿ ਦੇਵੇ ਅੱਜ ਜੋ ਮਰਜ਼ੀ ਕਵੇ ਨੂੰ ਕਿ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸ੍ਰੀ ਦਰਬਾਰ ਸਾਹਿਬ ਕਹਿ ਦੇ ਕਿ ਅਗਰ ਮਨਜਿੰਦਰ ਸਿੰਘ ਸਿਰਸਾ ਉਹਦੇ ਨਾਲ ਨਾ ਖਲੋਂਦਾ ਉਹਦੀ ਜ਼ਮਾਨਤ ਹੋ ਸਕਦੀ ਸੀ, ਉਹਨੂੰ ਸੁਣ ਹੱਥ ਰੱਖ ਕੇ ਕਹਿ ਦੇ, ਹੋ ਜਾਂਦੀ। ਪਰ ਜਿਸ ਤਰ੍ਹਾਂ ਹੋਈ ਸੀ ਇੰਨੀ ਛੇਤੀ ਇਹ ਨਹੀਂ ਹੋ ਸਕਦੀ ਸੀ। ਪਰ ਮੈਂ ਉਸ ਤੋਂ ਬਾਅਦ ਕਦੀ ਮਿਲਿਆ ਹੀ ਨਹੀਂ, ਨਾ ਮੈਨੂੰ ਕੋਈ ਲੋੜ ਆ, ਨਾ ਮੈਂ ਕਦੀ ਗੱਲ ਕੀਤੀ। ਮੈਂ ਕੀ ਕਰਾਉਣਾ ਸੀ ਬਈ? ਆਪਣਾ ਫਰਜ਼ ਨਿਭਾਇਆ ਏ। ਮੈਂ ਸਮਝਦਾ ਸੀ ਦਿੱਲੀ 'ਚ ਮੈਂ ਸਿੱਖ ਬੈਠਾ ਏ, ਸਿੱਖਾਂ ਦੀ ਤਾਕਤ ਬਣੀ ਰਹਿਣੀ ਚਾਹੀਦੀ ਆ। ਲੋਕ ਸਾਨੂੰ ਕਮਜ਼ੋਰ ਨਾ ਸਮਝਣ, ਲੋਕ ਇਹ ਨਾ ਸਮਝਣ ਸਾਡੇ 'ਚ ਦਮ ਨਹੀਂ ਹੈਗਾ। ਲੋਕਾਂ ਨੂੰ ਦੇਖਣਾ ਚਾਹੀਦਾ ਵੀ ਸਿੱਖਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ। ਇਹ ਮੇਰੇ ਅੰਦਰ ਜਜ਼ਬਾ ਸੀ, ਹੈ ਔਰ ਰਹੂਗਾ। ਸਿਰਸਾ ਸਾਹਿਬ ਇੱਕ ਸਵਾਲ, ਉਹ ਬੀਬੀ ਬੰਬੇ ਬੈਠੀ ਆ, ਹੈ ਹਿਮਾਚਲ ਪ੍ਰਦੇਸ਼ ਦੀ ਆ, ਤੁਹਾਡਾ ਪੇਚਾ ਉਹਦੇ ਨਾਲ ਕਾਫੀ ਪਿਆਰ ਆ, ਹੁਣ ਤੁਸੀਂ ਦੋਵੇਂ ਹੀ ਜਿਸ ਪਾਰਟੀ ਨੂੰ ਸਪੋਰਟ ਕਰਦੇ ਆ ਤੁਸੀਂ ਉਸ ਪਾਰਟੀ ਨਾਮ ਲੈ ਕੇ ਕਹਿਣਾ ਕੰਗਨਾ ਰਣਾਵਤ ਨਾਲ ਪੂਰਾ ਪੇਚਾ ਹੈ, ਨਾਮ ਲੈ ਕੇ ਕਹਿਣਾ ਨਾ ਮੈਂ ਪਿੱਛੇ ਪਹਿਲਾਂ ਡਰਿਆ ਨਾ ਮੈਂ ਗਾਂ ਡਰੂੰਗਾ, ਬਿਲਕੁਲ ਪੇਚਾ ਹੈ। ਮੁਕੱਦਮਾ ਦਰਜ ਕਰਾ ਰੱਖਿਆ, ਕੋਰਟ 'ਚ ਲੜਾਈ ਲੜਦਾ ਪਿਆ, ਦੁਬਾਰਾ ਬੋਲੂ ਦੁਬਾਰਾ ਗੱਲ ਨੂੰ ਆਊਂਗਾ, ਕੋਈ ਹੋਰ ਬੋਲੂ ਉਹਦੇ ਵੀ ਗੱਲ ਨੂੰ ਆਊਂਗਾ, ਨਹੀਂ ਪਰਵਾਹ ਕਰਦਾ। ਯਾਰ ਮੈਂ ਕੋਈ ਟਰੇ ਫੜ ਕੇ ਚਾਹ ਪਿਉਣ ਵਾਸਤੇ ਨਹੀਂ ਗਿਆ। ਸਿਰਸਾ ਸਾਹਿਬ ਆ ਮੋਦੀ ਸਾਹਿਬ ਜਿਸ ਦਿਨ ਮੁੜੇ ਨੇ ਉਦੋਂ ਉਹਨੇ ਫਿਰ ਕਿਹਾ ਵੀ ਪੰਜਾਬ ਦੇ ਵਿੱਚ ਤੇ ਅੱਤਵਾਦੀ ਹੈ ਜੀ, ਤੇ ਮੇਰਾ ਤੇ ਕੇਸ, ਮੈਂ ਤੇ ਕਿਹਾ ਮੈਂ ਹੀ ਤੇ ਕੇਸ ਮੁਕੱਦਮਾ ਦਰਜ ਕਰਾ ਕੇ ਆਇਆ, ਮੇਰਾ ਹੀ ਕੇਸ ਚੱਲਦਾ ਪਿਆ, ਮੈਂ ਹੀ ਹਾਈ ਕੋਰਟ 'ਚੋਂ ਲੜਾਈ ਲੜਦਾ ਪਿਆ। ਉਹ 3 ਪਰਿਵਾਰ ਸਾਡੇ ਬੰਬੇ ਦੇ ਜਿਹੜੇ 3 ਵੀਰ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ। ਮੈਨੂੰ ਉਹਨਾਂ ਨੇ ਫੋਨ ਕਰਕੇ ਪੁੱਛਿਆ, ਉਹਨਾਂ ਨੂੰ ਵੀ ਲੱਗਾ ਹੋਊਗਾ ਸੁਭਾਵਿਕ ਤੌਰ ਤੇ, ਉਹਨਾਂ ਨੇ ਬੜੇ ਅੱਛੀ ਗੱਲ ਕੀਤੀ। ਉਹਨੇ ਕਿਹਾ ਸਿਰਸਾ ਜੀ ਸਾਨੂੰ ਬਸ ਦੱਸ ਦਿਓ, ਜੇ ਤੁਸੀਂ ਨਾਲ ਨਹੀਂ ਹੈਗੇ ਸਾਨੂੰ ਇਤਰਾਜ਼ ਕੋਈ ਨਹੀਂ, ਪਰ ਫਿਰ ਅਸੀਂ, ਮੈਂ ਕਿਹਾ ਭਰਾ ਮੈਂ ਤੁਹਾਡੇ ਨਾਲ ਖੜਾ ਯਾਰ, ਤੁਸੀਂ ਕੀ ਗੱਲਾਂ ਕਰਤੀਆਂ? ਮੇਰੀ ਆਈਡੀਓਲੋਜੀ ਸਿੱਖੀ ਦੀ ਆਈਡੀਓਲੋਜੀ ਆ। ਔਰ ਮੈਨੂੰ ਪਾਰਟੀ ਨੂੰ ਮੈਂ ਪੁੱਛਿਆ ਹੈ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹੈ, ਜਦੋਂ ਮੈਂ ਅਕਾਲੀ ਦਲ, ਜਦੋਂ ਮੈਂ ਬੀਜੇਪੀ 'ਚ ਨਹੀਂ ਵੀ ਸੀ, ਮੈਂ ਤਾਂ ਵੀ ਇਹ ਰੇਸ ਕੀਤਾ ਉਹਨਾਂ ਦੇ ਲੋਕਾਂ ਦੇ ਕੋਲ ਗੱਲਾਂ, ਅਰੇ ਭਈਆ ਕੀ ਕਰਦੀ ਪਈ, ਕਿੱਥੋਂ ਔਰਤ ਫੜ ਕੇ ਲੈ ਕੇ ਆਂਦੀ ਆ? ਉਹ ਕਹਿੰਦੇ ਸਾਨੂੰ ਕੀ ਮਤਲਬ ਹੈ, ਇਹ ਅੜਦੀ ਨਹੀਂ, ਆਪਣਾ ਇਹਦਾ ਕੰਮ ਆ। ਮੈਂ ਕਹਿੰਦਾ ਮੂੰਹ ਬੰਦ ਕਰਾਓ, ਕਹਿੰਦੇ ਅਸੀਂ ਕਿਵੇਂ ਕਰਾਈਏ, ਇਹ ਤਾਂ ਨੁਕਸਾਨ ਕਰਦੀ, ਸਾਡਾ ਆਪਣਾ ਨੁਕਸਾਨ ਕਰਦੀ ਆ। ਉਹ ਠੀਕ ਹੈ ਇੱਕ ਔਰਤ ਹੋਣ ਦੇ ਨਾਤੇ ਉਹਨਾਂ ਨੇ ਉਹਦਾ ਸਹਿਯੋਗ ਕੀਤਾ, ਉਹਦੀ ਹੈਲਪ ਕੀਤੀ, ਉਹ ਗੱਲ ਇੱਕ ਵੱਖਰੀ ਆ। ਲੇਕਿਨ ਮੈਂ ਆਪਣੀ ਆਈਡੀਓਲੋਜੀ ਨਹੀਂ ਛੱਡਣ ਵਾਲਾ, ਆਪਣੀ ਸੋਚ ਨਹੀਂ ਛੱਡਣ ਵਾਲਾ। ਜੋ ਗਲਤ ਹੋ ਤੇ ਮੈਂ ਗਲਤ ਬੋਲੂੰਗਾ, ਪਰ ਜੇ ਜ਼ਬਰਦਸਤੀ ਕਹੋਗੇ ਮੈਂ ਕਿਸੇ ਗੱਲ ਨੂੰ ਪੈ ਜਾਊਂਗਾ, ਉਹ ਪਾਊਂਗਾ ਨਹੀਂ, ਪਰ ਬੋਲਣ ਤੇ ਚੁੱਪ ਰਹੂੰਗਾ ਨਹੀਂ। ਇਹ ਚਲੋ ਇਹ ਸਟੈਂਡ ਤੁਸੀਂ ਕਲੀਅਰ ਕਰ ਦਿੱਤਾ, ਵਧੀਆ ਗੱਲ ਆ, ਕਿਉਂਕਿ ਬੜਾ ਲੋਕ ਮਨਾਂ ਦੇ ਵਿੱਚ ਗੱਲ ਸੀਗੀ। ਚਲੋ ਅੱਛਾ ਅਗਲੀ ਗੱਲ ਆਪਾਂ ਕਰ ਲਈਏ ਸਿਰਸਾ ਸਾਹਿਬ, ਹੁਣ ਨਾ ਲੋਕਾਂ ਨੂੰ ਕਹੋ ਕਦੀ ਮਨ ਜਿਹੜੇ ਮਾੜੇ ਜੇ ਸਾਡੇ ਵਰਗਾ ਵੀ ਸੋਚ ਲੈਣ ਨਾ ਯਾਰ, ਅਸੀਂ ਦਿੱਲੀ ਸ਼ਹਿਰ 'ਚ ਰਹਿ ਰਹੇ ਹਾਂ, ਵੱਡੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਸਿਰ ਲਾਏ ਅੱਡ, ਐਂ ਤੇ ਨਾ ਕਰੋ ਨਾ। ਆਖਿਰਕਾਰ ਅਸੀਂ ਵੀ ਬੱਚਿਆਂ ਵਾਲੇ ਹਾਂ, ਹਮੇਸ਼ਾ ਸਿਰਫ ਇੱਕੋ ਹੀ ਸੋਚ ਨਾ ਸੋਚੋ ਕਦੀ, ਇਹ ਵੀ ਤੇ ਮਾੜੀ ਗੱਲ ਹੈ ਨਾ। ਆਖਿਰਕਾਰ ਇਹ ਤਾਂ ਚੰਗੀ ਗੱਲ ਤਾਂ ਨਹੀਂ ਹੈ। ਸਿਰਸਾ ਸਾਹਿਬ ਕੋਈ ਸਾਡਾ ਪਿਓ ਦਾਦਾ ਹੈ ਨਹੀਂ ਸੀ, ਕੋਈ ਵਿਰਾਸਤ ਅਸੀਂ ਵਿਰਸਾ ਲੈ ਕੇ ਨਹੀਂ ਆਏ ਸੀ, ਆਪਣੇ ਦਮ ਦੇ ਸਿਰ ਤੇ ਖੜੇ ਹੋਏ ਹਾਂ, ਆਪਣੇ ਦਮ ਦੇ ਸਿਰ ਤੇ। ਦੱਸੋ ਕਿਹੜਾ ਆਦਮੀ ਹੈਗਾ ਹੈ, ਮੈਂ ਮਾਝੇ ਦਾ ਰਹਿਣ ਵਾਲਾ ਹਾਂ, ਮੇਰਾ ਪਿੰਡ ਭਾਮੜੀ ਆ, ਸਰਸੇ ਦਾ ਮੇਰਾ ਜਨਮ ਆ, ਉੱਥੋਂ ਚੱਲ ਕੇ ਮੈਂ ਦਿੱਲੀ 'ਚ ਆ ਕੇ ਆਪਣੀ ਹੋਂਦ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ, ਆਪਣੀ ਕੌਮ ਪਿੱਛੇ ਮਰਨ ਤੱਕ ਜਾਣਾ ਹੈ। ਦੱਸੋ ਬਈ ਮੈਨੂੰ ਕਿਹੜੀ ਐਸੀ ਚੀਜ਼ ਮਿਲੀ ਆ ਜਿਹਦੇ ਕਰਕੇ ਕੋਈ ਕਵੇ ਕਿ ਯਾਰ ਸਾਡਾ ਤੇਰੇ ਤੇ ਇਸ ਤੋਂ 10 ਗੁਣਾ ਜ਼ਿਆਦਾ ਅਧਿਕਾਰ ਆ, ਮੈਂ ਤੁਹਾਡਾ ਆਪਣਾ ਹੈ। ਪਰ ਮੇਰੀ ਵੀ ਤਾਂ ਭਾਵਨਾ ਕਦੀ ਸਮਝੋ ਨਾ, ਇਹ ਤਾਂ ਨਹੀਂ ਨਾ ਭਾਵਨਾ ਇੱਕ ਤਰਫਾ ਹੀ ਹੋਊਗੀ। ਸਿਰਸਾ ਸਾਹਿਬ ਗੱਲ ਹੋ ਗਈ, ਪਹੁੰਚ ਗਈ ਤੁਹਾਡੀ, ਪਰ ਕਿਉਂਕਿ ਹੁਣ ਤੁਸੀਂ ਵੱਡੇ ਲੀਡਰ ਹੋ, ਬੀਜੇਪੀ ਦੇ ਹੋ, ਥੋੜੀ ਜਿਹੀ ਇਲੈਕਸ਼ਨ ਦੀ ਗੱਲ ਵੀ ਮੈਨੂੰ ਸਮਝਾ ਦਿਓ ਵੀ 2022 ਲਈ ਹੁਣ ਜਾਪਦਾ ਤੁਹਾਨੂੰ ਵੀ ਬੀਜੇਪੀ ਸਰਕਾਰ ਬਣਾ ਲੂ ਪੰਜਾਬ 'ਚ? ਦੇਖੋ ਮੈਨੂੰ ਤੇ ਪੂਰੀ ਉਮੀਦ ਆ ਬਣਾਊਗੀ, ਔਰ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਤੁਸੀਂ ਇੱਕ ਸਰਕਾਰ ਬਣਾਓ ਵੀ ਬੀਜੇਪੀ ਦੀ, ਬਣਾਓ। ਮੈਂ ਬੇਨਤੀ ਕਰਦਾ ਤੁਹਾਡੇ ਟੀਵੀ ਚੈਨਲ ਤੇ, ਬਣਾਓ ਇੱਕ ਸਰਕਾਰ ਬੀਜੇਪੀ, ਤੁਹਾਡਾ ਹੱਕ ਹੋਵੇ ਉਹਨਾਂ ਦੇ ਉੱਤੇ, ਤੁਹਾਡਾ ਕੇਂਦਰ ਤੇ ਹੱਕ ਹੋਵੇ। ਤੁਸੀਂ ਕਹਿ ਸਕੋ 4 ਲੱਖ ਕਰੋੜ ਰੁਪਏ ਦਾ ਕਰਜ਼ਾ ਲਾਓ, ਮੈਂ ਦੱਸਣ ਲੱਗਾ ਨਾ, ਤੁਸੀਂ ਕਹਿ ਸਕੋ ਕਿ ਹੁਣ ਤੇ ਤੁਹਾਡੇ ਕੋਲ ਆ ਨਾ, ਕੱਲ ਤੱਕ ਤਾਂ ਤੁਸੀਂ ਅਕਾਲੀ ਦਲ ਨੂੰ ਬਲੇਮ ਕਰਦੇ ਸੀ, ਫਿਰ ਉਸ ਤੋਂ ਬਾਅਦ ਤੁਸੀਂ ਕਾਂਗਰਸ ਨੂੰ ਬਲੇਮ ਕਰਦੇ ਸੀ, ਹੁਣ ਤਾਂ ਅਸੀਂ ਤੁਹਾਨੂੰ ਹੀ ਕਮਾਂਡ ਦਿੱਤੀ ਆ ਨਾ, ਲਾਓ ਸਾਡਾ 4 ਲੱਖ ਕਰੋੜ ਦਾ ਕਰਜ਼ਾ, ਹਟਾਓ ਸਾਡੇ ਤੋਂ, ਜਿਹੜੇ ਸਾਡੇ ਤੇ ਲਾਂਛਣ ਲੱਗਾ ਹੈ, ਸਾਡੇ ਤੇ ਜਿਹੜਾ ਚਿੱਟੇ ਦਾ ਲਾਂਛਣ ਲੱਗ ਗਿਆ, ਇਹਨੂੰ ਹਟਾਓ ਸਾਡੇ ਮੱਥੇ ਤੋਂ, ਕਰੋ ਸਾਨੂੰ ਪੰਜਾਬ ਨੂੰ ਵੀ ਮਹਾਰਾਸ਼ਟਰ ਵਰਗਾ ਆਬਾਦ ਕਰੋ,
ਕਿਉਂ ਨਾ ਹੋਵੇ ਪੰਜਾਬ ਸਭ ਤੋਂ ਸੁਰੱਖਿਅਤ, ਸਭ ਤੋਂ ਸੋਹਣਾ, ਸਭ ਤੋਂ ਖੁਸ਼ਹਾਲ ਸੂਬਾ, ਸਾਰੇ ਦੇਸ਼ ਨੂੰ ਅੰਨ ਦੇਣ ਵਾਲਾ ਸੂਬਾ, ਸਾਰੇ ਦੇਸ਼ ਨੂੰ ਬਚਾਉਣ ਵਾਲਾ ਸੂਬਾ, ਆਪਣੀ ਛਾਤੀ ਤੇ ਲੜਾਈ ਲੜ ਕੇ ਮੁਲਕ ਨੂੰ ਬਚਾਉਣ ਵਾਲਾ ਸੂਬਾ, ਹਰ ਹਮਲੇ ਨੂੰ ਰੋਕਣ ਵਾਲਾ ਸੂਬਾ, ਕਿਉਂ ਨਾ ਹੋਵੇ ਇਹਦੀ ਖੁਸ਼ਹਾਲ। ਸਗੋਂ ਮੈਂ ਤੇ ਕਹਿਣਾ ਹੈ ਬੀਜੇਪੀ ਨੂੰ ਕਹਿਣਾ ਚਾਹੀਦਾ ਵੀ ਆਓ ਸੰਭਾਲੋ, ਸਾਨੂੰ ਸਾਡਾ ਉਤਾਰੋ, ਇਹ ਖਤਮ ਕਰੋ। ਅੱਜ ਇੱਕ ਬੱਚੇ ਤੇ 2 ਲੱਖ ਰੁਪਇਆ ਕਰਜ਼ਾ ਹੈ, ਬੱਚਾ ਪੈਦਾ ਹੁੰਦੇ 2 ਲੱਖ ਰੁਪਇਆ ਉਹਦੇ ਤੇ ਕਰਜ਼ਾ ਹੋ ਜਾਂਦਾ ਹੈ, ਕੋਈ ਗੱਲ ਕਰਦਾ ਨਹੀਂ ਕਰੇਗਾ ਕੋਈ ਵੀ। ਇਹ ਸਭ ਆਪਣੀਆਂ ਲੜਾਈਆਂ ਲੜੀ ਜਾਣਗੇ। ਕੋਈ ਕਹਿੰਦਾ ਮੈਨੂੰ ਦੁੱਧ ਚੋਣਾ ਆਉਂਦਾ, ਕੋਈ ਕਹਿੰਦਾ ਮੈਨੂੰ ਮੰਜੇ ਬੁਣਨੇ ਆਉਂਦੇ ਨੇ, ਕੋਈ ਕਹਿੰਦਾ ਮੈਨੂੰ ਚੁਟਕਲੇ ਗਾਉਣੇ ਆਉਂਦੇ ਨੇ, ਕੋਈ ਕਹਿੰਦਾ ਮੈਨੂੰ ਗੀਤ ਗਾਉਣੇ ਆਉਂਦੇ ਨੇ, ਕੋਈ ਕਹਿੰਦਾ ਮੈਨੂੰ 5000 ਗੀਤ ਮੂੰਹ ਜ਼ਬਾਨੀ ਯਾਦ ਆ। ਅਰੇ ਭਾਈ ਮੈਂ ਕਹਿੰਦਾ ਸਭ ਕੁਝ ਯਾਦ ਆ, ਇਹ ਦੱਸ ਦੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਉਤਾਰਨਾ, ਇਹ ਯਾਦ ਆ ਕਿਸੇ ਨੂੰ? ਨਹੀਂ ਕਹਿੰਦੇ ਇਹਦੀ ਗੱਲ ਨਾ ਕਰੋ। ਪਰ ਇੱਕ ਇਤਰਾਜ਼ ਪੰਜਾਬੀਆਂ ਨੂੰ ਹੋ ਜਾਣਾ ਤੁਹਾਡੀ ਪਾਰਟੀ ਤੇ, ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੁਸੀਂ ਆਪਣੇ ਨਾਲ ਜੋੜ ਲਿਆ ਤੇ 4.5 ਸਾਲ ਉਹ ਨਿਕਲੇ ਨਹੀਂ ਉੱਥੋਂ ਆਪਣੇ ਫਾਰਮ ਹਾਊਸ ਤੋਂ। ਨਹੀਂ ਦੇਖੋ 4.5 ਸਾਲ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਨਹੀਂ ਨਿਕਲੇ ਤੇ ਫਿਰ ਕਾਂਗਰਸ ਨੇ 4.5 ਸਾਲ ਉਹਨੂੰ ਮੁੱਖ ਮੰਤਰੀ ਤੇ ਰੱਖਿਆ ਹੈ ਨਾ, ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਪਰ ਤੁਹਾਨੂੰ ਮੈਂ ਇੱਕ ਗੱਲ ਕਹਿਣ ਲੱਗਾ ਜਿਹੜੀ ਬੜੀ ਇੰਪੋਰਟੈਂਟ ਆ, ਜਿਹਦੀ ਤੁਹਾਨੂੰ ਰੈਲੀਵੈਂਸ ਸਮਝਣ ਦੀ ਬਹੁਤ ਲੋੜ ਆ, ਔਰ ਤੁਹਾਨੂੰ ਇਹ ਦੱਸਣ ਦੀ ਵੀ ਲੋੜ ਆਉਣ ਵਾਲੇ ਸਮੇਂ ਦੇ ਅੰਦਰ। ਮੈਂ ਬੀਜੇਪੀ ਦਾ ਧੰਨਵਾਦ ਕਰਦਾ ਇਹਦੇ ਵਾਸਤੇ। ਕਾਹਦੇ ਵਾਸਤੇ? ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦੇ ਲੋਕਾਂ ਦੇ ਮਾਧਿਅਮ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਆ। ਜੇਕਰ ਉਹ ਖਾਲੀ ਆਪਣੇ ਬੀਜੇਪੀ ਦੇ ਲੋਕਾਂ ਦੇ ਨਾਲ ਇਸ ਦਾ ਮਾਧਿਅਮ ਸੰਪਰਕ ਰੱਖਦੇ ਤੇ ਸ਼ਾਇਦ ਇਹ ਜਿਹੜੇ ਮੁੱਦੇ ਸੀਗੇ ਉਹਨਾਂ ਤੱਕ ਨਾ ਉਹਨੇ ਤਰੀਕੇ ਨਾਲ ਸਪਸ਼ਟ ਪਹੁੰਚ ਸਕਦੇ, ਕਿਉਂਕਿ ਪਾਰਟੀ ਦੇ ਲੋਕ ਜਿਹੜੇ ਨੇ ਇੱਕ ਸੀਮਤ ਤਰੀਕੇ ਨਾਲ ਹੀ ਆਪਣੀ ਕਨਵੇ ਕਰ ਸਕਦੇ ਨੇ। ਉਹ ਡਰਦੇ ਵੀ ਨਹੀਂ, ਝਿਜਕਦੇ ਵੀ ਨਹੀਂ, ਪਤਾ ਨਹੀਂ ਹਾਈਕਮਾਂਡ ਸੁਣੂ ਕਿ ਨਹੀਂ ਸੁਣੂ। ਕੈਪਟਨ ਅਮਰਿੰਦਰ ਸਿੰਘ ਜਿਹੜੀ ਗੱਲ ਬੇਬਾਕੀ ਨਾਲ ਕਰ ਸਕਦੇ ਆ, ਢੀਂਡਸਾ ਸਾਹਿਬ ਬੇਬਾਕੀ ਨਾਲ ਦੱਸ ਸਕਦੇ ਭਾਈ ਇਹ ਤੋਂ ਬਿਨਾਂ ਨਹੀਂ ਬਣਨਾ ਕੰਮ। ਮੈਂ ਤੁਹਾਨੂੰ ਕੀ ਦੱਸਾਂ ਮੀਟਿੰਗਾਂ 'ਚ ਕੀ ਕਿਹਾ ਉਹਨਾਂ ਨੇ, ਕਿਹਾ ਹੈ ਉਹਨਾਂ ਨੇ ਨਹੀਂ ਬਣਨਾ, ਨਹੀਂ ਬਣਨਾ ਜਿਵੇਂ ਤੁਸੀਂ ਸੋਚਦੇ ਜੀ, ਆਹ ਕਰਨਾ ਪੈਣਾ। ਤੇ ਬੜੀ ਚੰਗੀ ਗੱਲ ਆ ਨਾ, ਕੋਈ ਬੋਲੇ ਤਾਂ ਸਹੀ ਇਹ ਗੱਲ, वरना तो जेड़ा जाएगा बीजेपी का आदमी वो की कहेगा बीजेपी के लीडर हाँ जी नहीं ठीक, वो कहेगा नहीं ऐसे नहीं ऐसे करना चाहिए। हाँ मेरे को लगता है जी बिल्कुल ऐसे ही करना चाहिए। नहीं मुझे लगता है ऐसे भी नहीं, ऐसे हो जाना चाहिए। हाँ हाँ जी वैसे आपने पहले ठीक ही कहा था, ऐसे ही हो जाना चाहिए, नहीं गल बनेगी। सिरसा साहब मैं कोई गल पुछनी भुल गया हाँ, तुसीं कोई अजे दिल च तुहाडे होवे जरूर करो जी। नहीं बस मैं तो यही कहना चाहना है कि हर वेले ना देखो साडे वाल भी कदी सोच के ना इक्को ही गल, कदी दलाल कह दो किसी नूं, कदी RSS का कह दो, कदी अकाली दल का दलाल, ये गल्लां जिहड़ियां ने ना ये शुभदियां नहीं है। आपां वो कौम आ जिसने देश और दुनिया ते राज किया और करना है। कोई किसी को राज ना दे है, जो ले है निज बल से ले है। गुरु साहब आपां नूं ये रस्ता दिखा के गए ने। राज बिना ना धर्म चले है, धर्म बिना सब दले मले है। जेकर आप अपनी ताकत नूं नहीं वधावांगे, मास्टर तारा सिंह जी दियां मैं उन्हां दा शागिर्द हां, मैं मास्टर तारा सिंह दा सौवरा नाम लाऊंगा क्योंकि अकाली दल ने कदी उन्हां नाल इंसाफ नहीं किया। मास्टर तारा सिंह दी किताबां पढ़िया करो, उन्हां दी गल्लां सुनिया करो। वो कहंदे सी MLA MP वार्ड दो, भावें खिड़की थाणी सिख वार्ड दो, भले मानसों अंदर जाऊगा तुहाडी गल करूगा। आपां नूं कोई गल करन वाला ते होना चाहिए, कोई अपनी गल ते करे। इस करके मैं ते यही बेनती करनी है मेरे वीरो, कोई गल नहीं ਜਦੋਂ ਅਕਾਲੀ ਦਲ ਸਾਂ ਉਦੋਂ ਵੀ ਬਹੁਤ ਕੁਝ ਚੱਲਣਾ ਪਿਆ। ਜਿੱਦਣ ਪਹਿਲੇ ਦਿਨ ਕਿਸਾਨਾਂ 'ਚ ਗਏ ਸਾਂ, ਮਾਫ ਕਰਿਓ ਨੌਬਤ ਇਹ ਸੀ ਵੀ ਭਾਵੇਂ ਕੁੱਟ ਮਾਰ ਦਿੰਦੇ, ਇਹ ਨੌਬਤ ਸੀਗੀ, ਪਰ ਮੈਂ ਪਿੱਛੇ ਤਾਂ ਨਹੀਂ ਹਟਿਆ। ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਗੱਲ ਖਤਮ ਕਰੂੰਗਾ। ਪਹਿਲਾਂ ਮੈਂ ਪਹੁੰਚਿਆ ਇੱਕ ਬਾਰਡਰ ਤੇ, ਮੈਨੂੰ ਉੱਥੋਂ ਉਹਨਾਂ ਨੇ ਲਿਟਰਲੀ ਭਜਾਇਆ, ਕੁੱਟਣ ਨੂੰ ਆਏ ਮੇਰੇ। ਮੈਂ ਗੱਡੀਆਂ ਲੈ ਕੇ ਵਾਪਸ ਨਹੀਂ ਗਿਆ, ਮੈਂ ਘੁੰਮ ਕੇ ਫਿਰ ਪਿੱਛੋਂ ਆ ਗਿਆ। ਉੱਥੇ ਕਹਿੰਦੇ ਜੇ ਦੁਬਾਰਾ ਦੇਖਗੇ ਨਾ ਕੁੱਟਾਂਗੇ ਹੁਣ ਇੱਥੇ। ਮੈਂ ਫਿਰ ਨਹੀਂ ਹਟਿਆ, ਮੈਂ ਫਿਰ ਤੀਜੀ ਥਾਂ ਚੌਣ ਗਿਆ। ਮੈਨੂੰ ਕਹਿੰਦੇ ਜੀ मैं तेन एक गल दसती, मैं कह यार मेरे वीर कुट लाए, चल यार कोई नहीं, तू यार अपना ही है ना, जे तू कुटेगा तो तू साडा अपना तो कुटेगा, घट्टो घट यार बाहर जाके तो नहीं कुट खाऊंगा ना, सड़क ते कोई कुटूगा मैनू तो मेरी बेइज्जती होगी, घट्टो घट अपना तो तू हैगा। तो मैं ये गल जरूर कहना चाहना है, असीं उन्हां लड़ाइयां नूं लड़े आ क्योंकि साडे मन दे अंदर कौम दी भावना है, साडे मन दे अंदर ये आ भी यार एडी जद्दो जहद नाल इत्थों ताईं पहुंची आ कौम, किते ऐ ना होवे खाली लड़ा के ना पेच फसा दईए। जिहड़ी जिੱਤ होई आ ਅੱਜ कोई छोटी जित नहीं, किसानों की बहुत वड्डी जित हुई आ। पर मैनू अफसोस एक गल दा आखिर च मैं कह के अपनी गल समाप्त करूँगा, जे तुसी लोगों ने नोटिस लिया होवे ते मैं अज कह के जान लगा है, मैनू अफसोस इस गल दा है जिहड़ी जित गुरु नानक देव पातशाह जी दे प्रकाशपुर नूं समर्पित होई सीगी, केवल इस करके जिहड़े खब्बे पक्षी सी, कोई सज्जे पासी सी, कोई कॉमनिस्ट सीगे, कोई नैक्सलिट सीगे, जो मैनू नहीं पता, पर किते गुरु नानक देव पातशाह जी दे नाम दे नाल जुड़ के ना जित मन्नी जावे, इस करके 15 दिन डिले करके उही काम कीता। पर जे किते गुरु नानक देव जी नूं इहदा क्रेडिट ना चले जे, पर ये जो कुछ होया है
ਉਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਰ ਸਦਕੇ, ਉਹਨਾਂ ਦੇ ਚਰਨਾਂ ਦੀ ਕਿਰਪਾ ਸਦਕੇ ਹੋਇਆ ਹੈ, ਵਰਨਾ ਹੋ ਨਹੀਂ ਸਕਦਾ ਸੀਗਾ। ਇਹ ਆਪ ਗੁਰੂ ਨਾਨਕ ਦੇਵ ਵਰਤੇ ਨੇ। ਪਰ ਮੈਨੂੰ ਦੁੱਖ ਆ ਕਿ ਸਿੱਖਾਂ ਨੂੰ ਜੇ ਕਿਤੇ ਜੈ ਜੈਕਾਰ ਹੋਣ ਦਾ ਮੌਕਾ ਆਇਆ ਤੇ ਸਾਡੇ ਆਪਣੇ ਲੋਕਾਂ ਨੇ ਉਹ ਵੀ ਜੈ ਜੈਕਾਰ ਨਹੀਂ ਹੋਣ ਦਿੱਤੀ। ਇੰਨਾ ਮੈਨੂੰ ਜ਼ਰੂਰ ਮਲਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਿਰਸਾ ਸਾਹਿਬ ਤੁਹਾਡਾ ਜੀ। ਸੋ ਇਹ ਸਨ ਜੀ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ। ਉਹਨਾਂ ਨੇ ਆਪਣੇ ਵੱਲੋਂ ਜਿਹੜਾ ਵੀ ਪੱਖ ਉਹਨਾਂ ਦਾ ਸੀਗਾ ਉਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਬਾਕੀ ਚੰਗਾ ਮਾੜਾ ਜੋ ਜਿੰਨੀ ਗੱਲ ਉਹਨਾਂ ਦੀ ਤੁਹਾਨੂੰ ਚੰਗੀ ਲੱਗੀ ਹੋਵੇ, ਮਾੜੀ ਲੱਗੀ ਹੋਵੇ, ਉਹਦੀ ਫੀਡਬੈਕ ਜਿਹੜੀ ਆ ਉਹ ਤੁਸੀਂ ਕਮੈਂਟਾਂ ਦੇ ਰੂਪ 'ਚ ਦੇ ਸਕਦੇ ਹੋ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।